ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਹੈ ਮੰਡੇ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਿਲਸਿਲਾ ਚੱਲਦਾ ਹੈ ਜਿਸ ਦਾ ਨਾਮ ਮੈਂ ਰੱਖਿਆ ਹੋਇਆ ਹੈ ਮਾਈ ਮੋਟੀਵੇਸ਼ਨਲ ਮੰਡੇ, ਕਿਉਂਕਿ ਮੰਡੇ ਹਮੇਸ਼ਾ ਸਾਨੂੰ ਜ਼ਰੂਰਤ ਹੁੰਦੀ ਹੈ ਕਿ ਨਵੇਂ ਹਫ਼ਤੇ ਦੀ ਜਿਹੜੀ ਸ਼ੁਰੂਆਤ ਹੈ ਉਹ ਐਂਥੂਜ਼ੀਆਜ਼ਮ ਦੇ ਨਾਲ ਕਰਨੀ ਚਾਹੀਦੀ ਆ। ਇੱਕ ਦੂਸਰੇ ਦੇ ਕੋਲੋਂ ਜੋ ਕੁਝ ਬਣਦਾ ਹੈ ਉਹ ਲੈ ਲੈਣਾ ਚਾਹੀਦਾ, ਜੋ ਬਣਦਾ ਉਹ ਦੇ ਦੇਣਾ ਚਾਹੀਦਾ। ਦੈਟ ਮੀਨਸ ਸਭ ਤੋਂ ਜ਼ਿਆਦਾ ਜਿਹੜੀ ਅਸੀਂ ਇੱਕ ਦੂਸਰੇ ਨੂੰ ਐਨਰਜੀ ਦਿੰਦੇ ਹਾਂ, ਐਨਰਜੀ ਲੈਂਦੇ ਹਾਂ, ਅਤੇ ਗੱਲ ਹਮੇਸ਼ਾ ਛਿੜਦੀ ਹੈ ਪੋਜ਼ੀਟਿਵ ਐਨਰਜੀ ਦੀ। ਪੋਜ਼ੀਟਿਵ ਐਨਰਜੀ ਜੇ ਅਸੀਂ ਕਿਸੇ ਨੂੰ ਦੇ ਸਕਦੇ ਹੋਈਏ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਦੂਸਰੀ ਚੀਜ਼ ਇਹ ਹੈ ਕਿ ਜੇ ਅਸੀਂ ਕਿਸੇ ਨੂੰ ਸਭ ਤੋਂ ਵਧੀਆ ਕੋਈ ਗਿਫਟ ਦੇ ਸਕਦੇ ਹਾਂ, ਮੇਰੇ ਖਿਆਲ ਉਹ ਸਮਾਂ, ਵਧੀਆ ਸਮਾਂ, ਉਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਅਤੇ ਮਾਈ ਮੋਟੀਵੇਸ਼ਨਲ ਮੰਡੇ ਦੇ ਵਿੱਚ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਕੁਝ ਪੋਜ਼ੀਟਿਵ ਐਨਰਜੀ ਅਤੇ ਨਾਲ ਕੁਝ ਸਮਾਂ ਸਾਡੀ ਕਿਸੇ ਨਾ ਕਿਸੇ ਇਹੋ ਜਿਹੇ ਗੈਸਟ ਦਾ ਅਸੀਂ ਲੈ ਲਿਆ ਕਰੀਏ ਜਿਹਨੂੰ ਬਾਅਦ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਰਹੋ, ਪੂਰਾ ਦਿਨ ਮਹਿਸੂਸ ਕਰੋ, ਪੂਰਾ ਹਫ਼ਤਾ ਮਹਿਸੂਸ ਕਰੋ। ਪੋਸੀਬਲੀ ਇਸ ਸ਼ੋਅ ਦੇ ਦੌਰਾਨ ਉਸ ਗੈਸਟ ਦੇ ਮੂੰਹੋਂ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਵੀ ਤੁਸੀਂ ਸੁਣਦੇ ਹੋ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਪੋਸੀਬਲੀ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੰਮ ਆ ਸਕਦੀਆਂ ਨੇ। ਇਸੇ ਕਰਕੇ ਮੈਂ ਜਿਹੜੀ ਮੰਡੇਜ਼ ਦੀ ਸੀਰੀਜ਼ ਹੈ ਉਸ ਦਾ ਨਾਮ ਮਾਈ ਮੋਟੀਵੇਸ਼ਨਲ ਮੰਡੇਜ਼ ਰੱਖਿਆ ਹੋਇਆ ਹੈ। ਅਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਖਾਸ ਮਹਿਮਾਨ ਸ਼ਾਮਿਲ ਹੋਣ ਜਾ ਰਹੇ ਨੇ। ਉਹਨਾਂ ਦੇ ਨਾਲ ਆਪਾਂ ਡੀਟੇਲ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਜਰਨੀ ਬਾਰੇ, ਉਹਨਾਂ ਨੇ ਕਿੱਥੋਂ ਸ਼ੁਰੂਆਤ ਕੀਤੀ, ਕਿੱਥੇ ਤੱਕ ਪਹੁੰਚੇ, ਅਗਾਂਹ ਕਿੱਥੇ ਤੱਕ ਜਾਣਾ ਚਾਹੁੰਦੇ ਨੇ, ਉਹਨਾਂ ਦੀਆਂ ਆਪਣੀਆਂ ਕੀ ਸਟਰੈਂਥਸ ਸਨ, ਉਹਨਾਂ ਨੇ ਪਰਿਵਾਰ ਨੇ ਕਿਹੋ ਜਿਹੀ ਸਪੋਰਟ ਦਿੱਤੀ, ਲੋਕ ਉਹਨਾਂ ਦਾ ਸਹਾਰਾ ਕਿਵੇਂ ਬਣੇ, ਉਹ ਲੋਕਾਂ ਦਾ ਸਹਾਰਾ ਕਿਵੇਂ ਬਣ ਰਹੇ ਨੇ। ਇਸ ਸਿਲਸਿਲੇ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਮਾਈ ਮੋਟੀਵੇਸ਼ਨਲ ਮੰਡੇ ਦੇ ਵਿੱਚ। ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਪੂਰਾ ਸ਼ੋਅ ਤੁਸੀਂ ਜ਼ਰੂਰ ਸੁਣਿਓ, ਕਿਉਂਕਿ ਅੱਜ ਕੋਈ ਇਹ ਜਿਹੜੀ ਗੱਲਬਾਤ ਹੋਣ ਜਾ ਰਹੀ ਹੈ ਕਿਸੇ ਤਰ੍ਹਾਂ ਵੀ ਇਹ ਪੋਲੀਟੀਕਲ ਟਾਕ ਨਹੀਂ ਹੈ। ਬੇਸ਼ੱਕ ਜਿਹੜੇ ਮੇਰੇ ਮਹਿਮਾਨ ਨੇ ਉਹ ਜ਼ਰੂਰ ਪੋਲੀਟਿਕਸ ਦੇ ਵਿੱਚੋਂ ਨੇ, ਪਰ ਜਿਹੜਾ ਹਰ ਇੱਕ ਵਿਅਕਤੀ ਹੈ ਜਦੋਂ ਉਹ ਇੱਕ ਆਮ ਵਿਅਕਤੀ ਦੇ ਤੌਰ ਦੇ ਉੱਤੇ, ਇੱਕ ਆਮ ਇਨਸਾਨ ਦੇ ਤੌਰ ਦੇ ਉੱਤੇ ਵਿਚਰਦਾ ਹੈ, ਤੁਸੀਂ ਉਹਦੇ ਨਾਲ ਵਾਬਸਤਾ ਹੁੰਦੇ ਹੋ, ਉਹਦੀਆਂ ਗੱਲਾਂ ਸੁਣਦੇ ਹੋ, ਉਹਦੇ ਰੂਹ ਦੀਆਂ ਗੱਲਾਂ ਸੁਣਦੇ ਹੋ, ਮਜ਼ਾ ਤਾਂ ਹੀ ਆਉਂਦਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਨਾਲ ਸ਼ਾਮਿਲ ਕਰਨ ਜਾ ਰਹੀ ਹਾਂ ਲਿਬਰਲ MP ਰਣਦੀਪ ਸਿੰਘ ਸਰਾਏ ਜੀ। ਰਣਦੀਪ ਜੀ, ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰੇ ਤੁਹਾਡੇ ਸਰੋਤਿਆਂ ਨੂੰ, ਜੀ ਆਇਆਂ ਨੂੰ। ਅੱਜ ਮਾਈ ਮੋਟੀਵੇਸ਼ਨਲ ਮੰਡੇ ਦੇ ਵਿੱਚ ਤੁਸੀਂ ਸਾਡੇ ਮਹਿਮਾਨ ਹੋ। ਮੈਂ ਥੋੜ੍ਹਾ ਜਿਹਾ ਫਾਰਮੈਟ ਤੁਹਾਨੂੰ ਦੱਸ ਦਿੱਤਾ ਕਿਉਂਕਿ ਤੁਸੀਂ ਹੁਣੇ ਸਟੂਡੀਓ ਦੇ ਵਿੱਚ ਸ਼ਾਮਿਲ ਹੋਏ ਹੋ। ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਦਾ ਦਿਨ ਕਿਹੋ ਜਿਹਾ ਲੰਘ ਰਿਹਾ ਤੁਹਾਡਾ? ਦੇਖੋ, ਵੈਰੀ ਗੁੱਡ, ਵੈਰੀ ਬਿਜ਼ੀ ਡੇ ਆ। ਅੱਜ ਸਵੇਰ ਤੋਂ ਲੈ ਕੇ ਤਕਰੀਬਨ 7:30 ਪੌਣੇ 9 ਮੈਂ ਮੀਡੀਆ ਦੇ ਇੱਕ ਸ਼ੋਅ 'ਤੇ ਜਾ ਕੇ ਆਇਆ। ਉਸ ਤੋਂ ਬਾਅਦ ਆਫਿਸ ਦੇ ਵਿੱਚ ਗਿਆ ਔਰ ਜਿੱਥੇ ਬਹੁਤ ਚੰਗੀਆਂ ਖਬਰਾਂ ਅੱਜ ਇਮੀਗ੍ਰੇਸ਼ਨ ਦੀਆਂ ਤਾਂ ਹੋਰ ਸੀ, ਨਾਲ ਇੱਕ ਦੁਖਦਾਈ ਵਾਲੀ ਖਬਰ ਵੀ ਸੀਗੀ ਕਿ ਸਾਡੇ ਇੱਕ ਚਰਚ ਰਾਈਡਿੰਗ ਦੇ ਵਿੱਚ ਉਹਨੂੰ ਕਿਸੇ ਨੇ ਆਰਸਨ ਕਰਕੇ ਲੱਗਦਾ ਕਿ ਅੱਗ ਲਾਤੀ। ਸੋ ਸਾਨੂੰ ਉਹ ਵੀ ਬੜਾ ਮਹਿਸੂਸ ਹੋਇਆ। ਬਟ ਅਦਰਵਾਈਜ਼ ਆਲਵੇਜ਼ ਬਿਗਿਨਿੰਗ ਆਫ ਦ ਵੀਕ ਆ, ਮੋਟੀਵੇਟ ਕਰਕੇ ਐਕਸਾਈਟ ਹੋਣਾ ਚਾਹੀਦਾ। ਔਰ ਮੈਂ ਹਰ ਇੱਕ ਨੂੰ, ਜਦੋਂ ਮੈਂ ਯੰਗਰ ਏਜ 'ਤੇ ਸੀਗਾ, ਇੱਕ ਚੀਜ਼ ਮੈਂ ਆਲਵੇਜ਼ ਕਿਹਾ ਸੀ ਕਿ ਮੈਂ ਉਹ ਜੋਬ ਕਰਨੀ ਚਾਹੁੰਦਾ ਜਿਹੜਾ ਕਿ ਮੈਨੂੰ ਸਵੇਰੇ ਉੱਠਣ ਲਈ ਉਤਸ਼ਾਹ ਹੋਵੇ, ਚਾਹ ਹੋਵੇ, ਨਾ ਕਿ ਕਿਵੇਂ ਇੱਕ ਚੋਰ ਹੋਵੇ ਜਾਂ ਬੜਾ ਔਖਾ ਹੋਵੇ ਵੀ ਮੈਂ ਅੱਜ ਕੰਮ 'ਤੇ ਜਾਣਾ, ਯਾਰ ਬੜਾ ਔਖਾ। ਸੋ ਇਸ ਕਰੀਅਰ ਦੇ ਵਿੱਚ, ਕਿਉਂਕਿ ਇਹਦੇ ਵਿੱਚ ਲੋਕ ਸੇਵਾ, ਪਬਲਿਕ ਸਰਵਿਸ ਦੀ ਹੈਗੀ ਆ, ਇਹਦੇ ਵਿੱਚ ਇਹ ਇੱਕ ਬਹੁਤ ਸੈਟਿਸਫਾਈਂਗ ਹੈਗੀ ਕਿ ਜਦੋਂ ਅਸੀਂ ਕਿਸੇ ਦੀ ਲਾਈਫ ਦੀ, ਚਾਹੇ ਪਰਸਨਲ ਲਾਈਫ ਉਹਨਾਂ ਦੀ ਹੈਗੀ, ਚਾਹੇ ਕਮਿਊਨਿਟੀ ਦੀ ਆਊਟਲੁੱਕ ਜਾਂ ਇਨਫਰਾਸਟਰਕਚਰ ਜਾਂ ਹੋਰ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰੀਨ ਕਰਨ ਵਾਸਤੇ ਅਸੀਂ ਕਰ ਸਕਦੇ ਹਾਂ, ਉਹ ਸਾਡੀ ਖੁਰਾਕ ਹੁੰਦੀ ਹੈ। ਸੋ ਉਸ ਕਰਕੇ ਕਾਫੀ ਰਿਵਾਰਡਿੰਗ ਕਰੀਅਰ, ਔਰ ਇਸ ਕਰਕੇ ਮੈਂ ਮੰਡੇ ਵਾਸਤੇ ਬਹੁਤ ਚੰਗੇ ਮੂਡ ਦੇ ਵਿੱਚ ਆ। ਦਿਨ ਦਾ ਕਿੰਨਾ ਕੁ ਹਿੱਸਾ MP ਰਣਦੀਪ ਸਿੰਘ ਬਣ ਕੇ ਗੁਜ਼ਰਦਾ ਅਤੇ ਕਿੰਨਾ ਕੁ ਹਿੱਸਾ ਸਿਰਫ ਰਣਦੀਪ ਬਣ ਕੇ ਗੁਜ਼ਰਦਾ? ਦੇਖੋ, ਇਹ MP ਰਣਦੀਪ ਸਿੰਘ ਦੀ ਲਾਈਫ ਬਹੁਤ ਟਾਈਮ ਲੈ ਲੈਂਦੀ ਆ। ਇਹ ਇੱਕ ਬੜਾ ਡਿਮਾਂਡਿੰਗ ਕਰੀਅਰ ਹੈਗਾ ਮੇਰੇ ਖਿਆਲ। ਜਦੋਂ ਅਸੀਂ ਖਾਸ ਕਰਕੇ ਆਟੋਆ ਬੈਕ ਐਂਡ ਫੋਰ ਜਾਂਦੇ, ਤਕਰੀਬਨ 80 ਘੰਟੇ ਪਲੱਸ ਔਰ ਮਾਈਨਸ ਸਾਡਾ ਟਾਈਮ ਇਹਦੇ 'ਚ ਹੀ ਸਪੈਂਡ ਹੋ ਜਾਂਦਾ, ਕਿਉਂਕਿ ਟਰੈਵਲ ਵੀ 18 ਘੰਟੇ ਹੁੰਦੇ ਆ, ਪਲੱਸ ਇੱਥੇ ਜਦੋਂ ਆਟੋਆ ਹੁੰਦੇ ਤਾਂ ਉੱਥੇ ਵੀ ਤਕਰੀਬਨ 12-12, 14-14 ਘੰਟੇ ਦੇ ਦਿਨ ਹੁੰਦੇ ਆ। ਜਦੋਂ ਵਾਪਸ ਆਉਣੇ, ਇੱਥੇ ਸਾਡੀ ਕੰਸਟੀਚੁਐਂਸੀ ਕਾਫੀ ਬਿਜ਼ੀ ਆ ਔਰ ਉਹਦੇ ਵਿੱਚ ਵੀ ਕਾਫੀ ਟਾਈਮ ਲੱਗ ਜਾਂਦਾ। ਫਿਰ ਸਾਡੀ ਕਮਿਊਨਿਟੀ ਸੋਸ਼ਲ ਇਵੈਂਟ ਬਹੁਤ ਆ, ਫੰਡ ਰੇਜ਼ਰ, ਚੈਰਿਟੀ ਇਵੈਂਟਸ, ਸਾਡੀ ਕਮਿਊਨਿਟੀ ਦਾਨ ਬਹੁਤ ਦਿੰਦੀ ਆ, ਔਰ ਸਰੀ ਦੇ ਵਿੱਚ ਇਵੈਂਟਸ ਆਲਮੋਸਟ ਐਵਰੀ ਡੇ, ਪਲੱਸ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮ, ਤਾਂ ਉਹਦੇ 'ਚ ਕਾਫੀ ਬਿਜ਼ੀ ਰਹਿੰਦਾ। ਸੋ ਮੇਰੇ ਹਿਸਾਬ ਦੇ ਨਾਲ
ਜਿਹੜੇ ਤਕਰੀਬਨ ਪਰਸਨਲ ਲਾਈਫ ਦੇ ਵਿੱਚ ਰਣਦੀਪ ਸਰਾਏ ਮੈਂ ਇੱਦਾਂ ਘੰਟੇ ਨਹੀਂ ਕਦੇ ਗਿਣੇ, ਪਰ ਮੈਂ ਇਹ ਜ਼ਰੂਰ ਯਤਨ ਕਰਦਾ ਹੁੰਦਾ ਕਿ ਜਦੋਂ ਫਰਾਈਡੇ ਆਵਾਂ ਤਾਂ ਮੈਂ ਪਰਿਵਾਰ ਨਾਲ ਐਟਲੀਸਟ ਡਿਨਰ 'ਤੇ ਆਊਟ ਜਾਈਏ, ਘਰ 'ਚੋਂ ਬਾਹਰ ਕੱਢ ਕੇ। ਕੋਵਿਡ ਵੇਲੇ ਤਾਂ ਹੁਣ ਘਰ 'ਚ ਹੀ ਕੀਤਾ ਸੀ, ਪਰ ਉਹਦੇ ਨਾਲ ਬੱਚਿਆਂ ਦੇ ਨਾਲ ਤੁਸੀਂ 1-on-1 ਐਜ਼ ਅ ਫੈਮਲੀ ਤੁਸੀਂ ਟਾਈਮ ਸਪੈਂਡ ਕਰ ਸਕਦੇ ਵਿਦਆਊਟ ਡਿਸਟਰਪਸ਼ਨਸ। ਫੋਨ ਸਾਰੇ ਬੰਦ ਕਰ ਲੈਂਦੇ, ਜੋ ਕੋਸ਼ਿਸ਼ ਕਰੀਦੀ ਨਿਆਣਿਆਂ ਤੋਂ ਤਾਂ ਬੰਦ ਕਰਾਉਣੇ ਬਹੁਤ ਔਖੇ ਆ। ਅਤੇ ਸੈਕਿੰਡ ਮੇਰਾ ਹੁੰਦਾ ਕਿ ਈਚ ਬੱਚੇ, ਮੇਰੇ 3 ਬੱਚੇ ਹੈਗੇ ਆ, ਕਿ ਉਹਨਾਂ ਈਚ ਦੇ ਨਾਲ ਐਟਲੀਸਟ ਇੱਕ ਇਵੈਂਟ, ਜੇ ਸਪੋਰਟਸ ਆ ਤਾਂ ਉਹਨਾਂ ਦੀ ਸਪੋਰਟਸ ਇਵੈਂਟ ਜ਼ਰੂਰ ਮੈਂ ਉਸ ਵੀਕਐਂਡ 'ਤੇ ਅਟੈਂਡ ਕਰਾਂ। ਉਹਦੇ ਨਾਲ ਉਹ 1-on-1 ਟਾਈਮ ਸਮਝਦੇ, ਜਾਂ ਇੱਕ ਨੂੰ ਸ਼ਾਪਿੰਗ ਲੈ ਜਾਓ ਜੁਦਾ, ਜਾਂ ਪਾਰਕ 'ਚ ਜੁਦੀ ਐਕਟੀਵਿਟੀ ਕਰ ਲਓ, ਕਿਉਂਕਿ ਉਹ ਇਹ ਵੀ ਬਹੁਤ ਚਾਹੁੰਦੇ ਹੁੰਦੇ ਕਿ ਸਾਡੇ ਨਾਲ ਜੁਦਾ ਜੁਦਾ ਟਾਈਮ ਵੀ ਹੋਵੇ। ਪਿੱਛਾ ਕੋ ਕਹਿਣ ਜਾਂ ਨਾ ਕਹਿਣ, ਮੈਂ ਮਹਿਸੂਸ ਜ਼ਰੂਰ ਕਰਦਾ ਕਿ ਹਰ ਇੱਕ ਬੱਚਾ ਇਹ ਚਾਹੁੰਦਾ ਹੁੰਦਾ। ਸੋ ਫਰਾਈਡੇ ਫੈਮਲੀ ਟਾਈਮ ਹੁੰਦਾ, ਸੈਟਰਡੇ ਸੰਡੇ ਡਿਊਰਿੰਗ ਦ ਡੇ ਮੈਂ ਇਹ ਕਰਦਾ ਹੁੰਦਾ। ਬਾਕੀ ਟਾਈਮ ਦੇ ਵਿੱਚ ਸਾਨੂੰ ਫੰਕਸ਼ਨ ਕਰਨੇ ਪੈਂਦੇ। ਅਤੇ ਬਾਕੀ ਮੇਰਾ ਸ਼ੌਂਕ ਹੈਗਾ ਕਿ ਮੈਂ ਜੋਗਿੰਗ ਕਰਨਾ ਲਾਈਕ ਕਰਦਾ। ਆਪਣੇ ਡੌਗ ਮਿਸਟਰ ਕਡਲਸ ਨੂੰ ਲੈ ਕੇ ਉਹ ਤਕਰੀਬਨ 3-4 ਵਾਰੀ ਹਫ਼ਤੇ ਦੇ 8 ਤੋਂ 10 ਕਿਲੋਮੀਟਰ ਦੀ ਦੌੜ ਲਾਉਣਾ ਹੁੰਦਾ। ਤਾਂ ਉਹਦੇ ਨਾਲ ਮੇਰਾ ਆਲ ਇਨ ਵਨ ਆ। ਉਹਦੇ ਵਿੱਚ ਮੈਂ ਆਪਣਾ ਮੈਡੀਟੇਸ਼ਨ ਟਾਈਪ ਬਾਣੀਆਂ ਵੀ ਸੁਣ ਲੈਂਦਾ, ਮੈਂ ਦੌੜ ਵੀ ਲੈਂਦਾ ਫਿਜ਼ੀਕਲੀ, ਮੇਰਾ ਕੁੱਤੇ ਨਾਲ ਵੀ ਟਾਈਮ ਸਪੈਂਡ ਹੋ ਜਾਂਦਾ ਆ। ਸੋ ਉਹ 3-in-1 ਮੇਰੇ ਕੋਲ ਇੱਕ ਟਾਈਮ ਦੇ ਵਿੱਚ ਹੋ ਜਾਂਦਾ। ਉਸ ਟਾਈਮ ਦੇ ਵਿੱਚ ਮੈਂ ਟੈਲੀਫੋਨ ਵਗੈਰਾ ਕਦੇ ਆਨਸਰ ਨਹੀਂ ਕਰਦਾ ਹੁੰਦਾ। ਮੇਰਾ ਆਪ ਦਾ 1 ਘੰਟਾ ਹੁੰਦਾ ਰਫਲੀ, ਔਰ ਉਹ ਕਾਫੀ ਮੇਰਾ ਹਾਈਲਾਈਟ ਹੁੰਦਾ ਵੀਕ ਦੇ ਵਿੱਚ, ਜਿੱਦਣ ਮੈਂ ਉਹ 2-3-4 ਦਿਨ ਜਿਹੜੇ ਹੁੰਦੇ ਆ ਮੈਂ ਉਹ ਕਰਦਾ। ਰਣਦੀਪ ਜੀ, ਤੁਹਾਡੇ ਬਚਪਨ ਤੋਂ ਹੀ ਸ਼ੁਰੂ ਕਰਨਾ ਚਾਹੁੰਦੀ ਹਾਂ, ਕਿਉਂਕਿ ਜਦੋਂ ਤੁਸੀਂ MP ਇਲੈਕਟ ਹੋ ਗਏ ਜਾਂ ਉਸ ਤੋਂ ਪਹਿਲਾਂ ਲੋਕ ਇੰਨਾ ਜ਼ਿਆਦਾ ਡੀਟੇਲ 'ਚ ਨਹੀਂ ਜਾਂਦੇ। ਇੰਨਾ ਜ਼ਰੂਰ ਹੁੰਦਾ ਕਿ ਬੰਦੇ ਦਾ ਪ੍ਰੈਜ਼ੈਂਟ ਜਿਹੜਾ ਪ੍ਰੋਫੈਸ਼ਨ ਕੀ ਹੈਗਾ, ਉਹ ਕੀ ਕਰ ਰਿਹਾ ਹੈਗਾ, ਉਹਦੀਆਂ ਰੀਸੈਂਟਲੀ ਜਿਹੜੀਆਂ ਐਕਟੀਵਿਟੀਜ਼ ਉਹ ਕੀ ਰਹੀਆਂ ਹੈਗੀਆਂ। ਤੁਸੀਂ ਇੱਥੋਂ ਦੇ ਹੀ ਬੋਰਨ ਹੋ ਜਾਂ ਪੰਜਾਬ ਦੇ? ਹਾਂਜੀ, ਇੱਥੇ ਮੈਂ ਬੋਰਨ ਹਾਂ। ਮੇਰੇ ਡੈਡੀ ਹੁਣੀ 1959 'ਚ ਆ ਗਏ ਸੀਗੇ, ਅਤੇ ਮੇਰੇ ਮੰਮੀ ਹੁਣੀ 1969 'ਚ ਆ ਗਏ ਸੀ। ਸੋ ਮੈਂ ਇੱਥੇ ਵੈਨਕੂਵਰ ਦਾ ਬੋਰਨ ਹੈ, ਵੈਨਕੂਵਰ ਜਨਰਲ ਹਸਪੀਟਲ। ਇਹ ਕਿਉਂ ਭੁਲੇਖਾ ਪੈਂਦਾ ਕਿ ਸ਼ਾਇਦ ਤੁਸੀਂ ਪੰਜਾਬ ਦੇ ਬੋਰਨ? ਮੇਰੀ ਪੰਜਾਬੀ ਕਰਕੇ ਮੈਂ ਪੰਜਾਬੀ ਦੇ ਵਿੱਚ ਬਹੁਤ ਆਪਣਾ ਫਕਰ ਸਮਝਦਾ ਕਿ ਮੈਂ ਪੰਜਾਬੀ ਚੰਗੀ ਬੋਲ ਲੈਂਦਾ। ਔਰ ਇਹ ਮੈਂ ਮੇਰੀ ਕਿੰਡਰਗਾਰਟਨ ਟੀਚਰ ਹੈ ਕਿ ਮੇਰੇ ਮਾਂ ਪਿਓ ਸਭ ਤੋਂ ਪਹਿਲੇ ਮੇਰੇ ਉਸਤਾਦ ਅਤੇ ਗੁਰੂ ਹੋਈ ਆ, ਜਿਹਨੇ ਮੈਨੂੰ ਕਿਹਾ ਕਿ ਪੰਜਾਬੀ ਸਿੱਖੋ। ਪਰ ਮੈਨੂੰ ਯਾਦ ਹੈ ਜੇ ਵੀ ਮੈਂ ਜਦੋਂ ਕਿੰਡਰਗਾਰਟਨ 'ਚ ਪਹਿਲੇ ਦਿਨ ਗਿਆ ਤਾਂ ਮੈਨੂੰ ਬਾਹਲੀ ਇੰਗਲਿਸ਼ ਨਹੀਂ ਸੀ ਆਉਂਦੀ, ਥੋੜ੍ਹੀ ਬਹੁਤ ਮਿਨੀਮਲ ਆਉਂਦੀ ਸੀ। ਈਵਨ ਤੋਂ ਮੇਰੇ ਮੰਮੀ ਡੈਡੀ ਦੋਨੇ ਬੋਲ ਲੈਂਦੇ ਸੀ ਪੰਜਾਬੀ, ਇੰਗਲਿਸ਼ ਸੌਰੀ ਬੋਲ ਲੈਂਦੇ ਸੀ, ਪਰ ਉਹਨੇ ਘਰ ਨਹੀਂ ਬੋਲੀ। ਉਹਨੇ ਇਹ ਕਿਹਾ ਕਿ ਤੂੰ ਪੰਜਾਬੀ ਸਿੱਖ। ਅਤੇ ਮੇਰੇ 3 ਕੁ ਦਿਨ ਬਾਅਦ ਮੇਰੇ ਟੀਚਰ ਦਾ ਮਿਸ ਕ੍ਰਾਫਰਡ, ਮੈਨੂੰ ਹਜੇ ਵੀ ਉਹਦਾ ਯਾਦ ਆ, ਉਹ ਫੋਨ ਕੀਤਾ ਮੇਰੇ ਪੇਰੈਂਟਸ ਨੂੰ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਤਾਂ ਉਹ ਮਿਲੀ। ਮੈਂ ਡਰ ਗਿਆ ਕਿ ਮੈਨੂੰ ESL 'ਚ ਨਹੀਂ ਪਾ ਦੇਣਾ, ਕਿ ਉਦੋਂ ਇਹੀ ਹੁੰਦਾ ਜੇ ਤੁਹਾਨੂੰ ਬਾਹਲੀ ਇੰਗਲਿਸ਼ ਨਹੀਂ ਆਉਂਦੀ ਤੁਹਾਨੂੰ ESL, ਤਾਂ ਉਹ ESL 'ਚ ਹੀ ਰਹਿੰਦਾ ਹੁੰਦਾ ਸੀ ਸਾਰੀ ਉਮਰ, ਤਕਰੀਬਨ 7ਵੀਂ 8ਵੀਂ ਤੱਕ ਉਹ ESL 'ਚ। ਅਤੇ ਮੈਨੂੰ ਡਰ ਪੈ ਗਿਆ। ਪਰ ਉਹ ਐਕਚੁਅਲੀ ਬੜੀ ਚੰਗੀ ਨਿਕਲੀ। ਉਦੋਂ ਉਹ ਕਹਿੰਦੀ ਮਿਸਟਰ ਮਿਸਿਸ ਰਾਏ ਮੇਰੇ ਪੇਰੈਂਟਸ ਨੂੰ, ਵੇ ਡੋਂਟ ਵਰੀ, ਕੋਈ ਮਾੜੀ ਗੱਲ ਨਹੀਂ, ਮੈਂ ਜਿਹੜੇ ਤੁਹਾਨੂੰ ਮਿਲਣ ਲੱਗੀ ਹਾਂ। ਵੇ ਮੈਂ ਨੋਟਿਸ ਕੀਤਾ ਇਹਦੀ ਪੰਜਾਬੀ ਬਹੁਤ ਚੰਗੀ ਹੈ ਔਰ ਇੰਗਲਿਸ਼ ਅਜੇ ਸਿੱਖ ਰਿਹਾ। ਵੇ ਇਹ ਮਲਟੀਕਲਚਰਲਿਜ਼ਮ ਨਵੀਂ ਪਾਲਿਸੀ ਉਦੋਂ ਨਿਕਲੀ ਸੀ, ਆਈ ਥਿੰਕ 78 ਦੇ ਵਿੱਚ, ਔਰ 80 ਦੀ ਗੱਲ ਆ। ਕਹਿੰਦੀ ਵੇ ਤੁਸੀਂ ਪੰਜਾਬੀ ਜਿਹੜੀ ਆ ਇਹ ਨਾ ਭੁਲਾਇਓ ਆਪਣੀ, ਤੁਸੀਂ ਆਪਣੀ ਇਹ ਘਰ ਦੇ ਵਿੱਚ ਇੱਦਾਂ ਹੀ ਬੋਲਣੀ, ਇਹਦਾ ਬਹੁਤ ਫਾਇਦਾ ਹੋਣਾ ਫਿਊਚਰ ਦੇ ਵਿੱਚ। ਅਤੇ ਉਹ ਕਹਿੰਦੇ ਕਿਵੇਂ? ਉਹ ਕਹਿੰਦੇ ਵੀ ਗਾਂ ਜੋਬਸ ਜਿਹੜੀਆਂ ਜਿੰਨੀਆਂ ਤੁਹਾਡੇ ਕੋਲ ਵੱਧ ਲੈਂਗੁਏਜ ਹੋਣਗੀਆਂ ਤੁਹਾਨੂੰ ਫਾਇਦਾ ਹੋਊਗਾ। ਔਰ ਸੈਕਿੰਡ, ਜੇ ਰਣਦੀਪ ਆਪਣਾ ਕਲਚਰ ਵੀ ਔਰ ਆਪਣੀ ਲੈਂਗੁਏਜ ਬੋਲਣੀ ਲਿਖਣੀ ਵੀ ਪੜ੍ਹਨੀ ਸਿੱਖ ਲਵੇ ਤਾਂ ਈਵਨ ਹੋਰ ਬੈਟਰ ਹੈ ਕਿ ਗਲੋਬਲ ਵਰਲਡ ਹੋਣਾ। ਤਾਂ ਜਿੰਨਾ ਆਪਾਂ ਜ਼ਿਆਦਾ ਡਿਫਰੈਂਟ ਲੈਂਗੁਏਜਸ ਕਲਚਰ ਨੂੰ ਪ੍ਰੀਜ਼ਰਵ ਕਰਦੇ, ਅੰਡਰਸਟੈਂਡ ਕਰਦੇ, ਇਹਦੇ ਲਈ ਫਾਇਦੇਮੰਦ ਹੋਣਾ। ਅਤੇ ਉਹ ਮੈਨੂੰ ਕਾਫੀ ਫਰਕ ਉਹਨਾਂ ਪਿਆ ਕਿ ਮਾਂ ਪਿਓ ਤਾਂ ਚਲੋ ਕਹਿੰਦੇ ਹੁੰਦੇ, ਜਦੋਂ ਤੁਹਾਡੀ ਗੋਰੀ ਟੀਚਰ ਕਹਿੰਦੀ ਆ ਕਿ ਤੁਸੀਂ ਪੰਜਾਬੀ ਬੋਲੋ ਅਤੇ ਪੰਜਾਬੀ ਸਿੱਖੋ, ਉਹ ਕਹਿੰਦੀ ਇੰਗਲਿਸ਼ ਦਾ ਨਾ ਫਿਕਰ ਕਰੋ, ਮੈਂ ਇਹਨੂੰ 3 ਮਹੀਨਿਆਂ 'ਚ ਇੰਗਲਿਸ਼ ਇੰਨੀ ਬੋਲਣੀ ਤੁਹਾਡੇ ਕੋਲ ਚੁੱਪ ਨਹੀਂ ਕਰਾ ਹੋਣਾ, ਵੀ ਉਹ ਮੇਰੀ ਜ਼ਿੰਮੇਵਾਰੀ ਹੈ, ਪਰ ਤੁਸੀਂ ਘਰੋਂ ਉਹ ਰੱਖਣਾ। ਸੋ ਮੈਂ ਉਹ ਮਨ ਦੇ ਵਿੱਚ ਹੀ ਰਹੀ। ਸੋ ਬੋਲਣੀ ਤਾਂ ਘਰਦਿਆਂ ਨਾਲ ਆਲਵੇਜ਼ ਪੰਜਾਬੀ। ਮੈਂ ਗੁਰਦੁਆਰੇ ਵੀ ਅਕਾਲੀ ਸਿੰਘ ਉਦੋਂ ਅਸੀਂ ਜਾਂਦੇ ਹੁੰਦੇ ਸੀਗੇ, ਸੋ ਮੇਰਾ ਉੱਥੇ ਵੀ ਰਾਗੀ ਕਈ ਵਾਰੀ ਬਹਿਸ ਪੈਂਦੇ ਸੀ ਕਿ ਵੀ ਤੂੰ ਨਹੀਂ, ਮੈਂ ਜੇ ਕਹਿਣਾ ਮੈਂ ਕੈਨੇਡਾ ਦਾ ਜੰਪ ਲਿਆ, ਉਹ ਕਹਿੰਦੇ ਤੂੰ ਜੰਪ ਵਾਲ ਜਿਹੜਾ ਕਹਿੰਦਾ ਤੂੰ ਹੋ ਨਹੀਂ ਸਕਦਾ ਕੈਨੇਡਾ ਦਾ, ਤੂੰ ਕਦੋਂ ਆਇਆ? ਮੇਰੇ ਡੈਡੀ ਉਹਨਾਂ ਨੂੰ ਜਾ ਕੇ ਪੁੱਛਣਾ। ਸੋ ਮੈਨੂੰ ਉਹਨਾਂ ਚਿਰ ਹੋਰ ਵੀ ਹੌਸਲਾ ਹੋ ਜਾਣਾ ਕਿ ਮੇਰੀ ਪੰਜਾਬੀ ਠੀਕ ਹੈ। ਪਰ ਫਿਰ ਮੈਂ 7ਵੀਂ 'ਚ ਜਾ ਕੇ ਫਿਰ ਮੈਂ ਕਿਹਾ ਮੈਂ ਪੜ੍ਹਨੀ ਲਿਖਣੀ ਜ਼ਰੂਰ ਸਿੱਖਣੀ ਆ। ਉਦੋਂ ਮੈਂ ਪੜ੍ਹਨੀ ਲਿਖਣੀ ਨਹੀਂ ਸੀ ਸਿੱਖੀ। ਫਿਰ ਮੈਂ 7ਵੀਂ 'ਚ ਉਦੋਂ ਉਹ ਮੈਂ ਖਾਲਸਾ ਦੀਵਾਨ ਪੜ੍ਹ ਲਿਖ ਲੈਂਦੇ? ਹਾਂ, ਪੜ੍ਹ ਲਿਖ ਲੈਂਦੇ। ਫਿਰ ਉਹ ਮੈਂ 7ਵੀਂ ਜਾ ਕੇ ਸਿੱਖੀ ਸੀਗੀ। ਰॉ ਸਟਰੀਟ ਮਿਨਿਸਟਰ ਸੱਜਣ ਉਹਨਾਂ ਦੇ ਫਾਦਰ ਹੋਣੀ ਉਦੋਂ ਕੁੰਦਰ ਸਿੰਘ ਹੁਣੀ ਪ੍ਰਧਾਨ ਹੁੰਦੇ ਸੀ ਗੁਰੂ ਘਰ ਦੇ, ਔਰ ਪ੍ਰਿੰਸੀਪਲ ਸਕੂਲ ਦੇ ਬੜੇ ਵਧੀਆ ਹੁੰਦੇ ਸੀ। ਉਹਨੇ ਬਹੁਤ ਸੋਹਣਾ ਸਕੂਲ ਚਲਾਇਆ ਸੀ। ਉਹ ਮੈਂ 8 ਕੁ ਮਹੀਨਿਆਂ ਦੇ ਵਿੱਚ ਹੀ ਪੰਜਾਬੀ ਲਿਖਣੀ ਪੜ੍ਹਨੀ ਸਿੱਖ ਲਈ ਸੀ। ਕਦੇ ਐਂਬੈਰਸਮੈਂਟ ਹੋਈ ਆ ਤੁਹਾਡੇ ਆਪਣੇ ਇੰਨੀ ਵਧੀਆ ਪੰਜਾਬੀ ਬੋਲਣ ਕਰਕੇ, ਜਾਂ ਆਪਣੀ ਜਿਹੜੀ
ਬੈਕਗਰਾਉਂਡ ਕਰਕੇ ਜਿਹੋ ਜਿਹਾ ਤੁਹਾਡਾ ਆਲਾ ਦੁਆਲਾ ਹੈ, ਕਦੇ ਇਸ ਤਰ੍ਹਾਂ ਦੀ ਚੀਜ਼ ਹੋਈ ਹੋਵੇ? ਕਿਉਂਕਿ ਮੈਂ ਰੇਸਿਜ਼ਮ ਦੀਆਂ ਗੱਲਾਂ ਤਾਂ ਬਹੁਤ ਸੁਣੀਆਂ ਹੈਗੀਆਂ, ਹਾਂਜੀ ਉਹਦੇ ਬਾਰੇ ਬਹੁਤ ਖੁੱਲ੍ਹ ਕੇ ਗੱਲ ਕਰਕੇ ਜਾਂਦੇ ਆ ਸਾਰੇ ਜਣੇ ਆ ਕੇ, ਪਰ ਕਈ ਵਾਰ ਅੰਦਰੋਂ ਵੀ ਹੁੰਦਾ ਕਿ ਬੰਦੇ ਦੇ ਮਨ 'ਚ ਹੁੰਦਾ ਕਿ ਵੀ ਜੇ ਮੈਂ ਇਹ ਨਾ ਕਰਦਾ ਤਾਂ ਸ਼ਾਇਦ ਮੈਂ ਬਿਹਤਰ ਹੁੰਦਾ, ਮੈਂ ਜ਼ਿਆਦਾ ਮਰਜ ਹੋ ਜਾਂਦਾ ਸਾਰਿਆਂ ਦੇ ਨਾਲ, ਮੇਰੀ ਜਿਹੜੀ ਕੋਆਪਰੇਸ਼ਨ ਕੋਆਰਡੀਨੇਸ਼ਨ ਮੈਨੂੰ ਜ਼ਿਆਦਾ ਮਿਲਦਾ। ਕਦੇ ਹੁੰਦਾ ਇੱਦਾਂ? ਦੇਖੋ ਹੁੰਦਾ, ਪਰ ਮੇਰੇ ਹਿਸਾਬ ਦੇ ਨਾਲ ਮੈਂ ਆਲਵੇਜ਼ ਫਾਇਦੇਮੰਦ ਦੇਖਿਆ। ਮੈਂ ਜਦੋਂ ਮੈਂ ਲੈਂਗੁਏਜਿਸ ਦੀ ਗੱਲ ਦੇਖੀ ਹੈ ਕਿ ਜੇ ਮੈਂ ਚਾਹੇ ਲਾਅ ਪ੍ਰੈਕਟਿਸ ਕੀਤਾ ਅਤੇ ਪੰਜਾਬੀ ਬੋਲਣ ਕਾਰਨ ਮੈਨੂੰ ਬੈਟਰ ਸੀਗਾ, ਮੇਰੇ ਕਲਾਇੰਟਾਂ ਨੂੰ ਡੀਲ ਕਰਨਾ ਮੇਰੇ ਨਾਲ ਸਿਖਾਲਾ, ਮੇਰਾ ਜਿਹੜਾ ਗਹਿਰਾ ਇੰਗਲਿਸ਼ ਦਾ ਤਾਂ ਮੇਰੇ ਕੋਲ ਹੈਗਾ ਹੀ ਆ, ਸੋ ਪੰਜਾਬੀ ਦੇ ਨਾਲ ਮੇਰੇ ਕਸਟਮਰ ਬੇਸ ਵੱਧ ਸਕਦੇ ਆ। ਜਦੋਂ ਮੈਂ ਕੋਰਟ 'ਚ ਜਾਂਦਾ ਅਤੇ ਆਪਣੇ ਕਲਾਇੰਟ ਦੇ ਨਾਲ ਤੁਸੀਂ ਖੁੱਲ੍ਹ ਕੇ ਪੰਜਾਬੀ 'ਚ ਉਹ ਗੱਲ ਕਰ ਸਕਦੇ, ਨਹੀਂ ਤਾਂ ਉਹ ਵੀ ਫਸਦੇ ਲੱਭਦੇ ਹੁੰਦੇ ਆ ਕਈ ਵਾਰੀ ਲਫ਼ਜ਼ ਕਿਹਦੇ ਨਾਲ ਉਹ ਨਹੀਂ ਗੱਲ ਕਰਨੀ, ਤਾਂ ਉਹਨਾਂ ਦੀ ਪੂਰੀ ਸਪਸ਼ਟੀ ਨਹੀਂ ਹੁੰਦੀ ਕਈ ਵਾਰੀ ਉੱਥੇ ਐਜ਼ ਅ ਲੋਇਰ ਤੁਸੀਂ ਕਰ ਨਹੀਂ ਸਕਦੇ। ਜਿੱਥੇ ਮੈਂ ਦੇਖਿਆ ਈਵਨ ਮੇਰੇ ਐਗਜ਼ਾਮਪਲ ਮੈਂ ਆਲਵੇਜ਼ ਦਿੰਦਾ ਹੁੰਦਾ, ਮੇਰਾ ਬ੍ਰਦਰ ਇਨ ਲਾ ਆ, ਉਹ ਵੀ ਮੇਰੇ ਅੰਗ ਪੰਜਾਬੀ ਬਹੁਤ ਸੋਹਣੀ ਬੋਲ ਲੈਂਦਾ, ਇੱਥੇ ਦਾ ਬੋਰਨ ਐਂਡ ਰੇਜ਼ਡ ਆ। ਤਾਂ ਮੇਰਾ ਇੱਕ ਨੈਫਿਊ ਆ, ਉਹ ਸੇਮ ਏਜ ਦਾ, ਉਹ ਨਹੀਂ ਸਿੱਖੀ ਬਿਲਕੁਲ, ਔਰ ਦੋਨੇ ਪੁਲਿਸ ਦੇ ਵਿੱਚ ਭਰਤੀ ਲਈ ਤਿਆਰ ਹੋਏ, ਤਾਂ ਉਹਨੂੰ ਐਕਚੁਅਲੀ ਜਿਹਨੂੰ ਨਹੀਂ ਸੀ ਪੰਜਾਬੀ ਆਉਂਦੀ ਉਹਨੂੰ ਪੁਲਿਸ ਵਾਲੇ ਨੇ ਹਾਇਰ ਨਹੀਂ ਕੀਤਾ ਵੀ ਤੇਰੇ ਕੋਲ ਇੱਕੋ ਹੀ ਲੈਂਗੁਏਜ ਆਉਂਦੀ ਆ। ਤਾਂ ਜਿਹੜਾ ਪੰਜਾਬੀ ਬਹੁਤ ਸੋਹਣੀ ਬੋਲਦਾ ਉਹਨੂੰ ਈਵਨ ਦੋ ਹੋਰ ਪਾਸੋਂ ਸ਼ਾਇਦ ਉਹ ਵੀਕ ਵੀ ਹੁੰਦਾ, ਪਰ ਉਹ ਨਹੀਂ ਕਿਹਾ ਕਿ ਨਹੀਂ ਆਹ ਸਾਨੂੰ ਚਾਹੀਦਾ, ਕਿਉਂਕਿ ਦੋ ਲੈਂਗੁਏਜ ਬੋਲਦਾ, ਇੱਕ ਕਮਿਊਨਿਟੀ 'ਚ ਇੰਟਰਗ੍ਰੇਟ ਔਰ ਵਸ ਔਰ ਇਨਫੋਰਮੇਸ਼ਨ ਬੈਟਰ ਲੈ ਸਕਦਾ, ਉਹਨਾਂ ਨੂੰ ਟਰਸਟ ਬੈਟਰ ਕਰ ਸਕਦਾ। ਸੋ ਮੈਂ ਕਦੇ ਮਹਿਸੂਸ ਨਹੀਂ ਕੀਤਾ, ਕਿਉਂਕਿ ਆਈ ਥਿੰਕ ਮੇਰੇ ਵਾਸਤੇ ਪਰਸਨਲੀ ਆਲਵੇਜ਼ ਐਸੈਟ ਹੀ ਰਿਹਾ। ਈਵਨ ਮੇਰੀ ਆਈਡੈਂਟਿਟੀ, ਦਸਤਾਰ ਵਗੈਰਾ, ਲੋਕ ਮੇਰੀ ਯਾਦਦਾਸ਼ਤ ਭੁੱਲ ਜਾਂਦੀ ਜਦੋਂ ਮੈਂ ਕੋਈ ਫੇਸ ਦੇਖਦਾ, ਪਰ ਲੋਕਾਂ ਨੂੰ ਮੇਰਾ ਨਹੀਂ ਭੁੱਲਦਾ, ਉਹਨਾਂ ਨੂੰ ਆਲਵੇਜ਼ ਚੇਤਾ ਰਹਿ ਜਾਂਦਾ ਮੈਂ ਇੱਕ ਬੰਦਾ ਵੀ ਚਿੱਟੀ ਦਸਤਾਰ ਆ, ਸੋ ਉਹਨਾਂ ਨੂੰ ਪਤਾ ਕਿ ਉਹ ਵਾਈਟਰ ਬਣਾ, ਇਹ ਰਣਦੀਪ ਸਰਾਏ ਆ, ਇਹ ਲੋਇਰ ਆ, ਉਹ ਆਈਡੈਂਟੀਫਾਈ ਬਹੁਤ ਈਜ਼ੀ ਹੋ ਜਾਂਦਾ। ਸੋ ਮੈਨੂੰ ਕਦੇ ਇਹ ਫੀਲ ਨਹੀਂ ਹੋਇਆ, ਪਰ ਵੈਸੇ ਜੇ ਮੈਂ ਕਹਾਂ ਕਿ ਹੈ ਨਹੀਂ ਗਾ ਇਹ ਗਲਾਸ ਸੀਲਿੰਗ ਜਾਂ ਇਹ ਝੂਠੀ ਹੈ, ਹੈਗੀ ਆ, ਬਹੁਤ ਲੋਕਾਂ ਨੂੰ ਬੜੇ ਚੈਲੰਜਸ ਆਉਂਦੇ ਆ, ਪਰ ਸਾਡੀ ਅਪਬ੍ਰਿੰਗਿੰਗ ਹੀ ਇੱਦਾਂ ਸੀ ਕਿ ਮੇਰੇ ਫਾਦਰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਲਵੇਜ਼, ਉਹਨਾਂ ਦੇ ਦੋਸਤ ਵੀ ਜਿਹੜੇ ਸੀਗੇ ਉਹ ਮਦਰਾਸੀ ਸੀਗੇ, ਸਾਊਥ ਇੰਡੀਆ ਤੋਂ ਸੀਗੇ ਪ੍ਰੋਫੈਸਰ, ਉਹਨੇ ਮੈਨੂੰ ਇਹੀ ਸਿਖਾਇਆ ਸੀਗਾ ਕਿ ਯੂ ਹੈਵ ਟੂ ਬੀ 20% better than everyone else to get the same job. So never under work, always over deliver. So ਉਹ ਮੇਰਾ ਦਿਮਾਗ 'ਚ ਹੀ ਆਲਵੇਜ਼ ਉਹ ਪ੍ਰੋਗਰਾਮਿੰਗ ਹੋਈ ਹੈ ਕਿ ਸਾਨੂੰ ਵੱਧ ਕਰਨਾ ਪੈਣਾ to get the same. ਔਰ ਮੈਂ ਉਹਨੂੰ ਕਦੇ ਇੱਦਾਂ ਨਹੀਂ ਸਮਝਿਆ ਕੋਈ ਮਾੜਾ, ਮੇਰਾ ਇੱਕ ਹਿੱਸਾ ਹੀ ਬਣ ਗਿਆ ਸੀ ਕਿ ਮੈਨੂੰ ਆਲਵੇਜ਼ ਆਊਟਸ਼ਾਈਨ ਥੋੜ੍ਹਾ ਜਿਹਾ ਕਰਨਾ ਪੈਣਾ, ਤਾਂ ਮੈਨੂੰ ਸੇਮ ਬਰਾਬਰ ਦੀ ਪੋਜੀਸ਼ਨ ਮਿਲਣੀ ਆ। ਐਂਡ ਆਈ ਥਿੰਕ ਉਹ ਚਾਹੇ ਨਫ਼ਰਤ ਫਿਰ ਮੁੱਕ ਵੀ ਗਈ ਆ ਕਾਫੀ, ਜਾਂ ਮੱਧਮ ਹੋ ਗਈ, ਜਾਂ ਕਾਫੀ ਗਲਾਸ ਸੀਲਿੰਗਾਂ ਟੁੱਟ ਗਈਆਂ, ਉਹ ਇੱਕ ਸਟ੍ਰੈਟਜੀ ਬਹੁਤ ਵਧੀਆ ਰਹੀ ਹੈ ਕਿ ਤੁਸੀਂ ਆਲਵੇਜ਼ ਫਿਰ ਅਚੀਵ ਹਾਇਰ ਕਰਦੇ, ਤੁਸੀਂ ਪੁਸ਼ ਫਰਦਰ ਕਰਦੇ, ਕਿ ਤੁਸੀਂ ਕੰਪਲੇਨਰ ਨਹੀਂ ਬਣਦੇ ਕਿ ਮੇਰਾ ਆ ਹੋਇਆ ਨਹੀਂ ਤਾਂ ਮੈਨੂੰ ਕਿਉਂ ਨਹੀਂ ਹੋਇਆ, ਤੁਸੀਂ ਇਹ ਕਰਦੇ ਹੋ ਕਿ ਮੈਨੂੰ ਥੋੜ੍ਹਾ ਹੋਰ ਟਰਾਈ ਕਰਨਾ ਪੈਣਾ ਬੈਟਰ। ਐਂਡ ਆਈ ਥਿੰਕ ਆਈ ਬੀਨ ਲੱਕੀ ਕਿ ਉਹ ਸਕਸੈਸਫੁਲ ਰਹੀ ਸਟ੍ਰੈਟਜੀ ਜਿਹੜੀ। ਬਟ ਇਟਸ ਨਾਟ ਫੇਅਰ, ਮੈਂ ਵੀ ਨਾਲ ਕਹਿਣਾ ਚਾਹੁੰਦਾ ਕਿ ਕੋਈ ਬੱਚਾ ਜਿਹੜਾ ਅੱਜ ਕੱਲ੍ਹ ਬੋਰਨ ਐਂਡ ਰੇਜ਼ਡ ਜਾਂ ਸੈਟਲ ਹੁੰਦਾ ਸ਼ੁੱਡ ਨਾਟ ਹੈਵ ਟੂ ਡੂ 20% ਮੋਰ ਟੂ ਗੈਟ ਦ ਸੇਮ। ਮੈਂ ਇਹ ਗੱਲ ਸਹਿਮਤ ਨਹੀਂ ਹੈਗਾ ਕਿ ਉਹਨਾਂ ਨੂੰ, ਪਰ ਇਹ ਆਪਣੇ ਆਪ ਦਾ ਕੈਰੈਕਟਰ ਬਿਲਡਿੰਗ ਦਾ 20% ਮੋਰ ਕਰਨਾ, ਵਾਟ ਡਜ਼ ਦੈਟ ਮੀਨ ਕਿ ਤੁਹਾਨੂੰ ਕੀ ਕਰਨਾ ਪੈਣਾ ਸੀ? ਦੇਖੋ, ਇਹ ਜੇ ਫੋਰ ਐਗਜ਼ਾਮਪਲ ਸੇਲਸ ਆ ਤੁਹਾਡੀ, ਜੇ ਤੁਸੀਂ 1 ਲੱਖ ਦੀ ਸੇਲ ਕੀਤੀ ਹੈ ਕਿਤੇ, ਤਾਂ ਤੁਹਾਨੂੰ ਦੂਸਰੇ ਫੈਲੋ ਇੰਪਲੋਈ ਨੇ ਕੀਤੀ ਆ, ਪਹਿਲਾਂ ਇਹੀ ਹੁੰਦਾ ਸੀਗਾ ਕਿ ਜਿਹੜਾ ਮੋਰ ਇੰਟਰਗ੍ਰੇਟਿਡ ਆ, ਮੋਰ ਵੈਸਟਰਨ ਲੁਕਿੰਗ ਆ, ਉਹਨੂੰ ਪ੍ਰਮੋਸ਼ਨ ਨੈਕਸਟ ਲੈਵਲ ਦੀ ਮਿਲ ਜਾਣੀ ਆ। ਸੋ ਤੁਹਾਨੂੰ 1,20,000 ਦੀ, ਮੈਂ ਬਹੁਤ ਸਿੰਪਲਿਸਟਿਕ ਟਰਮਸ ਨਾਲ ਕਹਿ ਰਿਹਾ ਕਿ ਤੁਹਾਨੂੰ ਸੇਲਸ ਦੇ ਵਿੱਚ ਫੋਰ ਐਗਜ਼ਾਮਪਲ ਜੇ ਤੁਸੀਂ ਸੇਲ 'ਚ ਆ, ਜੇ ਤੁਸੀਂ ਲਾਅ 'ਚ ਆ, ਤੁਹਾਡੇ ਮਾਰਕਸ ਜਿਹੜੇ ਆ, ਜੇ ਤੁਹਾਡੇ ਬਾਕੀਆਂ ਕੋਲ 3.0 ਆ GPA ਆ, ਤੁਹਾਨੂੰ 3.3 3.6 ਜਾਂ 3.5, ਜੇ ਮਤਲਬ ਤੁਹਾਨੂੰ ਹਾਇਰ GPA ਲੈ ਕੇ ਸੇਮ ਤੁਹਾਨੂੰ ਕਰਨੀ ਪਵੇ। ਐਡਮਿਸ਼ਨ 'ਚ ਨਹੀਂ ਹੈਗਾ ਕਿ ਐਡਮਿਸ਼ਨ ਤਾਂ ਬਲਾਈਂਡ ਹੁੰਦੇ ਆ, ਪਰ ਜਦੋਂ ਤੁਸੀਂ ਆਰਟੀਕਲਿੰਗ ਲੱਭਣੀ ਆ, ਜਦੋਂ ਤੁਸੀਂ ਲਾਅ ਦੀ ਜੋਬ ਟੋਲਣੀ ਆ, ਉਦੋਂ ਇਹ ਫੈਕਟਰ ਹੁੰਦੇ ਆ। ਜਦੋਂ ਇਸ ਚੀਜ਼ ਦਾ ਪ੍ਰੈਸ਼ਰ ਨਹੀਂ ਸੀ ਲੱਗਦਾ? ਲੱਗਦਾ ਸੀ, ਪਰ ਆਈ ਥਿੰਕ ਮੈਂ ਕਦੇ ਇਹਨੂੰ ਸੈਕਿੰਡ ਗੈਸ ਹੀ ਨਹੀਂ ਕੀਤਾ। ਜਿੱਦਾਂ ਉਹ ਕਹਿ ਦਿੰਦੇ ਕਿ ਤੁਹਾਡਾ ਹਿੱਸਾ ਹੀ ਇੱਕ ਬਣ ਜਾਂਦਾ, ਕਿ ਐਕਸਪੈਕਟਡ ਹੀ ਸੀਗਾ ਕਿ ਮੈਨੂੰ ਆਲਵੇਜ਼ ਇਹ ਚੀਜ਼ ਕਰਨੀ ਪੈਣੀ ਆ, ਔਰ ਉਹਦੇ ਨਾਲ ਦਿਮਾਗ ਵੀ ਤੁਹਾਡਾ ਹੋਰ ਰਾਹ ਖੋਲ੍ਹ ਦਿੰਦਾ। ਫੋਰ ਐਗਜ਼ਾਮਪਲ ਮੈਂ ਕਦੇ ਇਹ ਨਹੀਂ ਸੋਚਿਆ ਸੀ ਜਦੋਂ ਮੈਂ 16 ਹੋਣਾ ਕਿ ਮੈਂ ਮੈਕਡੋਨਲਡਸ 'ਤੇ ਕੰਮ ਕਰਨਾ ਜਾਂ ਹੋਰ ਕਿਤੇ, ਕਿ ਮੈਨੂੰ ਪਤਾ ਸੀ ਉਹ ਨਹੀਂ ਪ੍ਰੋਬਬਲੀ ਮੇਰੇ ਸ਼ਕਲ ਕਰਕੇ ਜਾਂ ਦਸਤਾਰ ਕਰਕੇ ਉਹ ਨਹੀਂ ਹਾਇਰ ਨਹੀਂ ਕਰਨਾ, ਕਿਉਂਕਿ ਜਦੋਂ ਅਸੀਂ ਮੈਕਡੋਨਲਡ ਜਾਂਦੇ ਸੀ ਸਾਡੇ ਵਰਗਾ ਕੋਈ ਹੁੰਦਾ ਨਹੀਂ ਸੀ ਕਾਊਂਟਰ ਦੇ ਪਿਛਲੇ
ਪਾਸੇ ਸੋ ਮੈਨੂੰ ਆਪ ਕ੍ਰੀਏਟ ਕਰਨੀ ਲਈ ਜੌਬ ਲਈ ਜ਼ਿਆਦਾ ਹੀ ਹੋ ਗਈ ਕਿ ਆਈ ਐਮ ਨਾਟ ਗੋਇੰ ਟੂ ਗੈਟ ਦੈਟ ਕਿ ਮੈਨੂੰ ਕੋਈ ਕਲੀਨ ਅਪ ਦਾ ਪਿੱਛੇ ਹੀ ਮਿਲਣਾ ਔਰ ਜਦੋਂ ਸੋ ਸਮਰ ਤੁਸੀਂ ਬਲੌਕੇजेस ਆਪਣੇ ਮਾਈਂਡ 'ਚ ਆਪ ਹੀ ਬਣਾਉਣੇ ਆਪ ਸ਼ੁਰੂ ਹੀ ਕਰ ਬਣਾਉਣੇ ਸ਼ੁਰੂ ਕਰਕੇ ਵੀ ਮੈਂ ਇਹ ਤੋਂ ਬੈਟਰ ਕੀ ਕਰਨਾ ਸੋ ਮੇਰਾ ਟੈਲੈਂਟ ਆਇਆ ਮੈਂ ਉਦੋਂ ਡਰਾਫਟਿੰਗ ਤੇ ਆਰਕੀਟੈਕਚਰ ਲਾਈਕ ਕਰਦਾ ਸੀ ਮੇਰਾ ਆਟੋਮੈਟਿਕਲੀ ਚੂਨ ਜਿਹੀ ਪੈ ਗਈ ਕਿ ਵਾਈ ਡੋਂਟ ਆਈ ਗੋ ਇਨ ਟੂ ਦੈਟ ਸਾਈਡ ਪਰ ਤੁਹਾਨੂੰ ਕਦੇ ਇਹ ਲੱਗਾ ਕਿ ਵੀ ਓਪਰਚੁਨਿਟੀਜ਼ ਤੁਹਾਡੇ ਲਈ ਘੱਟ ਆ ਤੁਹਾਨੂੰ ਓਪਰਚੁਨਿਟੀਜ਼ ਜ਼ਿਆਦਾ ਕ੍ਰੀਏਟ ਕਰਨੀਆਂ ਪੈਣੀਆਂ ਹਾਂਜੀ ਇਹ ਜ਼ਰੂਰ ਆਲਵੇਜ਼ ਕਿ ਜੇ ਆਪਰਚੁਨਿਟੀਜ਼ ਬਲੌਕੇਜ ਆਪ ਕ੍ਰੀਏਟ ਕਰੋ ਸੋ ਮੈਂ ਕਦੇ ਬਲੌਕੇਜ ਨੂੰ ਬੰਨ ਕੇ ਬੈਠ ਨਹੀਂ ਗਿਆ ਵੀ ਓਕੇ ਆ ਬਲੌਕੇਜ ਹੈ ਕਿ ਮੈਂ ਹੁਣ ਸਕਸੀਡ ਨਹੀਂ ਹੋ ਸਕਦਾ ਤਾਂ ਮੈਂ ਉਹਦਾ ਕੰਪਲੇਨ ਕਰੀ ਜਾਵਾਂ ਮੈਂ ਉਹਦਾ ਆਲਟਰਨੇਟ ਰੂਟ ਆਲਵੇਜ਼ ਟੋਲਦਾ ਸੀ ਕਿ ਪਰ ਹੈ ਸੀਗੀ ਉਹ ਚੈਲੰਜ ਜਿਹੜੀ ਤੁਹਾਨੂੰ ਲੱਗਦਾ ਸੀਗਾ ਵੀ ਇਹ ਪੋਸੀਬਿਲਿਟੀ ਹੈਗੀ ਆ ਕਿ ਜੇ ਮੈਂ ਮੈਕਡੋਨਲਡ ਜਾਣਾ ਮੈਨੂੰ ਜੌਬ ਨਹੀਂ ਮਿਲਣੀ ਮੈਨੂੰ ਇਸ ਸਪੈਸੀਫਿਕ ਥਾਂ ਤੇ ਜੇ ਮੈਂ ਚਾਹਾਂ ਮੈਨੂੰ ਮਿਲਣੀ ਨਹੀਂ ਮੈਨੂੰ ਕੁਝ ਹੋਰ ਕ੍ਰੀਏਟ ਕਰਨਾ ਉਹ ਰਿਐਲਿਟੀ ਸੀ ਰਿਐਲਿਟੀ ਸੀ ਬਿਲਕੁਲ ਇਹ ਹੁਣ ਜੇ ਆਪਾਂ ਅੱਜ ਦੇਖਦੇ ਆਪਾਂ ਰੀਟੇਲ ਸਟੋਰਾਂ 'ਚ ਜਾਂਦੇ ਆ ਤੇ ਚਾਹੇ ਟਵਾਸਨ ਮਿਲ ਚੱਲ ਜਾਓ ਮੈਟਰੋ ਟਾਊਨ ਚੱਲ ਜਾਓ ਕਿਤੇ ਆ ਵੀ ਤੇ ਸਾਡੀ ਆਪਣੀਆਂ ਲੜਕੀਆਂ ਲੜਕੇ ਦਸਤਾਰਾਂ ਵਾਲੇ ਇੰਡੀਅਨ ਐਕਸੈਂਟ ਵਾਲੇ ਕੰਮ ਕਰਦੇ ਆ ਇਹ ਚੀਜ਼ 20 ਸਾਲ 25 ਸਾਲ ਪਹਿਲਾਂ ਨਹੀਂ ਸੀ ਜੇ ਤੁਸੀਂ ਦੇਖੋ ਕਿ ਈਵਨ ਬੈਂਕ ਦੇ ਵਿੱਚ ਬਹੁਤ ਵੱਡੀ ਸਟਰਗਲ ਕਰਕੇ ਮੈਂ ਦੇਖੇ ਸੀ ਮੇਰੇ ਖਿਆਲ ਜਿਹੜੇ ਪਹਿਲੇ ਜੋਤ ਸਿੰਘ ਧਾਲੀਵਾਲ ਹੁਣੀ ਜੋ ਵੈਨ ਸਿਟੀ 'ਚ ਬਣੇ ਸੀਗੇ ਔਰ ਬਹੁਤ ਵੱਡੀ ਗੱਲ ਸੀ ਕਿ ਇੱਕ ਬੈਂਕ ਦਾ ਮੈਨੇਜਰ ਹੋ ਗਿਆ ਦਸਤਾਰਧਾਰੀ ਸਿੱਖ ਜਾਂ ਪੰਜਾਬੀ ਕੁੜੀ ਵੀ ਟੈਲਰ ਬਣਨੀ ਬਹੁਤ ਵੱਡੀ ਗੱਲ ਬਣੀ ਜਾਂਦੀ ਸੀ ਦੱਸਦੇ ਸੀ ਫਕਰ ਨਾ ਵੇ ਫਲਾਨਾ ਬੈਂਕ ਆਫ ਮੌਂਟਰੀਆਲ ਜਾਂ ਫਲਾਣੇ ਥਾਂ ਆਪਣੀ ਕੁੜੀ ਹੁਣ ਟੈਲਰ ਬਣੀ ਹੈ ਨਾ ਸੋ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਉਦੋਂ ਨਹੀਂ ਸੀ ਕਸਟਮਰ ਸਰਵਿਸ ਜਿੱਥੇ ਹੁੰਦਾ ਸੀਗਾ ਉੱਥੇ ਸਾਡੇ ਕਮਿਊਨਿਟੀ ਦੇ ਖਾਸ ਕਰਕੇ ਜੇ ਤੁਸੀਂ ਜ਼ਿਆਦਾ ਵਿਜ਼ੀਬਲ ਆ ਆਬਵੀਅਸਲੀ ਸਕਿਨ ਕਲਰ ਦੇ ਨਾਲ ਤੁਸੀਂ ਵਿਜ਼ੀਬਲ ਨੈਚੁਰਲ ਹੋ ਜਾਂਦੇ ਜੇ ਤੁਹਾਡੀ ਸ਼ਕਲ ਕਿਉਂਕਿ ਤੁਸੀਂ ਕੇਸਧਾਰੀਆਂ ਜਾਂ ਤੁਸੀਂ ਡਿਫਰੈਂਟ ਡਰੈਸ ਕੋਡ ਕਰਦੇ ਆ ਉਹਨਾਂ ਨੂੰ ਮੁਸਲਿਮ ਭਾਈਚਾਰਿਆਂ ਦੇ ਵਿੱਚ ਸੇਮ ਟਾਈਪ ਆਫ ਡਿਸਕ੍ਰਿਮੀਨੇਸ਼ਨ ਆਉਂਦੀ ਵੂਮਨ ਦੇ ਅਗੇਂਸਟ ਇਹ ਹੁੰਦੇ ਸੀ ਚੈਲੰਜ ਬੈਰੀਅਰ ਹੁੰਦੇ ਸੀ ਅਨਰਿਟਨ ਰੂਲ ਹੁੰਦੇ ਸੀਗੇ ਕਿ ਤੁਹਾਨੂੰ ਆਹ ਚੀਜ਼ਾਂ ਦਾ ਨਾ ਤੁਸੀਂ ਨਾ ਟਰਾਈ ਕਰੋ ਤੇ ਨਾ ਤੁਹਾਡੇ ਲਈ ਇਹ ਮਿਲਣੀਆਂ ਰਣਦੀਪ ਜੀ ਕੁਝ ਗੱਲਾਂ ਤੁਹਾਡੇ ਕੋਲੋਂ ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੀ ਹਾਂ ਹੁਣ ਸਾਰੇ ਲੋਕ ਜਾਣਦੇ ਨੇ ਦੁਨੀਆ ਜਾਣਦੀ ਹੈ ਕਿ ਤੁਸੀਂ MP ਹੈਗੇ ਹੋ ਕਈ ਕਮੇਟੀਜ਼ ਆ ਜਿਨ੍ਹਾਂ ਦੇ ਤੁਸੀਂ ਮੈਂਬਰ ਹੋ ਆਪਣੀ ਕੌਂਸਟੀਚੁਐਂਟਸ ਦੇ ਲਈ ਤੁਸੀਂ ਕੰਮ ਕਰਦੇ ਹੋ ਪਰ ਜਦੋਂ ਵੀ ਕੋਈ ਵਿਅਕਤੀ ਇਹੋ ਜਿਹੀ ਪੋਜੀਸ਼ਨ 'ਤੇ ਪਹੁੰਚਦਾ ਹੈ ਇਹ ਬੜੀ ਮਨ ਦੀ ਇੱਛਾ ਹੁੰਦੀ ਆ ਹਰ ਇੱਕ ਦੀ ਕਿ ਵੀ ਜੇ ਮੈਂ ਪੋਲੀਟਿਕਸ ਦੇ ਵਿੱਚ ਜਾਣਾ ਕਿ ਘੱਟੋ ਘੱਟ ਇਸ ਲੈਵਲ ਤੱਕ ਤਾਂ ਮੈਂ ਜ਼ਰੂਰ ਪਹੁੰਚਾਂ ਕਈ ਵਾਰ ਸ਼ੁਰੂਆਤ ਕੀਤੀ ਜਾਂਦੀ ਹੈ ਛੋਟੇ ਲੈਵਲ ਤੋਂ ਤੁਸੀਂ ਸਿਟੀ ਲੈਵਲ 'ਤੇ ਹੁੰਦੇ ਹੋ ਦੈਨ ਤੁਸੀਂ ਪ੍ਰੋਵਿੰਸ ਦੇ ਲੈਵਲ 'ਤੇ ਦੈਨ ਤੁਸੀਂ ਅੱਗੇ ਵੱਧਦੇ ਜਾਂਦੇ ਹੋ ਇਹ ਜਿਹੜਾ ਤੁਹਾਡੀ ਚੋਇਸ ਸੀਗੀ ਇਹ ਅਚਨਚੇਤੀ ਤੁਸੀਂ ਫੈਸਲਾ ਕਰ ਲਿਆ ਜਾਂ ਇਹ ਤੁਹਾਡਾ ਲੌਂਗ ਪੈਂਡਿੰਗ ਡਰੀਮ ਸੀ ਕੀ ਸੀ ਦੇਖੋ ਮੇਰਾ ਜਦੋਂ ਆਲਵੇਜ਼ ਪੋਲੀਟਿਕਸ ਜਦੋਂ ਮੈਂ ਯੰਗਰ ਏਜ 'ਤੇ ਹੁੰਦਾ ਸੀ ਅਤੇ ਮੈਂ ਨੈਸ਼ਨਲ ਨਿਊਜ਼ CBC ਨੈਸ਼ਨਲ ਰਾਤ ਨੂੰ ਦੇਖਦਾ ਹੁੰਦਾ ਸੀ ਮੇਰੇ ਫਾਦਰ ਹੋਣਾ ਨਾਲ ਸੋ ਮੈਨੂੰ ਆਲਵੇਜ਼ ਇੰਟਰਨੈਸ਼ਨਲ ਨਿਊਜ਼ ਨੈਸ਼ਨਲ ਨਿਊਜ਼ ਦੇ ਨਾਲ ਜ਼ਿਆਦਾ ਇੰਟਰਸਟ ਹੁੰਦਾ ਸੀ ਲੋਕਲ ਜਿੱਦਾਂ ਸਿਵਿਕ ਲੈਵਲ ਦਾ ਜਾਂ ਪ੍ਰੋਵਿੰਸ਼ੀਅਲ ਲੈਵਲ ਦਾ ਥੋੜ੍ਹਾ ਘੱਟ ਇੰਟਰਸਟ ਹੁੰਦਾ ਸੀ ਪਰ ਉਨਾ ਨਹੀਂ ਸੀ ਔਰ ਜਦੋਂ ਮੈਂ ਪੋਲੀਟੀਕਲ ਸਾਇੰਸ ਵੀ UBC ਪੜ੍ਹੀ ਮੈਨੂੰ ਇੰਟਰਨੈਸ਼ਨਲ ਰਿਲੇਸ਼ਨਸ ਇੰਟਰਨੈਸ਼ਨਲ ਪੋਲੀਟਿਕਸ ਨੈਸ਼ਨਲ ਕੈਨੇਡੀਅਨ ਇਸ਼ੂਜ਼ ਹਾਊ ਦੇ ਅਪਰੋਚ ਦ ਵਰਲਡ ਇਹਨਾਂ ਦੇ ਵਿੱਚ ਮੈਨੂੰ ਜ਼ਿਆਦਾ ਸ਼ੌਂਕ ਸੀ ਡੋਮੈਸਟਿਕ ਪ੍ਰੋਵਿੰਸ਼ੀਅਲ ਜਾਂ ਮਿਊਨਿਸਪਲ ਇਸ਼ੂਆਂ ਦੇ ਵਿੱਚ ਥੋੜ੍ਹਾ ਘੱਟ ਸੀਗਾ ਸੋ ਮੇਰੀ ਪੈਸ਼ਨ ਆਲਵੇਜ਼ ਫੈਡਰਲ ਪੋਲੀਟਿਕਸ ਦੇ ਵਿੱਚ ਵੱਧ ਸੀਗੀ ਔਰ ਸਿਵਿਕ ਦੇ ਵਿੱਚ ਮੈਂ ਉੱਦਾਂ ਇੰਗੇਜ ਕਾਫੀ ਰਿਹਾ ਪਰ ਮੇਰਾ ਸਿਟੀ ਲੈਵਲ ਦੇ ਵਿੱਚ ਜਾਂ ਪ੍ਰੋਵਿੰਸ਼ੀਅਲ ਲੈਵਲ 'ਚ ਇੰਟਰਸਟ ਨਹੀਂ ਸੀਗਾ ਉਹਨਾਂ ਕਦੇ ਨਾ ਮੈਂ ਬੜਾ ਧਿਆਨ ਦਿੱਤਾ ਔਰ ਨਾ ਮੈਂ ਇੰਨਾ ਕਦੇ ਉਹਨਾਂ ਪਾਰਟੀਆਂ ਦੇ ਵਿੱਚ ਈਵਨ ਦੋ ਮੇਰੇ ਫਾਦਰ ਹੁਣੀ ਪ੍ਰੋਬਬਲੀ ਸਿਵਿਕਲੀ ਤੇ ਪ੍ਰੋਵਿੰਸ਼ਲੀ ਜ਼ਿਆਦਾ ਇਨਵੋਲਵਡ ਹੁੰਦੇ ਸੀਗੇ ਮੇਰਾ ਆਪ ਦਾ ਉਹਦੇ ਵਿੱਚ ਇੰਟਰਸਟ ਥੋੜ੍ਹਾ ਘੱਟ ਸੀ ਮੇਰਾ ਆਲਵੇਜ਼ ਫੈਡਰਲ ਵਾਲੇ ਜ਼ਿਆਦਾ ਸੀਗਾ ਸੋ ਪੋਲੀਟਿਕਸ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਸੀ ਇਹ ਤੁਹਾਡਾ ਲੌਂਗ ਪੈਂਡਿੰਗ ਡਰੀਮ ਸੀ ਜਾਂ ਤੁਸੀਂ ਬਾਈ ਚਾਂਸ ਹੀ ਚਲੇ ਗਏ ਕਿਉਂਕਿ ਪਹਿਲਾਂ ਤੁਸੀਂ ਲਾਇਰ ਸੀ ਰੀਅਲ ਐਸਟੇਟ ਦੇ ਵਿੱਚ ਵੀ ਤੁਸੀਂ ਕਾਫੀ ਡਿਵੈਲਪਮੈਂਟਸ ਵਗੈਰਾ ਦੇ ਵਿੱਚ ਐਕਟਿਵ ਰਹੇ ਹੈਗੇ ਆ ਇਹ ਡਿਸਾਈਡ ਕਿੱਦਾਂ ਕੀਤਾ ਕਿ ਵੀ ਚਲੋ ਹੁਣ ਸਮਾਂ ਆ ਗਿਆ ਆਪਾਂ ਇਹ ਕੰਮ ਸ਼ੁਰੂ ਕਰਦੇ ਹਾਂ ਸੋ ਪੋਲੀਟਿਕਸ ਸਾਡੇ ਘਰ ਦੇ ਵਿੱਚ ਤਾਂ ਆਲਵੇਜ਼ ਰਹੀ ਮੇਰੇ ਡੈਡੀ ਹੁਣੀ ਗੁਰੂ ਘਰ ਦੇ ਵਿੱਚ ਵੀ ਇਨਵੋਲਵ ਸੀਗੇ ਅਕਾਲੀ ਸਿੰਘ ਤਾਂ ਉੱਥੇ ਉਹਨੇ ਸ਼ੁਰੂ ਕੀਤਾ ਸੀਗਾ ਕਿ ਪੋਲੀਟੀਸ਼ੀਅਨਾਂ ਨੂੰ ਗੁਰਦੁਆਰੇ ਜ਼ਰੂਰ ਲਿਆਉਣਾ ਉਦੋਂ ਇਹ ਰਿਵਾਜ ਨਹੀਂ ਸੀ ਜਿੱਦਾਂ ਹੁਣ ਆਪਾਂ ਦੇਖਦੇ ਕਿ ਹਰ ਇੱਕ ਪੋਲੀਟੀਸ਼ੀਅਨ ਗੁਰੂ ਘਰ ਦੇ ਵਿੱਚ ਆਉਂਦਾ ਉਦੋਂ ਇਹ ਨਵੀਂ ਚੀਜ਼ ਸੀਗੀ ਇਹਨੀ ਆਲਵੇਜ਼ ਇਨਕਰੇਜ ਕਰਕੇ ਲਿਆਉਂਦੇ ਸੀ ਵੀ ਜਿਹੜਾ ਫਹਿਮ ਆ ਜਾਂ ਵਹਿਮ ਆ ਵੀ ਕੀ ਗੁਰਦੁਆਰੇ 'ਚ ਅੰਦਰ ਹੁੰਦਾ ਜਾਂ ਕਿੱਦਾਂ ਦੇ ਲੋਕ ਆ ਇਹ ਦੂਰ ਕਰਨ ਵਾਸਤੇ ਕਹਿੰਦੇ ਸੀ ਵੀ ਤੁਸੀਂ ਆਇਆ ਕਰੋ ਯੂ ਕਮ ਐਂਡ ਸਪੀਕ ਜਦੋਂ
ਪੋਲੀਟਿਕਸ ਲਈ ਵੋਟਾਂ ਮੰਗਣੀਆਂ ਤੁਸੀਂ ਪਹਿਲਾਂ ਆ ਕੇ ਦੱਸੋ ਆਪਣਾ ਕੀ ਪਲੇਟਫਾਰਮ ਹੈਗਾ, ਕੀ ਤੁਸੀਂ ਕਰਨਾ, ਐਂਡ ਦੈਨ ਕਮਿਊਨਿਟੀ ਵਿਲ ਡਿਸਾਈਡ ਕਿੱਦਾਂ ਅਸੀਂ ਵੋਟ ਪਾਉਣੀ ਹੈ ਨਾ। ਸੋ ਉਹ ਉੱਥੇ ਉਹ ਸਾਡੇ ਘਰ ਵੀ ਆਉਂਦੇ ਜਾਂਦੇ ਹੁੰਦੇ ਸੀਗੇ ਜਿਹੜੇ ਸਿਵਿਕ, ਖਾਸ ਕਰਕੇ ਬਰਨਬੀ ਦੇ ਮਿਊਨਿਸਪਲ ਕੈਂਡੀਡੇਟਸ, ਪ੍ਰੋਵਿੰਸ਼ੀਅਲ ਕੈਂਡੀਡੇਟਸ, ਜਾਂ ਜਦੋਂ MLA ਬਣ ਜਾਂਦੇ ਸੀਗੇ। ਸੋ ਕਾਫੀ ਮੇਰਾ ਇੰਟਰੈਕਸ਼ਨ ਉਹਨਾਂ ਦੇ ਨਾਲ ਰਿਹਾ। ਫੈਡਰਲੀ ਵੀ ਸਿਵਨ ਰੋਬਿਨਸਨ ਮੇਰੇ MP ਹੁੰਦੇ ਸੀ, ਮੈਂ ਛੋਟਾ ਹੁੰਦਾ ਉਹਨਾਂ ਨੂੰ ਵੀ ਦੇਖਦਾ ਰਿਹਾ ਅਤੇ ਕਿਵੇਂ ਉਹ ਕਮਿਊਨਿਟੀ ਨਾਲ ਇੰਗੇਜ ਕਰਦੇ ਆ। ਸੋ ਮੇਰਾ ਇੰਟਰਸਟ ਹੈ, ਪਰ ਮੇਰਾ ਇੰਨਾ ਨਹੀਂ ਸੀਗਾ ਕਿ ਮੈਂ MP ਬਣਨਾ। ਮੇਰਾ ਕਦੇ ਐਕਚੁਅਲੀ ਹੈ ਨਹੀਂ ਸੀ। ਇੱਕ ਵਾਰੀ ਕਿਸੇ ਨੇ, ਮੇਰੇ ਫਾਦਰ ਉਹਨਾਂ ਨੂੰ ਕਿਹਾ ਸੀ, ਸਿਵਨ ਰੋਬਿਨਸਨ ਨੇ, ਅਤੇ ਉਹ ਕਹਿੰਦੇ ਨੋ ਵੀਆਰ ਨਾਟ ਏਬਲ ਟੂ ਬਿਕਮ ਅ ਮੈਂਬਰ ਆਫ ਪਾਰਲੀਮੈਂਟ। ਮੈਂ ਤਾਂ ਇਮੀਗ੍ਰੈਂਟ ਆ, ਮੇਰੀ ਗ੍ਰੇਡ 10 ਪਾਸ ਆ, ਅਤੇ ਮੈਂ ਆਈ ਵੁੱਡ ਨਾਟ ਬੀ ਏਬਲ ਟੂ। ਸੋ ਮੇਰਾ ਵੀ ਇੰਨਾ ਇੰਟਰਸਟ ਨਹੀਂ ਸੀਗਾ। ਉੱਦਾਂ ਮੈਂ ਇੱਕ ਵਾਰੀ ਕ੍ਰਾਈਮ ਪ੍ਰੀਵੈਂਸ਼ਨ ਲਈ ਕਾਨਫਰੰਸ ਲਈ ਗਿਆ ਸੀ ਆਟਵਾ। ਇੱਕ ਵਾਰੀ ਮੈਂ ਇੱਕ ਕੈਂਪ ਹੁੰਦਾ ਯੂਥ ਦਾ, ਹਾਈ ਸਕੂਲ ਏਜ ਦੇ ਸਟੂਡੈਂਟਾਂ ਦੇ ਵਾਸਤੇ, ਉਹਦੇ ਵਿੱਚ ਮੈਂ ਗਿਆ ਸੀਗਾ। ਅਤੇ ਮੇਰੇ MP ਨੇ ਮੈਨੂੰ ਸੱਦਿਆ ਪਾਰਲੀਮੈਂਟ। ਉਹ ਮੇਰਾ ਪਹਿਲਾ ਵਿਜ਼ਿਟ ਸੀਗਾ 8ਵੀਂ ਦੇ ਵਿੱਚ, ਅਤੇ ਪਾਰਲੀਮੈਂਟ ਦਾ ਉਹਨੇ ਮੈਨੂੰ ਲੰਚ ਉੱਤੇ ਖਿਲਾਇਆ ਪਲੱਸ ਟੂਰ ਦਿੱਤਾ। ਸੋ ਆਈ ਵਾਜ਼ ਇੰਟਰੀਗ ਕਿ ਇੱਥੇ ਪਾਰਲੀਮੈਂਟ ਹੋਣਾ। ਪਰ ਰੀਅਲੀ ਮੇਰੀ ਆਈ ਥਿੰਕ ਵਾਈਫ ਨੇ, ਜਦੋਂ ਉਹਦੀ ਫਰਸਟ ਜੌਬ ਮਾਸਟਰਸ ਕਰਨ ਤੋਂ ਬਾਅਦ, ਅਸੀਂ ਕਿੰਗਸਟਨ ਪੜ੍ਹ ਰਹੇ ਸੀਗੇ, ਮੈਂ ਲਾਅ ਕਰ ਰਿਹਾ ਸੀ, ਉਹ ਆਪਣੀ ਮਾਸਟਰਸ ਇਨ ਪੋਲੀਟੀਕਲ ਸਾਇੰਸ ਕਰ ਰਹੀ ਸੀ। ਉਹਦਾ ਸਾਲ ਬਾਅਦ ਫਿਨਿਸ਼ ਹੋ ਗਿਆ ਸੀ। ਉਹਦੀ ਪਹਿਲੀ ਜਿਹੜੀ ਜੌਬ ਉਹਨੂੰ ਪ੍ਰਾਈਮ ਮਿਨਿਸਟਰ ਦੇ ਆਫਿਸ ਐਜ਼ ਅ ਰਾਈਟਰ ਮਿਲ ਗਈ ਸੀ। ਉੱਥੋਂ ਸਾਡਾ ਕਨੈਕਸ਼ਨ ਫੈਡਰਲ ਲਿਬਰਲ ਪਾਰਟੀ ਦੇ ਨਾਲ ਔਰ ਪੋਲੀਟਿਕਸ ਦੇ ਨਾਲ ਹੋਰ ਸੰਬੰਧ ਜਿਹਾ ਹੋ ਗਿਆ। ਉਹਦੇ ਵਿੱਚ ਉਹ ਮੋਰ ਐਜ਼ ਏ ਬੈਕ ਰੂਮ ਐਂਡ ਰਾਈਟਰ ਦੇ ਤੌਰ 'ਤੇ, ਬਟ ਪੋਲੀਟੀਕਲੀ ਹੈਲਪ ਕਰਦੇ, ਸਟ੍ਰੈਟਜੀ ਹੋਰ ਚੀਜ਼ ਦੇ ਵਿੱਚ। ਮੈਂ ਕਾਇੰਡ ਆਫ ਫਰੰਟ ਲਾਈਨ ਦੇ ਵਿੱਚ। ਇੱਥੇ ਜਦੋਂ ਅਸੀਂ ਮੂਵ ਹੋ ਗਏ ਹਰਬ ਧਾਲੀਵਾਲ ਉਹਨਾਂ ਦੇ ਨਾਲ ਇਨਵੋਲਵ ਹੋਣ ਲੱਗ ਪਏ, ਉੱਥੋਂ ਮੈਨੂੰ ਥੋੜ੍ਹਾ ਜਿਹਾ ਮੋਰ ਇੰਟਰੀਗ ਹੋ ਗਿਆ। ਔਰ ਮੈਂ ਦੇਖਿਆ ਜੇ ਤੁਸੀਂ ਪੋਲੀਟਿਕਸ ਦੇ ਵਿੱਚ ਇਨਵੋਲਵ ਹੁੰਦੇ, ਮਾੜੀ ਚੀਜ਼ ਨਹੀਂ ਹੈਗੀ। ਲੋਕਾਂ ਨੇ ਬਹੁਤ ਬਣਾਇਆ ਸੀ ਕਿ ਪੋਲੀਟਿਕਸ ਬਹੁਤ ਮਾੜੀ ਆ। ਮੇਰਾ ਜਿਹੜਾ ਮਿਊਨਿਸਪਲ ਐਕਸਪੀਰੀਅੰਸ ਸੀਗਾ, ਜਦੋਂ ਬਾਇਲਾ ਦਾ ਚੇਂਜ ਹੁੰਦੇ ਸੀ, ਜਾਂ ਜਦੋਂ ਗੈਂਗਸ ਐਂਡ ਯੂਥ ਵਾਇਲੈਂਸ ਦਾ ਸੀਗਾ, ਜੇ ਤੁਸੀਂ ਇਹਨਾਂ ਨੂੰ ਪ੍ਰੋਪਰਲੀ ਕਮਿਊਨਿਟੀ ਨੂੰ ਲਿਆ ਕੇ ਇੰਗੇਜ ਕਰੋ, ਇਹ ਸੁਣਦੇ ਆ। ਇਟਸ ਨਾਟ ਕਿ ਦੇ ਡਿਸਟੈਂਸ। ਕਈ ਵਾਰੀ ਪ੍ਰੈਸ਼ਰ ਜ਼ਿਆਦਾ ਪਾਉਣਾ ਪੈਂਦਾ, ਬਟ ਗਵਰਨਮੈਂਟ ਇਨ ਕੈਨੇਡਾ ਐਟ ਲੀਸਟ ਇਜ਼ ਫॉर ਦ ਪੋਜ਼ੀਟਿਵ। ਉਦੋਂ ਅਸੀਂ ਫਿਰ 110 ਮਿਲੀਅਨ ਗੈਂਗ ਵਾਇਲੈਂਸ ਦੇ ਵਾਸਤੇ ਇੱਕ ਗੈਂਗ ਟਾਸਕ ਫੋਰਸ ਲਈ ਫੰਡਿੰਗ ਲੌਬੀ ਕਰਕੇ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਅਚੀਵ ਕਰਾ ਲਈ ਸੀ। ਉਹ ਹਰਬ ਧਾਲੀਵਾਲ ਤੇ ਵਾਲੀ ਉੱਪਲ ਉਹਨਾਂ ਨੇ ਸਾਨੂੰ ਗਾਈਡੈਂਸ ਪਿੱਛੋਂ ਦਿੱਤਾ। ਐਂਡ ਉਦੋਂ ਫਿਰ ਮੇਰਾ ਥੋੜ੍ਹਾ ਮੋਰ ਪੋਸ ਪੈਣ ਲੱਗ ਪਿਆ ਸੀ ਟੂ ਬੀ ਇਨਵੋਲਵਡ ਐਂਡ ਟੂ ਹੈਲਪ। ਐਂਡ ਉਹ ਤੋਂ ਹੌਲੀ ਹੌਲੀ ਆਉਂਦੇ ਹੋਏ ਅੱਜ ਅਸੀਂ 2015 ਦੇ ਵਿੱਚ ਖੜ ਗਏ ਸੀਗੇ। ਮੈਨੂੰ ਯਾਦ ਹੈ 2015 ਦੇ ਵਿੱਚ ਜਦੋਂ ਤੁਸੀਂ ਨਿਊਟਨ ਤੋਂ ਨੋਮੀਨੇਸ਼ਨ ਦੀ ਉਦੋਂ ਟਰਾਈ ਕੀਤੀ, ਅਤੇ ਉਸ ਤੋਂ ਬਾਅਦ ਉਹ ਗੱਲ ਬਣੀ ਨਹੀਂ। ਹਾਂਜੀ। ਉਸ ਤੋਂ ਬਾਅਦ ਫਿਰ ਤੁਸੀਂ ਸਰੀ ਸੈਂਟਰਲ ਵਾਲੇ ਪਾਸੇ ਆ ਗਏ। ਹਾਂਜੀ। ਜੇ ਤੁਸੀਂ ਆਪਣੇ ਸੁਣਨ ਵਾਲਿਆਂ ਦੇ ਨਾਲ, ਸਾਡੇ ਸਾਰੇ ਸੁਣਨ ਵਾਲਿਆਂ ਨਾਲ, ਆਪਣੇ ਉਹ ਮੂਮੈਂਟਸ ਸ਼ੇਅਰ ਕਰ ਸਕੋ ਕਿ ਜਦੋਂ ਤੁਸੀਂ ਨਿਊਟਨ ਦੇ ਵਿੱਚ ਨੋਮੀਨੇਸ਼ਨ ਦੇ ਲਈ, ਕਿਉਂਕਿ ਉਹ ਨੋਮੀਨੇਸ਼ਨ 'ਤੇ ਹੀ ਗੱਲ ਨਹੀਂ ਬਣੀ, ਰਾਈਟ, ਅਤੇ ਅਚਨਚੇਤ ਫਿਰ ਪਤਾ ਲੱਗਦਾ ਕਿ ਵੀ ਤੁਸੀਂ ਸਰੀ ਸੈਂਟਰਲ ਨੋਮੀਨੇਸ਼ਨ ਜਿਹੜੀ ਆ ਉਹ ਤੁਹਾਡੀ ਹੋ ਗਈ ਹੈ। ਉਦੋਂ ਹੌਸਲਾ ਢਹਿ ਗਿਆ ਸੀ ਜਾਂ ਜ਼ਿਆਦਾ ਬਣ ਗਿਆ ਸੀ? ਬਹੁਤ ਹੈਰਾਨੀ ਦੀ ਉਦੋਂ ਜਿਹੜੀ ਗੱਲ ਸੀ ਜਦੋਂ ਸਾਹਮਣੇ ਆਈ ਸੀ। ਮੈਂ ਤੁਹਾਡੇ ਉਹ ਜਿਹੜੇ ਮੂਮੈਂਟਸ ਆ, ਉਹ ਜੇ ਤੁਸੀਂ ਹੂ ਸਾਡੇ ਸੁਣਨ ਵਾਲਿਆਂ ਨਾਲ ਸ਼ੇਅਰ ਕਰ ਸਕੋ। ਸ਼ੋਰ। ਸੋ ਵਨ ਥਿੰਗ ਮੇਰਾ ਆਲਵੇਜ਼ ਕਲੀਅਰ ਸੀਗਾ ਕਿ ਮੈਂ ਪਾਰਟੀ ਦੇ ਨਾਲ, ਇਹ ਮੇਰੀ ਪਾਰਟੀ ਹੈ, ਇਹ ਪਾਰਟੀ ਨੇ ਮੈਨੂੰ ਕੌਨਸਟੀਟਿਊਸ਼ਨ ਦਿੱਤੀ ਹੈ, ਪਾਰਟੀ ਨੇ ਚਾਰਟਰ ਰਾਈਟਸ ਦਿੱਤਾ ਹੈ, ਪਾਰਟੀ ਨੇ ਮਲਟੀਕਲਚਰਲਿਜ਼ਮ ਦਿੱਤੀ, ਔਰ ਇਹਦੇ ਕਰਕੇ ਮੈਂ ਅੱਜ ਰਨ ਵੀ ਕਰ ਸਕਦਾ, ਮੈਂ ਪਾਰਟੀ 'ਚ ਹਿੱਸਾ ਵੀ ਲੈਣਾ ਮੰਗਦਾ। ਸੋ ਮੇਰੀ ਪਾਰਟੀ ਲੋਇਲਟੀ 100% ਸੀਗੀ ਇਸ ਪਾਰਟੀ ਨਾਲ। ਔਰ ਮੈਨੂੰ ਜਦੋਂ ਪਤਾ ਲੱਗ ਗਿਆ ਸੀ ਕਿ ਅਸੀਂ ਦੋਨਾਂ ਨੇ ਖੜਨਾ, ਸੁਖਬਾ ਜੀ ਨੇ ਤਾਂ ਸਾਨੂੰ ਪਤਾ ਸੀ ਇੱਕ ਨੇ ਜਿੱਤਣਾ, ਇੱਕ ਨੇ ਹਾਰਨਾ, ਪਰ ਇਹ ਮੇਰੀ ਆਲਵੇਜ਼ ਕਮਿਟਮੈਂਟ ਸੀ ਪਾਰਟੀ ਨੂੰ ਵੀ ਅਤੇ ਸੁੱਖ ਨੂੰ ਵੀ, ਅਤੇ ਕਿ ਜਿਹੜਾ ਜਿੱਤੂਗਾ ਅਸੀਂ ਉਹਦੀ ਸਪੋਰਟ ਕਰਨੀ। ਉਸ ਤੋਂ ਬਾਅਦ ਵੀ ਇਹ ਨਹੀਂ ਹੈਗਾ ਕਿ ਜਸਟ ਬਿਕਾਜ਼ ਮੈਂ ਹਾਰ ਗਿਆ ਤਾਂ ਮੈਂ ਹੋਰ ਪਾਰਟੀ 'ਤੇ ਚੱਲ ਜਾਣਾ, ਜਾਂ ਮੈਂ ਉਹਦਾ ਨੁਕਸਾਨ ਕਰਾਂ, ਜਾਂ ਮੈਂ ਉਹਨੂੰ ਕਹਾਂ ਕਿ ਇਹਨੂੰ ਵੋਟ ਨਹੀਂ ਪਾਉਣੀ। ਇਹ ਮੇਰਾ ਕਦੇ ਵੀ ਹੈ ਨਹੀਂ ਸੀ। ਔਰ ਜਦੋਂ ਹੋਇਆ ਓਬਵੀਅਸਲੀ ਲਾਸਟ, ਜਦੋਂ ਤੁਸੀਂ ਫੀਲ ਕਰਦੇ ਐਵਰੀ ਮੈਚ ਦੇ ਵਿੱਚ ਤੁਹਾਡਾ ਹੁੰਦਾ ਜਿੱਤ ਕਰਨ ਦਾ ਉਤਸ਼ਾਹ ਹੁੰਦਾ। ਔਰ ਸੋ ਇਹ ਨਹੀਂ ਸੀ ਹੋ ਗਿਆ ਕਿ ਵੀ ਹਾਂ ਗੇਮ ਖਤਮ? ਨਹੀਂ, ਮੈਂ ਗੇਮ ਖਤਮ ਦੀ ਨਹੀਂ ਸੀ ਇੱਦਾਂ ਕੋਈ। ਸੋ ਜੋ ਉਸ ਤੋਂ ਬਾਅਦ ਮੈਂ ਨੈਕਸਟ ਅੱਧੇ ਘੰਟੇ ਬਾਅਦ ਮੈਂ ਉਹਨਾਂ ਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ। ਨੈਕਸਟ ਮਾਰਨਿੰਗ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਆਇਆ। ਮੈਂ ਇਹ ਵੀ ਕਿਹਾ ਕਿ ਜਿੰਨਾ ਵੀ ਤੁਹਾਨੂੰ ਸਪੋਰਟ ਹੋਊਗੀ ਕਿ ਮੈਂ ਪੂਰਾ ਤੌਰ 'ਤੇ ਕਰੂੰਗਾ। ਪਰ ਮੈਂ ਇਹ ਨਹੀਂ ਸੀ ਫਿਰ ਸੋਚਿਆ ਕਿ ਮੈਂ ਉਸ ਇਲੈਕਸ਼ਨ ਦੇ ਵਿੱਚ ਫਿਰ ਮੁੜ ਕੇ ਖੜ੍ਹਾ ਹੋਊਂਗਾ। ਉਹਦੇ ਵਿੱਚ ਮੈਨੂੰ ਫਿਊ ਮੰਥਸ ਲੇਟਰ ਗਰਮੀਆਂ ਦੇ ਵਿੱਚ ਇਹ ਦਸੰਬਰ ਦੇ ਵਿੱਚ ਹੋਇਆ ਸੀਗਾ। ਸੋ ਨੈਕਸਟ ਸਮਰ ਦੇ ਵਿੱਚ ਮੈਨੂੰ ਇੱਕ ਬੰਦੇ ਨੇ ਪਾਰਟੀ ਤੋਂ ਅਪਰੋਚ ਕੀਤਾ ਵੇ ਸਰੀ ਸੈਂਟਰ ਤੋਂ ਕਿ ਤੂੰ ਕੰਸੀਡਰ ਕਰੂੰਗਾ। ਮੈਂ ਕਿਹਾ ਆਲ ਸੀ, ਬਟ ਸਾਡਾ ਇੱਕ
ਇਨ ਰਾਈਟਿੰਗ ਸਾਨੂੰ ਸਾਈਨ ਕਰਨਾ ਪੈਂਦਾ ਹੁੰਦਾ ਕਿ ਇੱਕ ਨੋਮੀਨੇਸ਼ਨ ਤੋਂ ਬਾਅਦ ਅਸੀਂ ਹੋਰ ਨੋਮੀਨੇਸ਼ਨ ਲਈ ਨਹੀਂ ਲੜ ਸਕਦੇ ਅੱਛਾ ਸੋ ਅਨਲੈਸ ਲੀਡਰ ਸਾਡਾ ਐਗਜ਼ੈਂਪਟ ਕਰੇ ਸੋ ਉਹਦੇ ਵਿੱਚ ਲੀਡਰ ਨੇ ਹੀ ਫਿਰ ਚੈੱਕ ਕੀਤਾ ਕਿ ਮੈਂ ਵਾਕਿਆ ਹੀ ਸਰੀ ਨਿਊਟਨ ਦੇ ਹਲਕੇ ਦੀ ਸਪੋਰਟ ਕਰਦਾ ਕਿੱਦਾਂ ਕੀਤਾ ਉਹਨਾਂ ਨੂੰ ਪੂਰੀ ਖਬਰ ਠੀਕ ਮਿਲੀ ਕਿ ਵਾਕਈ ਰਣਦੀਪ ਪਾਰਟੀ ਦੇ ਨਾਲ ਲੋਇਲ ਆ ਔਰ ਮਿਹਨਤ ਕਰ ਰਿਹਾ ਔਰ ਸੁੱਖ ਦੀ ਸਪੋਰਟ ਕਰ ਸੋ ਰਿਹਾ ਐਗਜ਼ੈਂਪਸ਼ਨ ਹੋ ਗਈ ਐਗਜ਼ੈਂਪਸ਼ਨ ਫਿਰ ਉਹ ਪ੍ਰਾਈਮ ਮਿਨਿਸਟਰ ਨੇ ਆਪ ਮੈਂ ਇਕੱਲਾ ਸੀ ਇਨ ਦ ਕੰਟਰੀ ਐਕਚੁਅਲੀ 338 ਰਾਈਡਿੰਗਸ ਦੇ ਵਿੱਚ ਉਹ ਜਿਨ੍ਹਾਂ ਨੂੰ ਨਹੀਂ ਐਗਜ਼ੈਂਪਸ਼ਨ ਦਿੱਤੀ ਤਾਂ ਕਿ ਯੂ ਕੈਨ ਰਨ ਐਂਡ ਫਿਰ ਉਸ ਵੇਲੇ ਫਿਰ ਮੈਂ ਸਰੀ ਸੈਂਟਰ ਦੇ ਵਿੱਚ ਖੜਾ ਹੋਇਆ ਤਾਂ ਉਦੋਂ ਵੀ ਮੈਨੂੰ ਚੈਲੰਜ ਮਹਿਸੂਸ ਹੁੰਦਾ ਸੀ ਉਦੋਂ ਅਜੇ ਅਸੀਂ ਥਰਡ ਪਲੇਸ ਪਾਰਟੀ ਸੀ ਇਹ ਨਹੀਂ ਸੀਗਾ ਕਿ ਅਸੀਂ ਜਿੱਤ ਜਾਣਾ ਜਸਬੀਰ ਸੰਧੂ ਹੁਣੀ ਕਾਫੀ ਮਸ਼ਹੂਰ ਸੀਗੇ ਔਰ ਇਨਕੰਬੈਂਟ ਸੀਗੇ ਉੱਥੇ ਪਰ ਮੈਂ ਇਹ ਆਸ ਰੱਖ ਕੇ ਕੀਤਾ ਸੀ ਕਿ ਮੇ ਬੀ ਇੱਕ ਟਰਾਈ ਨਹੀਂ ਅਤੇ 2 ਟਰਾਈਆਂ ਦੇ ਵਿੱਚ ਇਹ ਹੋਊਗਾ ਵੀ ਮੈਂ ਪਹਿਲਾਂ ਬਿਲਡ ਅਪ ਕਰ ਲਵਾਂ ਐਂਡ ਬਹੁਤ ਕਲੋਜ਼ ਹੋਊਗੀ ਵੀ 1000 ਵੋਟ ਦੇ ਨਾਲ ਸ਼ਾਇਦ ਮੈਂ ਜਾਂ ਜਿੱਤ ਜੂਗਾ ਜਾਂ ਹਾਰ ਜੂਗਾ ਜੇ ਹਾਰ ਜੂਗਾ ਮੈਂ ਇਹ ਛੱਡਣਾ ਨਹੀਂ ਹੈਗਾ ਮੈਂ ਅਗੇਨ ਕਮਿਟਡ ਪਾਰਟੀ ਨੂੰ ਮੈਂ ਬਿਲਡ ਕਰਨੀ ਹੈ ਰਾਈਡਿੰਗ ਕਿਉਂਕਿ ਉਹ ਰਾਈਡਿੰਗ ਕਦੇ ਵੀ ਨਹੀਂ ਲਿਬਰਲ ਹੋਈ ਸੀਗੀ ਉਸ ਤੋਂ ਪਹਿਲਾਂ ਸੋ ਮੈਂ ਇਹ ਕਮਿਟਮੈਂਟ ਲੈ ਕੇ ਗਿਆ ਸੀ ਕਿ ਲੌਂਗ ਰਨ ਦੇ ਵਿੱਚ ਮੈਂ ਕਰਨਾ ਮੈਂ ਸ਼ੋਰਟ ਰਨ ਨਹੀਂ ਕਿ 1 ਟਰਾਈ ਕਰਕੇ ਤੇ ਮੈਂ ਛੱਡ ਜਾਣਾ ਕੀ ਅਟਰੈਕਸ਼ਨ ਸੀ ਕੀ ਗੱਲ ਸੀ ਜਿਹੜਾ ਤੁਸੀਂ ਇਹ ਸੋਚ ਲਿਆ ਸੀ ਕਿ ਕੋਈ ਗੱਲ ਨਹੀਂ ਜੇ ਇਸ ਵਾਰੀ ਗੱਲ ਨਹੀਂ ਬਣਦੀ ਅਗਲੀ ਵਾਰੀ ਫੇਰ ਕਰੂੰਗਾ ਕੀ ਮੋਟਿਵ ਸੀ ਕੀ ਪਰਪਸ ਸੀ ਜਿਹੜਾ ਤੁਹਾਨੂੰ ਉਧਰ ਨੂੰ ਖਿੱਚ ਕੇ ਲਿਜਾ ਰਿਹਾ ਸੀ ਸ਼ੋਰ ਦੇਖੋ ਪੋਲੀਟਿਕਸ ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲੀ ਰਿਵਾਰਡਿੰਗ ਤਾਂ ਹੈ ਨਹੀਂ ਗੀ ਇਟਸ ਐਕਚੁਅਲੀ ਤੁਹਾਡਾ ਸੈਲਰੀ ਜੇ ਕਿ ਤੁਸੀਂ ਲੋਇਰ ਆ ਜਾਂ ਬਿਜ਼ਨਸ ਕਰਦੇ ਤੁਹਾਨੂੰ ਤੁਸੀਂ ਐਕਚੁਅਲੀ ਲੂਜ਼ ਕਰਦੇ ਆ ਕਿਸੇ ਨੂੰ ਵੀ ਦੇਖ ਲਓ ਚਾਹੇ ਹਰਬ ਧਾਲੀਵਾਲ ਉਹਨਾਂ ਨੇ ਅੱਗੇ ਕੀਤਾ ਚਾਹੇ ਉਜਲ ਦਸਾਂਝ ਹੋਣੀ ਪ੍ਰੀਮੀਅਰ ਹੈ ਉਹਨਾਂ ਦੀ ਲਾਅ ਪ੍ਰੈਕਟਿਸ ਪ੍ਰੋਬਬਲੀ ਪੇਡ ਮੋਰ ਦੂਸਰਿਆਂ ਦਾ ਬਿਜ਼ਨਸ ਹੋਟਲਸ ਐਂਡ ਸਟੱਫ ਜ਼ਿਆਦਾ ਪੈਸੇ ਬਣਾਉਂਦੇ ਸੀ ਉਹਨਾਂ ਸੀਗਾ ਪਾਰਟਨਰ ਦੇਖ ਲਓ ਉਹਨੇ ਜ਼ਿਆਦਾ ਪੈਸੇ ਬਣਾ ਲਏ ਉਹ ਨਹੀਂ ਸੀਗਾ ਘੱਟ ਬਣਾਏ ਉਹਨੇ ਟਾਈਮ ਦੇ ਸੋ ਇਹ ਉਹ ਫਾਈਨੈਂਸ਼ੀਅਲ ਇਹਦੇ ਵਿੱਚ ਕੋਈ ਇਨਸੈਂਟਿਵ ਨਹੀਂ ਹੈਗਾ ਐਟਲੀਸਟ ਮੇਰੇ ਪੱਖੋਂ ਨਹੀਂ ਸੀ ਪਰ ਇਹ ਮੇਰਾ ਜ਼ਰੂਰ ਸੀ ਕਿ ਆਈ ਥਿੰਕ ਕਿ ਸਾਨੂੰ ਕਾਬਲ ਹੋਣਹਾਰ ਇਨਵੋਲਵਮੈਂਟ ਬੈਕ ਆਲਵੇਜ਼ ਦੇਣੀ ਚਾਹੀਦੀ ਸੋਸਾਇਟੀ ਇਜ਼ ਨਾਟ ਜਸਟ ਕਿ ਅਸੀਂ ਪੈਸੇ ਬਣਾਈਏ ਤਾਂ ਅਸੀਂ ਫਾਈਨੈਂਸ਼ੀਅਲੀ ਸਕਸੈਸਫੁਲ ਹੋਈਏ ਸਾਨੂੰ ਮਿਲਟਰੀ ਦੇ ਵਿੱਚ ਪੁਲਿਸ ਦੇ ਵਿੱਚ ਗਵਰਨਮੈਂਟ ਦੇ ਵਿੱਚ ਬਿਊਰੋਕਰੇਸੀ ਦੇ ਵਿੱਚ ਹਰ ਪੱਖੋਂ ਸਾਨੂੰ ਕੰਟਰੀਬਿਊਟ ਕਰਨਾ ਚਾਹੀਦਾ ਤਾਂ ਅਸੀਂ ਇੰਟਰਗ੍ਰੇਟ ਕੈਨੇਡੀਅਨ ਸੋਸਾਇਟੀ 'ਚ ਹੋਵਾਂਗੇ ਜੇ ਅਸੀਂ ਇਕੱਲਾ ਪੈਸੇ 'ਚ ਹੀ ਬਣਾ ਕੇ ਫਿਰ 9/11 ਜਦੋਂ ਹੋਇਆ US ਦੇ ਵਿੱਚ ਮੈਂ ਦੇਖਿਆ ਇਹ ਮੈਂ ਕਾਫੀ ਕੰਟਰਾਸਟ ਦੇਖਿਆ ਸੀਗਾ ਕਿ US ਦੇ ਵਿੱਚ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਬੜੀ ਇਨਵੋਲਵਡ ਆ ਫਾਈਨੈਂਸ਼ੀਅਲੀ ਡਾਕਟਰਸ ਜਾਂ ਜੋ ਕੋਈ ਪੰਜਾਬੀ ਵਿਅਕਤੀ ਨੂੰ ਦੇਖਦੇ ਯੂਜਲੀ ਡਾਕਟਰ ਸਿੰਘ ਆਟੋਮੈਟਿਕਲੀ ਉਹਨੂੰ ਕਹਿ ਦਿੰਦੇ ਆ ਅਸੂਮ ਪਹਿਲਾਂ ਕਰਦੇ ਕਿ ਤੁਸੀਂ ਡਾਕਟਰ ਆ ਫੇਰ ਕੁਛ ਹੋਰ ਦੇਖਦੇ ਆ ਪਰ ਜਦੋਂ 9/11 ਹੋਇਆ ਤਾਂ ਉਹਨਾਂ ਦੇ ਅਟੈਕ ਹੋਣ ਲੱਗੇ ਮਿਸਟੇਕਨ ਆਈਡੈਂਟੀਟੀ ਜਾਂ ਹੋਰ ਇਹਨਾਂ ਕੋਲ ਕੋਈ ਵੋਇਸ ਨਹੀਂ ਸੀਗੀ ਕਾਂਗਰਸ ਦੇ ਵਿੱਚ ਕੋਈ ਵੋਇਸ ਨਹੀਂ ਸੀਗੀ ਸੈਨੇਟ ਦੇ ਵਿੱਚ ਕਿ ਜਿਹੜਾ ਜਾ ਕੇ ਇਹਨਾਂ ਦੇ ਹੱਕ ਵਾਸਤੇ ਐਕਸਿਸ ਪ੍ਰੈਜ਼ੀਡੈਂਟ ਨੂੰ ਲੈਣ ਵਾਸਤੇ ਬੜੇ ਤਣਾਤ ਜਿਹੜੇ 4-5 US ਦੇ ਵਿੱਚ ਆ ਉਹਨਾਂ ਨੂੰ ਬੜੇ ਜਿਹੜੇ ਲੱਖਾਂ ਡਾਲਰ ਮਿਲੀਅਨਸ ਦਿੰਦੇ ਸਾਲ ਦੇ ਉਹਨਾਂ ਨੂੰ ਮੰਗ ਕੇ ਮਿਹਨਤ ਕਰਕੇ ਫਾਈਨਲੀ ਇੱਕ ਪ੍ਰੈਜ਼ੀਡੈਂਟ ਬੁਸ਼ ਦੇ ਨਾਲ ਮੀਟਿੰਗ ਕੀਤੀ ਸੀਗੀ ਸੋ ਮੈਂ ਕੈਨੇਡਾ 'ਚ ਦੇਖਿਆ ਸੀ ਬਹੁਤ ਡਿਫਰੈਂਟ ਸੀ ਸਾਡੇ ਕੋਲ ਐਕਸੈਸਿਬਿਲਿਟੀ ਮੈਂਬਰਸ ਆਫ ਪਾਰਲੀਮੈਂਟ ਨਾਲ ਰਾਈਟ ਵੇ ਸੀ ਸਾਡੇ ਉਸ ਵੇਲੇ ਹਰਬ ਧਾਲੀਵਾਲ ਹੋਣੀ ਗੁਰਬਖਸ਼ ਮੱਲੀ ਹੋਣੀ ਰੂਬੀ ਡਾਲਾ ਹੋਣੀ ਔਰ ਨਵਦੀਪ ਬੈਂਸ ਹੋਣੀ ਆਲਰੇਡੀ ਪਾਰਲੀਮੈਂਟ ਦੇ ਵਿੱਚ ਸੀਗੇ ਸੋ 9/11 ਵੇਲੇ ਹਰਬ ਧਾਲੀਵਾਲ ਗੁਰਬਖਸ਼ ਮੱਲੀ ਖਾਸ ਕਰਕੇ ਸੀਗੇ ਗੁਰਮੰਤ ਗਰੇਵਾਲ ਹੋਣੀ ਵੀ ਮੇਰੇ ਖਿਆਲ ਸੀਗੇ ਸੋ ਇਹਨਾਂ ਕੋਲ ਐਕਸੈਸ ਰਾਈਟ ਵੇ ਸੀ ਸਾਡੇ ਕਮਿਊਨਿਟੀ ਦੇ ਇਸ਼ੂਜ਼ ਜੇ ਸਿਕਿਉਰਿਟੀ ਐਂਡ ਸੇਫਟੀ ਜੇ ਮਿਸਟੇਕਨ ਆਈਡੈਂਟੀਟੀ ਕਿ ਉਹ ਐਡਰੈਸ ਅਸੀਂ ਕਰ ਸਕੀਏ ਸੋ ਉਹ ਮੈਂ ਦੇਖਿਆ ਕਿ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਹਰ ਫੈਸਟ ਆਫ ਲਾਈਫ ਦੇ ਵਿੱਚ ਕੰਟਰੀਬਿਊਟ ਕਰੋ ਔਰ ਮੈਂ ਆਪਣੀ ਸਟਰੋਂਗੈਸਟ ਸੂਟ ਇਹੀ ਦੇਖਿਆ ਕਿ ਮੈਂ ਪੋਲੀਟਿਕਸ ਦੇ ਵਿੱਚ ਦੇਖ ਸਕਦਾ ਕਿਉਂਕਿ ਮੈਂ ਕਮਿਊਨਿਟੀ ਨੂੰ ਵੀ ਇਕੱਠੇ ਕਰ ਸਕਦਾ ਪਰ ਪਲੱਸ ਜਿਹੜੇ ਸਾਡੇ ਇਸ਼ੂਜ਼ ਆ ਉਹਨੂੰ ਆਰਟੀਕੂਲੇਟ ਕਰਕੇ ਮੋਹਰੇ ਲਿਆ ਕੇ ਉਹਦਾ ਬਦਲਾਅ ਲਿਆਉਣ ਵਾਸਤੇ ਮੇਰੇ ਕੋਲ ਇੱਕ ਟੈਲੈਂਟ ਸੀਗਾ ਜਿਹਦੇ ਨਾਲ ਮੈਂ ਹੈਲਪ ਕਰ ਸਕਦਾ ਸੀਗਾ ਕਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੇ ਡਰ ਆਏ ਹੋਣ ਕਿ ਕਿਉਂਕਿ ਹਰ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਹੁੰਦਾ ਹੀ ਆ ਖਾਸ ਕਰਕੇ ਮੈਂ ਤੁਹਾਡੀ ਜਿਹੜੀ ਪਹਿਲੀ ਇਲੈਕਸ਼ਨ ਆ ਉਸ ਟਾਈਮ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ ਮਨ ਦੇ ਵਿੱਚ ਡਰ ਆਏ ਹੋਣ ਕਿ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਐਂਡ ਤੁਸੀਂ ਇਹ ਦੱਸੋ ਕਿ ਵੀ ਆਇਆ ਵੀ ਕੋਈ ਇਹੋ ਜਿਹੀ ਗੱਲਬਾਤ ਮਨ 'ਚ ਕਿ ਨਹੀਂ ਆਈ ਹਾਂਜੀ ਨਹੀਂ ਮੈਂ ਦੱਸਿਆ ਮੈਂ ਤਾਂ ਈਵਨ ਜਦੋਂ ਰਨ ਕੀਤਾ ਸਰੀ ਸੈਂਟਰ ਲਈ ਮੈਂ ਉਦੋਂ ਅਸੀਂ ਥਰਡ ਪਲੇਸ ਪਾਰਟੀ ਸੀਗੀ
ਟ੍ਰੈਡੀਸ਼ਨਲੀ 6,500 ਵੋਟ ਤੋਂ ਵੱਧ ਲਿਬਰਲ ਪਾਰਟੀ ਨੂੰ ਉਸ ਰਾਈਡਿੰਗ 'ਚ ਬਹਿੰਦੀ ਨਹੀਂ ਸੀ। ਇਹ ਥਰਡ ਆਉਂਦੇ ਸੀਗੇ, ਬੜਾ ਡਿਸਟੈਂਟ ਥਰਡ ਪਲੇਸ। ਮੇਨਲੀ ਇਹ ਰਿਫੋਰਮ ਕੰਜ਼ਰਵੇਟਿਵ ਜਾਂ NDP ਸਵਿਚ ਹੁੰਦੀ ਸੀਗੀ, ਇਹ ਬੈਕ ਐਂਡ ਫੋਰਥ। ਲਿਬਰਲ ਦਾ ਤਾਂ ਬਹੁਤ ਦੂਰ ਨਾਂ ਨਿਸ਼ਾਨ ਸੀ। ਪਰ ਮੈਂ ਇਹ ਦੇਖ ਲਿਆ ਸੀ ਕਿ ਇਹਦਾ ਡੈਮੋਗ੍ਰਾਫਿਕ ਚੇਂਜ ਹੋਏ। ਸੋ ਮੇਰਾ ਆਲਰੇਡੀ ਮੈਂ ਐਕਸਪੈਕਟ ਕਰਦਾ ਸੀ ਕਿ ਓਬਵੀਅਸਲੀ ਆਮ ਗੋਇੰ ਟੂ ਟਰਾਈ ਟੂ ਵਿਨ, ਪਰ ਮੈਨੂੰ ਪਤਾ ਸੀਗਾ ਕਿ ਬਹੁਤ ਕਲੋਜ਼ ਹੋਣਾ। ਆਈ ਮੀਨ ਵੀ ਡਿਡ ਵੇ ਬੈਟਰ ਦੈਨ ਐਕਸਪੈਕਟਡ, ਪਰ ਆਪਣੇ ਵਿੱਚ ਮੈਨੂੰ ਪਤਾ ਸੀਗਾ ਕਿ ਮੈਂ ਆਪਣਾ ਜ਼ੋਰ ਬੈਸਟ ਲਾਉਣਾ, ਮੈਂ ਆਪਣੀ ਕੋਸ਼ਿਸ਼ ਕਰਨੀ ਹੈ, ਬਾਕੀ ਵੋਟਰਸ ਡਿਸਾਈਡ ਕਰਨਗੇ। ਸੋ ਯੈਸ, ਜੇ ਨਾ ਜਿੱਤਦਾ ਤਾਂ ਓਬਵੀਅਸਲੀ ਫੀਲ ਮਹਿਸੂਸ ਜ਼ਰੂਰ ਹੋਣੀ ਸੀਗੀ ਡਿਫੀਟ ਦੀ, ਪਰ ਮੈਂ ਇਹ ਪ੍ਰਿਪੇਅਰ ਹੋ ਕੇ ਗਿਆ ਸੀਗਾ ਕਿ ਸ਼ਾਇਦ ਇਹ ਗੱਲ ਪਹਿਲੀ ਵਾਰੀ ਨਾ ਬਣੂਗੀ, ਸਾਨੂੰ ਸੈਕੰਡ ਟਰਾਈ ਕਰਨੀ ਪਊਗੀ। ਰਣਦੀਪ ਜੀ, ਤੁਹਾਡੇ ਲਈ ਇੱਕ ਸਰਪ੍ਰਾਈਜ਼ ਕਾਲਰ ਨੇ। ਓਕੇ। ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨੀ ਕੁ ਦੇਰ ਦੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਹੋ, ਨਹੀਂ ਕਰਦੇ ਰਹੇ, ਉਹਨਾਂ ਦੀ ਆਵਾਜ਼ ਵੀ ਪਛਾਣੋਗੇ ਜਾਂ ਨਹੀਂ ਪਛਾਣੋਗੇ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਗੁਰਦੀਪ ਜੀ ਤੁਹਾਡਾ। ਹਾਂਜੀ ਹਾਂਜੀ ਹਾਂਜੀ, ਬਾਤ ਬਹੁਤ ਅੱਛਾ ਜੀ। ਰਣਦੀਪ ਸਿੰਘ ਤਾਂ ਸਾਡੀ ਫੈਮਲੀਆਂ ਦਾ ਪ੍ਰਾਈਡ ਹੈ, ਕਮਿਊਨਿਟੀ ਦਾ ਇਸ ਵੇਲੇ ਪ੍ਰਾਈਡ ਆ। ਔਰ ਮੈਂ ਰਣਦੀਪ ਸਿੰਘ ਨੂੰ ਜਾਣਨਾ ਬਚਪਨ ਤੋਂ। ਅਸਲ 'ਚ ਰਣਦੀਪ ਸਿੰਘ ਲਈ ਬੜਾ ਐਡਵਾਂਟੇਜ ਰਿਹਾ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ, ਮੇਰੇ ਮੈਂਟਰ ਵੀ ਸੀ, ਐਡਵਾਈਜ਼ਰ ਵੀ ਸੀਗੇ। ਉਹ ਇੱਕ ਐਸੇ ਕਮਿਊਨਿਟੀ ਦੇ ਅਣਥੱਕ ਵਰਕਰ ਸੀ ਔਰ ਇੰਨੇ ਓਨੈਸਟ ਔਰ ਸਟੇਟ ਫਾਰਵਰਡ ਸੀਗੇ, ਜਿਹੜੇ ਸੱਚਾਈ ਦੇ ਨਾਲ ਖੜ੍ਹਦੇ ਸੀਗੇ। ਔਰ ਜਿਹੜਾ ਉਹਨਾਂ ਨੇ ਫੈਸਲਾ ਕਰ ਲਿਆ, ਚਾਹੇ ਸਾਰੀ ਦੁਨੀਆ ਇੱਕ ਪਾਸੇ ਹੋਵੇ, ਜੇ ਉਹ ਕੰਮ ਸਹੀ ਹੈਗਾ ਉਹ ਖੜ੍ਹਦੇ ਸੀਗੇ। ਇਹ ਬਚਪਨ ਤੋਂ ਉਹਨਾਂ ਦੇ ਨਾਲ ਰਿਹਾ। ਇਹ ਬੜਾ ਵੱਡਾ ਐਡਵਾਂਟੇਜ ਰਣਦੀਪ ਸਿੰਘ ਨੂੰ ਰਿਹਾ ਵੀ ਉਹ ਛੋਟਾ, ਜਦੋਂ ਉੱਥੇ ਅਕਾਲੀ ਸਿੰਘ ਇੱਕ ਬਿਲਡਿੰਗ ਬਣ ਰਹੀ ਸੀ, ਉਹਦੇ ਵਾਈਸ ਚੇਅਰ ਸੀਗੇ ਮੋਹਨ ਸਿੰਘ ਸਰਾਏ, ਇਹਨਾਂ ਦੇ ਪਿਤਾ ਜੀ, ਉੱਥੇ ਕਮੇਟੀ ਦੇ ਚੇਅਰਮੈਨ ਵੀ ਰਹੇ। ਇਹ ਨਾਲ ਹੀ ਹੁੰਦਾ ਸੀਗਾ। ਅੱਛਾ ਅੱਛਾ। ਸੋ ਇਹ ਬਾਕੀ ਜਿਹੜੀਆਂ ਛੋਟੇ ਹੁੰਦਿਆਂ ਨੂੰ ਤੁਸੀਂ ਦੇਖਿਆ ਹੋਇਆ ਇਹਨਾਂ ਨੂੰ? ਹਾਂ ਬਿਲਕੁਲ। ਦੂਜੀ ਮੈਨੂੰ ਇੱਕ ਗੁਰਦੀਪ ਜੀ, ਇਹ ਮੇਰਾ ਹੁਣ ਤੁਸੀਂ ਇੰਟਰਸਟ ਵਧਾ ਦਿੱਤਾ ਇਹ ਗੱਲ ਕਹਿ ਕੇ ਕਿ ਛੋਟੇ ਹੁੰਦਿਆਂ ਨੂੰ ਦੇਖਿਆ। ਇੱਕ ਬੱਚੇ ਦੇ ਤੌਰ ਤੇ ਰਣਦੀਪ ਕਿਹੋ ਜਿਹਾ ਸੀ? ਬਹੁਤ ਅੱਛਾ ਸੀ ਲੜਕਾ, ਬਹੁਤ ਸ਼ੁਰੂ ਤੋਂ। ਇਹ ਹਮੇਸ਼ਾ ਰੈਡੀ ਟੂ ਲਰਨ, ਰੈਡੀ ਟੂ, ਕੋਈ ਵੀ ਇਹਨੂੰ ਅਪਰਚੁਨਿਟੀ ਮਿਲਦੀ ਸੀ, ਜਿਹ 'ਚ ਕੋਈ ਲਰਨ ਹੁੰਦਾ ਤਾਂ ਹੀ ਵਾਜ਼ ਗੁੱਡ ਲਰਨਰ। ਅੱਛਾ, ਸਮਝੇ ਨਾ। ਤੇ ਬਾਕੀ ਇਹ ਆ ਵੀ ਬੜਾ ਓਨੈਸਟ ਸੀ, ਬੜਾ ਹਰੇਕ ਨਾਲ ਪਿਆਰ ਕਰਦਾ ਸੀਗਾ। ਤੇ ਬੜੇ ਇਹਦੇ ਬਚਪਨ ਤੋਂ ਹੀ ਬੜਾ ਇਹ ਕੀ ਕਹਿੰਦੇ ਆ ਇਹਨੂੰ, ਸਾਰੇ ਲਾਈਕ ਕਰਦੇ ਸੀ, ਜਿਹਨੂੰ ਮਿਲਦਾ ਸੀ ਚੇਤੇ ਰੱਖਦੇ ਸੀਗੇ। ਤੇ ਬਾਕੀ ਗਾਹਾਂ ਜਦੋਂ ਪੋਲੀਟਿਕਸ ਵੀ ਆਇਆ, ਇਹਨੇ ਬੜੀ ਮਿਹਨਤ ਕੀਤੀ। ਮੈਂ ਦੇਖਿਆ ਇਹਨੂੰ ਏਦਾਂ ਹੀ ਇਹਦੇ ਝੋਲੀ 'ਚ ਨਹੀਂ ਪੈ ਗਈ। ਹੀ ਵਰਕ ਵੈਰੀ ਹਾਰਡ। ਜਦੋਂ ਇਹਨੇ ਉਦੋਂ ਉੱਧਰ ਸਰੀ ਸੈਂਟਰਲ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜਿਆ, ਉੱਦਾਂ ਵੀ ਹਰੇਕ ਇਲੈਕਸ਼ਨ ਦੇ ਵਿੱਚ ਇਹਨੇ ਹਰ ਧਾਲੀਵਾਲ ਸਾਰਿਆਂ ਦੇ ਨਾਲ ਇਹਨੇ ਰਿਲੇਸ਼ਨ ਇੰਨੇ ਚੰਗੇ। ਦੂਜਾ ਇੱਕ ਬੜਾ ਵੱਡਾ ਇਹਨੂੰ ਐਡਵਾਂਟੇਜ ਇਹ ਹੋਇਆ, ਜਿਹੜਾ ਲਾਈਫ ਪਾਰਟਨਰ ਮਿਲਿਆ ਇਹਨੂੰ ਜੀ, ਉਹ ਸਰਬਜੀਤ, ਉਹ ਵੀ ਉਹਦਾ ਵੀ ਜਿਹੜਾ ਬੜੀ ਵੱਡੀ ਰਣਦੀਪ ਸਿੰਘ ਨੂੰ ਐਡਵਾਂਟੇਜ ਹੋਇਆ। ਗੁਰਦੀਪ ਜੀ, ਤੁਸੀਂ ਇੰਨਾ ਕੁਛ ਇਹਨਾਂ ਬਾਰੇ ਜਾਣਦੇ ਹੋ। ਪਹਿਲਾਂ ਮੈਂ ਹੁਣ ਇਹਨਾਂ ਨੂੰ ਪੁੱਛਦੀ ਹਾਂ ਕਿ ਤੁਹਾਨੂੰ ਜਾਣਦੇ ਕਿ ਨਹੀਂ ਜਾਣਦੇ ਇਹ? ਨਹੀਂ ਪੂਰਾ ਜੀ। ਇਹਨਾਂ ਮੈਂ ਜਿਹੜਾ ਮੈਂਸ਼ਨ ਕੀਤਾ ਸੀ, ਥੈਂਕ ਯੂ ਅੰਕਲ ਜੀ। ਮੈਂ ਜਿਹੜਾ ਪਹਿਲੀ ਵਾਰੀ ਆਟਵਾ ਗਿਆ, ਉਹ ਉਦੋਂ ਓਏਸਿਸ ਹੁੰਦੀ ਸੀ ਆਰਗੇਨਾਈਜੇਸ਼ਨ, ਜਿੱਦਾਂ ਪਿਕਸ ਹੈਗੀ ਅੱਜ ਕੱਲ੍ਹ ਇਮੀਗ੍ਰੈਂਟ ਸੈਟਲਮੈਂਟ ਸੁਸਾਇਟੀ। ਉਹਨਾਂ ਨੇ BC ਵੱਲੋਂ ਪਿਕ ਕੀਤਾ ਸੀਗੇ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ। ਇਹ ਕ੍ਰਾਈਮ ਪ੍ਰੀਵੈਂਸ਼ਨ ਕਾਨਫਰੰਸ ਆ। ਮੈਂ ਪਹਿਲਾਂ BC ਨੂੰ ਦੇ ਵਿੱਚ ਪਾਰਟੀਸਪੇਟ ਕੀਤਾ, ਉਹਨੂੰ ਫਿਰ ਫੋਰਵਰਡ ਕਰਕੇ ਯੂਥ ਦੇ ਜਿਹੜੇ ਕ੍ਰਾਈਮ ਦੇ ਮਸਲੇ, ਉਦੋਂ ਗੈਂਗ ਵਾਇਲੈਂਸ ਵਗੈਰਾ ਇੱਥੇ ਸ਼ੁਰੂਆਤ ਹੋਇਆ ਹੀ ਸੀ। ਤਾਂ ਉਹਦੇ ਵਾਸਤੇ ਆਟਵਾ ਦੇ ਵਿੱਚ, ਮੌਂਟਰੀਆਲ ਦੇ ਵਿੱਚ ਸਮਟ ਹੋਣਾ ਸੀਗਾ, ਉੱਥੇ ਭੇਜਣ ਵਾਸਤੇ ਇਹਨੇ ਮੈਨੂੰ ਉਦੋਂ ਨੋਮੀਨੇਟ ਕੀਤਾ। ਔਰ ਜਿਹੜੀਆਂ ਮੈਂ ਤੁਹਾਨੂੰ ਦੱਸਿਆ, ਮੇਰੇ ਘਰਾਂ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਪੋਲੀਟਿਸ਼ੀਅਨ ਆਉਂਦੇ ਸੀ, ਇਹ ਉਹਨਾਂ ਦੇ ਵਿੱਚੋਂ ਮੇਰੇ ਡੈਡੀ ਉਹਨਾਂ ਦੇ ਰਾਈਟ ਹੈਂਡ ਹੁੰਦੇ ਸੀਗੇ। ਸੋ ਹਮੇਸ਼ਾ ਉੱਥੇ ਹਾਜ਼ਰ ਹੁੰਦੇ ਸੀਗੇ। ਔਰ ਮੈਨੂੰ ਗੁੜਤੀ
ਇਹਨਾਂ ਵਰਗਿਆਂ ਇਨਸਾਨਾਂ ਤੋਂ ਮਿਲੀ ਹੈ। ਸੋ ਆਮ ਵੈਰੀ ਫੋਰਚੂਨੇਟ ਕਿ ਔਰ ਇਹਨਾਂ ਦਾ ਵੀ ਇਹੀ ਪ੍ਰਿੰਸੀਪਲ ਹੁੰਦਾ ਸੀਗਾ ਕਿ ਲੋਕਾਂ ਨੂੰ ਦੇਣਾ ਬੈਕ। ਆਪਣਾ ਕੰਮ ਬੇਸ਼ੱਕ ਕੱਲ੍ਹ ਨੂੰ ਕਰ ਲਓ, ਦੂਸਰਿਆਂ ਦਾ ਪਹਿਲਾਂ ਕਰੋ। ਇਹ ਨੇਚਰ ਇਹਨਾਂ ਦੀ ਅੰਕਲ ਹੋਣਾ ਦੀ ਸੀਗੀ। ਤਾਂ ਅਸੀਂ ਇਹਨਾਂ ਨੂੰ ਵਾਚ ਕਰਦੇ ਔਰ ਕੋਆਪਰੇਟਿਵ ਮੈਨਰ ਦੇ ਵਿੱਚ ਨਹੀਂ ਆਲਵੇਜ਼, ਚਾਹੇ ਗੁਰੂ ਘਰ ਜਾਂ ਕੋਈ ਵੀ ਕਮਿਊਨਿਟੀ ਦੇ ਕੰਮਕਾਰ ਸੀਗੇ। ਪੋਲੀਓ ਦੀ ਕੈਂਪੇਨ ਦੇ ਵਿੱਚ ਅੱਜ ਕੱਲ੍ਹ ਤਾਂ ਬਹੁਤ ਲੋਕ ਤਨਾਟ ਹੈ ਔਰ ਕਾਫੀ ਪੈਸੇ ਇਹ ਨਹੀਂ ਗੋਸਲ ਹੁਣੀ ਨੰਬਰ 5 ਰੋਡ ਤੋਂ ਗੁਰਦੀਪ ਸਿੰਘ ਅਟਵਾਲ ਸਾਡੇ ਫਾਦਰ, ਉਹਨਾਂ ਨੇ ਪਹਿਲੀ ਵਾਰੀ ਰੋਟਰੀ ਕਲੱਬ ਦੇ today's show for you, not for me. ਓਕੇ ਗੁਰਦੀਪ Let's talk about you. ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਹਾਂ, ਸਾਡੇ ਕੋਲ ਕਿਉਂਕਿ ਖਬਰਾਂ ਦਾ ਸਮਾਂ ਹੋ ਰਿਹਾ, ਖਬਰਾਂ ਆਪਾਂ ਸੁਣਦੇ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ। It's my pleasure. ਹਾਂਜੀ ਥੈਂਕ ਯੂ ਰਣਦੀਪ ਸਿੰਘ, putting good words. So ਮੈਨੂੰ ਪਤਾ ਵੀ ਤੂੰ ਪਿਆਰ ਕਰਦਾ, ਕਿਉਂਕਿ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਥੈਂਕ ਯੂ। ਓਕੇ ਜੀ, ਥੈਂਕ ਯੂ ਫॉर ਕਾਲਿੰਗ। ਥੈਂਕ ਯੂ ਸੋ ਮਚ ਜੀ। ਥੈਂਕ ਯੂ। ਇਸ ਹਿੱਸੇ ਦੇ ਵਿੱਚ ਥੋੜ੍ਹੀਆਂ ਜਿਹੀਆਂ ਮੈਂ ਪਰਸਨਲ ਗੱਲਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ। ਘਰ ਦੇ ਵਿੱਚ ਕਿਸ ਤਰ੍ਹਾਂ ਸਭ ਕੁਝ ਚੱਲਦਾ? ਤੁਸੀਂ ਵਿੱਚ ਮੈਂਸ਼ਨ ਕੀਤਾ ਕਿ ਤੁਹਾਡੇ 3 ਬੱਚੇ ਨੇ, ਫੈਮਿਲੀ ਹੈ, ਵਿੱਚ ਤੁਹਾਡੀ ਵਾਈਫ ਦਾ ਜ਼ਿਕਰ ਆਇਆ, ਸਰਬਜੀਤ ਦਾ ਜ਼ਿਕਰ ਆਇਆ। ਜਿਹੜਾ ਟਾਈਮ ਹੈ ਇਹ ਕਿਸ ਢੰਗ ਦੇ ਨਾਲ ਬੈਲੈਂਸ ਕਰਦੇ ਹੋ? ਪਹਿਲਾਂ ਸ਼ੁਰੂ ਦੇ ਵਿੱਚ ਆਪਣੀ ਗੱਲ ਜ਼ਰੂਰ ਇੱਕ ਵਾਰੀ ਹੋਈ ਸੀ ਕਿ ਕਿੰਨਾ ਕੁ ਸਮਾਂ ਤੁਸੀਂ MP ਰਣਦੀਪ ਸਿੰਘ ਸਰਾਏ ਬਣ ਕੇ ਰਹਿੰਦੇ ਹੋ, ਕਿੰਨੀ ਕੁ ਦੇਰ ਸਿਰਫ ਰਣਦੀਪ ਸਿੰਘ, ਜਦੋਂ ਰਣਦੀਪ ਹੁੰਦਾ ਉਹ ਹੁੰਦਾ। ਜਿਹੜਾ ਟਾਈਮ ਮੈਨੇਜ ਕਰਨਾ ਉਹ ਕਿੰਨਾ ਕੁ ਈਜ਼ੀ ਹੈ, ਕਿੰਨਾ ਕੁ ਔਖਾ ਹੈ? ਮੈਂ ਜ਼ਰੂਰ ਜਾਣਨਾ ਚਾਹੁੰਦੀ ਇਹਦੇ ਬਾਰੇ। ਸ਼ੋਰ, ਦੇਖੋ ਇਹ ਕਾਫੀ ਚੈਲੰਜਿੰਗ ਹੈ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ, ਕਿਉਂਕਿ ਬੈਰੀਅਰਸ ਬਹੁਤ ਘੱਟ ਆ। ਲੋਕ ਸੋਚਦੇ ਤੁਹਾਨੂੰ ਰਾਤ ਨੂੰ ਵੀ ਫੋਨ ਕਰ ਲੈਣ, ਲੇਟ ਈਵਨਿੰਗ। ਆਪਣੀ ਕਮਿਊਨਿਟੀ ਦੇ MP ਬਣਨਾ ਦੂਸਰੀ ਕਮਿਊਨਿਟੀਜ਼ ਦੇ MPs ਦੇ ਕੰਪੈਰੇਟਿਵਲੀ ਡਿਫਰੈਂਟ ਹੈ? ਕੁਝ ਬਹੁਤ ਡਿਫਰੈਂਟ ਹੈ। ਹਾਂਜੀ, ਜੇ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਜੋਨਾਥਨ ਵਿਲਕਿਨਸਨ ਮੇਰੇ ਕੋਲੀਗ ਜਿਹੜੇ ਮਿਨਿਸਟਰ ਵੀ ਆ ਨਾਰਥ ਵੈਨਕੂਵਰ ਦੇ, ਉਹਨਾਂ ਨਾਲ ਗੱਲ ਕਰਦੇ ਸੀ ਵੀ ਸਮਰ ਪ੍ਰੀ ਕੋਵਿਡ ਪੋਸਟ ਕੋਵਿਡ ਕਿੱਦਾਂ ਹੁੰਦੀ ਆ। ਤਾਂ ਉਹ ਕਹਿੰਦੇ ਵੀ ਮੇਰੀ ਤਾਂ ਨੋਰਮਲੀ ਸਮਰ ਦੇ ਵਿੱਚ ਮੇਰੇ 2 ਇਵੈਂਟ ਹੁੰਦੇ ਆ ਸਾਰੀ ਸਮਰ ਦੇ ਵਿੱਚ। ਇੱਕ ਕੈਨੇਡਾ ਡੇ ਦਾ ਹੁੰਦਾ ਅਤੇ ਇੱਕ ਮੇਰਾ ਨਰੂਸ ਦਾ ਹੁੰਦਾ, ਉੱਥੇ ਪਰਸ਼ੀਅਨ ਨਿਊ ਈਅਰ। ਉਹ 2 ਦਿਨ ਦੀ ਸੈਲੀਬ੍ਰੇਸ਼ਨ ਹੁੰਦੀ ਆ। ਅੱਛਾ। ਮੈਂ ਕਿਹਾ ਸਾਡੇ ਤਾਂ ਕਬੱਡੀ ਟੂਰਨਾਮੈਂਟ, ਫੀਲਡ ਹਾਕੀ ਟੂਰਨਾਮੈਂਟ, ਵਿਆਹ ਸ਼ਾਦੀਆਂ, ਫਿਊਨਰਲਸ, ਫੰਡ ਰੇਜ਼ਰ, ਨਗਰ ਕੀਰਤਨ ਇੰਨੇ ਹੁੰਦੇ ਕਿ ਸਾਡੇ ਕੋਲ ਈਚ ਵੀਕਐਂਡ ਦੇ ਵਿੱਚ 6-6, 8-8 ਇਵੈਂਟਸ ਹੋ ਜਾਂਦੇ ਆ। ਸੋ ਵੈਰੀ ਡਿਫਰੈਂਟ ਆ। ਔਰ ਉਹਨਾਂ ਦੇ ਸੈੱਲ ਫੋਨਸ ਆਮ ਪਬਲਿਕ ਨੂੰ ਨਹੀਂ ਹੈਗੇ ਆ। ਸੋ ਉਹ ਆਫਿਸ ਨੂੰ ਫੋਨ ਕਰਨਗੇ, ਆਫਿਸ ਤੁਹਾਨੂੰ ਕਰੋਗੇ। ਸਾਡੇ ਕਮਿਊਨਿਟੀ ਦੇ ਵਿੱਚ ਸੈੱਲ ਫੋਨ ਕਾਫੀ ਕਾਮਨ ਹੈਗਾ, ਸਾਰਿਆਂ ਕੋਲ ਹੈਗਾ। ਉਹ ਰਾਤ ਨੂੰ ਕਰ ਲੈਂਦੇ, ਦਿਨ ਨੂੰ ਕਰ ਲੈਂਦੇ। ਜੇ ਆਪ ਨਹੀਂ ਤੁਹਾਡਾ ਸਪੋਰਟਰ ਨੂੰ ਲੱਭ ਲੈਂਦੇ, ਉਹਨਾਂ ਕਾਲ ਕਰ ਲੈਂਦੇ ਆ। ਜੇ ਪਰਿਵਾਰਿਕ ਤੌਰ ਦੇ ਉੱਤੇ ਮੈਂ ਗੱਲ ਕਰਨੀ ਹੋਵੇ, ਸਭ ਤੋਂ ਕਲੋਜ਼ ਤੁਸੀਂ ਕਿਹਨਾਂ ਦੇ ਸਭ ਤੋਂ ਕਲੋਜ਼ ਹੋ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ? ਪਰਿਵਾਰਕ ਮੈਂਬਰਾਂ 'ਚ ਓਬਵੀਅਸਲੀ ਮੇਰੇ ਵਾਈਫ ਨਾਲ ਸਭ ਤੋਂ ਕਲੋਜ਼ੈਸਟ ਆ। ਉਹ ਮੇਰੇ ਪੋਲੀਟੀਕਲ ਕੌਨਫੀਡੈਂਟ ਵੀ ਹੈਗੇ ਆ, ਕਿਉਂਕਿ ਉਹ ਆਪ ਸਿਆਸਤ 'ਚ ਰਹੇ ਆ। ਸੋ ਉਹਨਾਂ ਦਾ ਕਾਫੀ ਐਕਸਪੀਰੀਅੰਸ ਹੈ। ਔਰ ਉਹਨਾਂ, ਜਿਵੇਂ ਅੰਕਲ ਉਹਨਾਂ ਨੇ ਪਹਿਲਾਂ ਵੀ ਕਿਹਾ, ਮੈਨੂੰ ਕਾਫੀ ਫਾਇਦਾ, ਕਿਉਂਕਿ ਕਈ ਸਪਾਊਸਿਸ ਦਾ ਇੰਟਰਸਟ ਹੈ ਨਹੀਂ ਗਾ ਪੋਲੀਟਿਕਸ ਦੇ ਵਿੱਚ। ਉਹ ਲਾਈਕ ਵੀ ਨਹੀਂ ਕਰਦੇ ਆ, ਜਾਂ ਉਹਨਾਂ ਦਾ ਆਪ ਦੀ ਪੈਸ਼ਨ ਕੋਈ ਹੈ ਨਹੀਂ ਗੀ। ਸੋ ਉਹਨਾਂ ਦਾ ਸੇਮ ਪੈਸ਼ਨ ਹੋਣਾ ਮੈਨੂੰ ਬਹੁਤ ਫਾਇਦੇਮੰਦ ਹੁੰਦਾ ਕਿ ਮੈਂ ਉਹਨਾਂ ਨਾਲ ਗੱਲ ਕਰ ਸਕਦਾ, ਡਿਸਕਸ ਕਰ ਸਕਦਾ। ਉਹਨਾਂ ਦਾ ਸੇਮ ਇੰਟਰਸਟ ਆ ਔਰ ਉਹ ਸੇਮ ਲੋਕਾਂ ਨੂੰ ਜਾਣਦੇ ਆ। ਸੋ ਕਿਉਂਕਿ ਉਹ ਪੋਲੀਟੀਕਲ ਫੀਲਡ 'ਚ ਰਹੇ ਆ ਔਰ ਉਹ ਸਲਾਹ ਵੀ ਅੱਛੀ ਦੇ ਦਿੰਦੇ ਆ। ਸੋ ਆਈ ਥਿੰਕ ਉਹ ਮੇਰੇ ਨਾਲ ਮੋਸਟ ਈਜ਼ੀਐਸਟ ਕੰਪੈਨੀਅਨ ਹੈਗੇ ਆ, ਜਿਹਦੇ ਨਾਲ ਮੈਂ ਸ਼ੇਅਰ ਕਰ ਲੈਂਦਾ ਜਿਹੜੇ ਪੋਲੀਟੀਕਲ ਓਪੀਨੀਅਨ ਜਾਂ ਕੰਮ ਦੇ ਜਾਂ ਜੋ ਵੀ ਵਰਕ ਰਿਲੇਟਡ ਇਸ਼ੂਜ਼ ਹੈਗੇ ਆ। ਥੋੜ੍ਹਾ ਜਿਹਾ ਤੁਹਾਡੇ ਬਾਰੇ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਵੀ ਇਹ ਹੁਣ ਆਵਾਜ਼ ਤੁਸੀਂ ਪਛਾਣਦੇ ਹੋ ਕਿ ਨਹੀਂ। ਮੈਂ ਕਾਲਰ ਨੂੰ ਇੰਨੀ ਗੁਜ਼ਾਰਿਸ਼ ਕਰਾਂਗੀ ਕਿ ਸਿਰਫ ਤੁਸੀਂ ਹੈਲੋ ਹੀ ਕਹਿਣੀ ਹੈ ਜੀ। ਹੈਲੋ। ਹਾਂਜੀ, ਹੈਲੋ। ਜੀ ਮਾਤਾ ਜੀ, ਕੀ ਹਾਲ ਚਾਲ? ਦੱਸੋ ਜੀ, ਕੌਣ ਨੇ? ਇਹ ਮਾਤਾ ਜੀ ਸਾਡੇ ਜੀ। ਅਮਰੀਕ ਜੀ, ਮੈਨੂੰ ਲੱਗਦਾ ਕਿ ਅਸੀਂ ਇਸ ਵੇਲੇ ਸਟੂਡੀਓ 'ਚ ਬੈਠੇ ਹਾਂ। ਹਾਂਜੀ। ਤੁਸੀਂ ਬਿਲੀਵ ਨਹੀਂ ਕਰੋਗੇ, ਹਾਂਜੀ, ਰਣਦੀਪ ਜੀ ਦੀਆਂ ਅੱਖਾਂ ਭਰ ਰਹੀਆਂ, ਕੋਈ ਐਲਰਜੀ ਅਟੈਕ ਲੱਗ ਰਿਹਾ ਹੈ ਨਾ। ਮੈਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਰਣਦੀਪ ਸ਼ਾਇਦ ਮੰਮੀ ਨੂੰ ਯਾਦ ਕਰ ਕਰਕੇ ਇਮੋਸ਼ਨਲ ਹੋ ਰਿਹਾ ਤੇ ਮੰਮੀ ਆ ਕੇ ਸਰਪ੍ਰਾਈਜ਼ ਦੇ ਰਹੇ ਆ। ਕੀ ਕਹਿਣਾ ਚਾਹੁੰਦੇ ਹੋ ਰਣਦੀਪ ਬਾਰੇ? ਐਕਚੁਅਲੀ ਅਸੀਂ ਦੋਨੇ ਮਦਰ ਤਾਂ ਸਾਨੂੰ ਬਹੁਤ ਕਲੋਜ਼ ਆ। ਤਾਂ ਵੇ ਮੈਂ ਆਪਣੀ ਤੁਹਾਨੂੰ ਹੁਣ ਫੀਲਿੰਗ ਦੱਸਦੀ ਕਿ ਇਹਦਾ ਕੁਛ, ਇਹਨੂੰ ਕੋਈ ਗੱਲ ਹੋਵੇ ਦੈਨ ਆਈ ਕੈਨ ਫੀਲ ਇਟ, ਮੇ ਬੀ 1000 ਮਾਈਲਸ ਦੂਰ ਮੇਰੇ ਤੋਂ ਹੋਵੇ। ਅੱਛਾ, ਇਹ ਹੁਣ ਤੁਸੀਂ ਸੋਚ ਲਓ ਇਹਦੇ ਬਾਰੇ। ਬਾਕੀ ਮੈਂ ਤਾਂ ਹੁਣ ਮਹਿਸੂਸ ਕਰ ਲਿਆ। ਮੈਂ ਤਾਂ ਦੇਖ ਰਹੀ ਸੀ, ਮੈਂ ਕਿਹਾ ਟਿਸ਼ੂ ਮੰਗਵਾ ਰਹੇ ਆ, ਐਲਰਜੀ ਦਾ ਅਟੈਕ ਜਿਹਾ ਹੋ ਰਿਹਾ, ਅੱਖਾਂ ਇਹਨਾਂ ਦੀਆਂ ਭਰ ਰਹੀਆਂ ਤੇ ਮੰਮੀ ਬਿਲਕੁਲ ਮੌਕੇ ਤੇ ਆ ਪਹੁੰਚੇ ਆ। ਹਾਂਜੀ, ਥੈਂਕ ਯੂ।
ਸਾਡੇ ਮੰਮੀ ਜੀ ਦਾ ਸਭ ਤੋਂ ਜ਼ਿਆਦਾ ਸੈਂਸਿਟਿਵਿਟੀ ਹੁੰਦੀ ਆ ਵੇ ਕੋਈ ਮੈਨੂੰ ਹੋਵੇ ਨਾ ਕੋਈ ਕੋਈ ਪੋਲੀਟੀਕਲੀ ਕੋਈ ਗੱਲ ਨਾ ਗਲਤ ਕਹੇ ਕੋਈ ਪਰਸਨਲ ਨਾ ਕਦੇ ਹੋਵੇ ਮੈਂ ਸੇਫ ਰਹਾਂ ਮੈਂ ਠੀਕ ਰਹਾਂ ਔਰ ਜਿਵੇਂ ਨਹੀਂ ਕਿਹਾ ਮਾਮਾ ਨੂੰ ਹੁੰਦਾ ਸਿਕਸ ਸੈਂਸ ਜਿਹੜਾ ਹੁੰਦਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਕੋਈ ਇਸ਼ੂ ਆ ਬੱਚੇ ਨੂੰ ਜਾਂ ਕੋਈ ਪ੍ਰੋਬਲਮ ਆ ਤਾਂ ਈਵਨ ਅਸੀਂ ਨਹੀਂ ਵੀ ਦੱਸੀਦਾ ਕਿਉਂਕਿ ਕੋਈ ਵੀ ਆਪਣੇ ਮਾਂ ਪਿਓ ਨੂੰ ਬਰਡਨ ਨਹੀਂ ਕਰਨਾ ਚਾਹੁੰਦਾ ਖਾਸ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ ਕਿ ਕੋਈ ਗੱਲ ਹੈਗੀ ਆ ਤੇ ਜਿਹੜਾ ਦੱਸ ਨਹੀਂ ਰਹੇ ਸੋ ਅਮਰੀਕ ਜੀ ਇੱਕ ਚੀਜ਼ ਦੱਸੋ ਕਿ ਰਣਦੀਪ ਜਦੋਂ ਉਦਾਸ ਹੁੰਦੇ ਆ ਕਿਹੜੀਆਂ ਗੱਲਾਂ ਕਰਕੇ ਜ਼ਿਆਦਾ ਉਦਾਸ ਹੁੰਦੇ ਆ ਜਾਂ ਕਦੇ ਉਦਾਸ ਹੁੰਦੇ ਹੀ ਨਹੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਵੈਸੇ ਤਾਂ ਚੜ੍ਹਦੀ ਕਲਾ 'ਚ ਰਹਿੰਦੇ ਪਰ ਜਦ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਹੋਵੇ ਫਿਰ ਥੋੜੀ ਜਿਹੀ ਉਦਾਸੀ ਆਉਂਦੀ ਆ ਨਾ ਬੱਚੇ ਨੂੰ ਕਿਉਂਕਿ ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਰਣਦੀਪ ਨੂੰ ਕਦੇ ਬਿਲਕੁਲ ਲੋ ਮੂਡ ਦੇ ਵਿੱਚ ਦੇਖਿਆ ਹੋਵੇ ਜਦੋਂ ਬਹੁਤ ਉਦਾਸ ਹੋਣ ਤੇ ਯਾਦ ਨੇ ਕੁਝ ਇਹੋ ਜਿਹੇ ਮੂਮੈਂਟਸ ਤੁਹਾਨੂੰ ਜਦੋਂ ਤੁਹਾਨੂੰ ਏਦਾਂ ਦੇ ਮੂਮੈਂਟ ਹੈ ਪਰ ਮੈਂ ਅੱਖੀ ਨਹੀਂ ਦੇਖੇ ਪਰ ਮੈਂ ਥਿੰਕਿੰਗ ਨਾਲ ਦੇਖਿਆ ਸਾਰਾ ਕੁਝ। ਅੱਛਾ ਹਾਂਜੀ ਕਿ ਮੇਰਾ ਬੱਚਾ ਇਸ ਵੇਲੇ ਬਹੁਤ ਉਦਾਸ ਆ ਕਿਸੇ ਪ੍ਰੋਬਲਮ 'ਚ ਏਦਾਂ ਨਹੀਂ ਕਿ ਮੈਂ ਫੇਸ ਟੂ ਫੇਸ ਦੇਖਿਆ ਨਹੀਂ ਅਵੇ ਫਰਮ ਮੀ ਮੈਨੂੰ ਇਹਦਾ ਫੀਲ ਹੋ ਜਾਂਦਾ ਪਤਾ ਲੱਗ ਜਾਂਦਾ ਮੈਨੂੰ। ਹਾਂਜੀ ਇੱਕ ਦੋ ਗੱਲਾਂ ਮੈਂ ਹੋਰ ਜਾਣਨਾ ਚਾਹੁੰਦੀ ਹਾਂ ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਦੱਸ ਸਕਦੇ ਹੋ ਕੋਈ ਹੋਰ ਨਹੀਂ ਦੱਸ ਸਕਦਾ। ਥੋੜੀ ਇਹਨਾਂ ਨੇ ਬਚਪਨ ਦੀ ਗੱਲ ਕੀਤੀ ਹੈ ਕਹਿੰਦੇ ਕਿ ਵੀ ਮੰਮੀ ਡੈਡੀ ਸਾਨੂੰ ਪੰਜਾਬੀ ਪੜ੍ਹਨ ਦੇ ਲਈ ਕਹਿੰਦੇ ਹੁੰਦੇ ਸੀ ਸਾਨੂੰ ਸਿਖਾਉਂਦੇ ਹੁੰਦੇ ਸੀ ਕਦੇ ਇਹੋ ਜਿਹੀਆਂ ਗੱਲਾਂ ਰਣਦੀਪ ਨੇ ਕੀਤੀਆਂ ਹੋਣ ਕਦੇ ਤੰਗ ਕੀਤਾ ਹੋਵੇ ਇੱਕ ਜਿੱਦਾਂ ਅਕਸਰ ਆਪਾਂ ਮਾਵਾਂ ਕਹਿ ਦਿੰਦੀਆਂ ਕਿ ਵਿਗੜਿਆ ਹੋਇਆ ਬੱਚਾ ਕਦੇ ਇਸ ਤਰ੍ਹਾਂ ਦਾ ਬੱਚਾ ਰਿਹਾ ਹੋਵੇ ਹੁਣ ਇਹ ਨਹੀਂ ਕਿ MP ਬਣ ਗਿਆ ਹੁਣ ਦਿਲ ਦੀਆਂ ਗੱਲਾਂ ਦੱਸਣੀਆਂ ਨਹੀਂ ਹੈ। ਨਹੀਂ ਏਦਾਂ ਦਾ ਮੇਰੇ ਤੇ ਇਹਦੇ ਨਾਲ ਕੋਈ ਟਾਈਮ ਆਇਆ ਹੀ ਨਹੀਂ। ਸਿਰਫ ਇੱਕੋ ਵਾਰੀ ਇਹਨੂੰ ਬਹੁਤ ਸਖਤੀ ਨਾਲ ਕਿਹਾ ਸੀ ਇਹਨੂੰ ਪੰਜਾਬੀ ਸਿਖਾਉਂਦੇ ਸੀ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਕੰਮ ਕਰਦੀ ਸੀ ਫੌਜ ਤੇ ਮੇਰੀ ਸਿਸਟਰ ਲਾ ਵੀ ਭਰਜਾਈ ਵੀ ਸਿਖਾ ਇਹ ਇੱਕ ਦਿਨ ਕਹਿੰਦਾ ਡੈਡੀ ਜੀ ਤੁਹਾਨੂੰ ਅੱਜ ਨਾ ਮੈਨੂੰ ਲੈ ਕੇ ਜਾਣਾ ਪੈਣਾ ਮੈਨੂੰ ਪਤਾ ਲੱਗਾ ਰੋਸਟੀਡ ਗੁਰਦੁਆਰੇ ਸਾਹਿਬ ਬਹੁਤ ਸੋਹਣੇ ਟੀਚਰ ਆ ਬਹੁਤ ਸੋਹਣੀ ਪੰਜਾਬੀ ਸਿਖਾਉਂਦੇ ਆ। ਉਦੋਂ ਇਹਨੂੰ ਏਦਾਂ ਜ਼ਰੂਰੀ ਮਜਬੂਰੀ ਨਾਲ ਕਿਹਾ ਤਾਂ ਅਸੀਂ ਫਿਰ ਲੈ ਕੇ ਚਰਗੱਦੋਨੀ ਇਹਨੂੰ ਗੁਰਦੁਆਰਾ ਸਾਹਿਬ ਹਾਂ ਫਿਰ ਇਹਨੂੰ ਉੱਥੋਂ ਪੰਜਾਬੀ ਸਿੱਖੀ। ਜਦੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਉਦੋਂ ਤੁਹਾਡਾ ਮਨ ਕੀ ਕਹਿੰਦਾ ਸੀ? ਉਦੋਂ ਏਦਾਂ ਸੀ ਵੀ ਇਹਨੂੰ ਪਹਿਲਾਂ ਤੋਂ ਹੀ ਪੋਲੀਟਿਕਸ ਬਹੁਤ ਸ਼ੌਂਕ ਸੀ ਇਹਦਾ ਜਿੱਦਾਂ ਜਿਹੜਾ ਨਾ ਖਿਆਲ ਸੀ ਉਹ ਏਦਾਂ ਸੀ ਵੀ ਜਿੱਦਾਂ ਮੈਂ ਕੁਛ ਕਰਾਂ ਕੁਛ ਬਣਾ। ਇਹਦਾ ਸਿੱਖੀ ਵੱਲ ਵੀ ਬੜਾ ਖਿਆਲ ਸੀ ਇਹਦਾ ਡਿਬੇਟਿੰਗ 'ਚ ਵੀ ਬਹੁਤ ਧਿਆਨ ਹੁੰਦਾ ਸੀ ਬੁੱਕਾਂ ਪੜ੍ਹਨ ਦੇ ਵੀ ਇਹਨੂੰ ਬਹੁਤ ਸ਼ੌਂਕ ਸੀ ਸੋ ਇਸ ਕਰਕੇ ਇਹਨੂੰ ਇੱਧਰਲੇ ਪਾਸੇ ਦਾ ਧਿਆਨ ਜ਼ਿਆਦਾ ਆਇਆ। ਹਾਂਜੀ ਇਹਨੂੰ ਜਦੋਂ ਵੋਟਾਂ ਵੀ ਪੈਂਦੀਆਂ ਸੀ ਨਾ ਅਸੀਂ ਬਾਹਰ ਵੀ ਰਹਿੰਦੇ ਸੀ ਹੀ ਹੈਲਪ ਆਪਣੇ ਡੈਡੀ ਜੀ ਦੇ ਨਾਲ ਇੰਨੀ ਹੈਲਪ ਪਾਉਂਦਾ ਸੀ ਨਾ। ਇੱਕ ਵਾਰੀ ਬੜਾ ਛੋਟਾ ਜਿਹਾ ਸੀ ਤੁਹਾਨੂੰ ਨਿੱਕੀ ਜਿਹੀ ਸਟੋਰੀ ਦੱਸਦੀ ਹਾਂ ਇਹਦੇ ਪੈਰਾਂ ਤੇ ਛਾਲੇ ਪੈ ਗਏ ਥੱਲੇ ਇਹਨੂੰ ਅਸੀਂ ਕਹੀਏ ਵੀ ਤੂੰ ਦੂਜੇ ਦਿਨ ਵੀ ਤੂੰ ਹੁਣ ਨਾ ਜਾ ਡੋਰ ਟੂ ਡੋਰ ਨੌਕ ਕਰ ਕਹਿੰਦਾ ਨੋ ਡੈਡੀ ਜੀ ਆਮ ਗੋਨਾ ਗੋ ਵਿਦ ਯੂ ਡਜ਼ਨਟ ਮੈਟਰ ਕਹਿੰਦਾ ਮੈਂ ਕਿਤੇ ਸਕੇਰੀਆਂ ਤਾਂ ਗਿਆ ਕਹਿੰਦਾ ਮੈਂ ਤਾਂ ਸ਼ੇਰ ਪੁੱਤ ਆ ਮੈਂ ਤਾਂ ਨੌਕ ਕਰਨ ਕਹਿੰਦਾ ਛਾਲੇ ਹਟੇ ਜਾਣੇ ਕੱਲ ਨੂੰ ਪਰਸੋਂ ਨੂੰ ਹਟ ਜਾਓ ਗਰਮੀ ਦਾ ਥੋੜਾ ਜਿਹਾ ਬੱਚੇ ਦਾ ਇੰਨਾ ਯੂਜ਼ ਟੂ ਨਹੀਂ ਨਾ ਛੋਟਾ ਬੱਚਾ ਹੁੰਦਾ। ਹਾਂਜੀ ਹਾਂ ਹੋਰ ਹੁਣ ਤੁਸੀਂ ਗਾਂ ਦੀ ਗੱਲ ਕਰੋ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਤੇ ਥੈਂਕ ਯੂ ਸੋ ਮਚ ਰਣਦੀਪ ਤੁਸੀਂ ਕੁਝ ਮੰਮੀ ਨੂੰ ਤੁਹਾਡਾ ਵੀ ਬਹੁਤ ਤੁਸੀਂ ਮੈਨੂੰ ਇੱਥੇ ਲਿਆਉਣ ਲਈ ਇੰਨੀ ਦਿਲਚਸਪੀ ਨਾਲ ਪ੍ਰੇਮ ਨਾਲ ਗੱਲਬਾਤ ਕੀਤੀ ਮੈਂ ਵੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੇ ਕੋਲ ਲਫ਼ਜ਼ ਹੈ ਨਹੀਂ ਕਿ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਥੈਂਕ ਯੂ ਕਰਾਂ। ਅੱਛਾ ਇੱਦਾਂ ਹੁਣ ਇੱਕ ਗੱਲ ਕਰ ਜਾਓ ਜਾਂਦੇ ਜਾਂਦੇ ਰਣਦੀਪ ਨੂੰ ਜਿਹੜੀ ਗੱਲ ਹਾਲੇ ਤੱਕ ਤੁਸੀਂ ਨਹੀਂ ਕਹਿ ਸਕੀ ਅੱਜ ਔਨ ਏਅਰ ਸੁਣਨ ਵਾਲਿਆਂ ਦੇ ਸਾਹਮਣੇ ਕਹਿ ਜਾਓ। ਨਹੀਂ ਉਹ ਪਰਮਾਤਮਾ ਇਹਦੀਆਂ ਸਾਰੀਆਂ ਗੱਲਾਂ ਪਰਮਾਤਮਾ ਇਹਦੇ ਵੱਲ ਹੋਵੇ ਉਹ ਇਹਦੀ ਹੈਲਪ ਕਰੇ ਇਹ ਪਰਮਾਤਮਾ ਨੂੰ ਭੁੱਲੇ ਨਾ। ਰਣਦੀਪ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੇਰੀ ਤਾਂ ਇਹੋ ਆਸ਼ੀਰਵਾਦ ਵਾ ਇਹਨੂੰ ਵੀ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਉਹ ਹਰ ਵੇਲੇ ਆਪਣੇ ਅੰਗ ਸੰਗ ਹੈ ਬਸ। I'm very fortunate ਮੇਰੀ ਮਮ ਹੋਣਾ ਨੇ ਮੈਨੂੰ ਕਾਫੀ ਸਾਰੀ ਲਾਈਫ 'ਚ ਇਨਕਰੇਜਮੈਂਟ ਹੀ ਦਿੱਤੀ ਹੌਸਲਾ ਹੀ ਦਿੱਤਾ ਔਰ ਕਦੇ ਫਾਲਸ ਗ੍ਰੈਟੀਟਿਊਡ ਨਹੀਂ ਕਦੇ ਦਿੱਤਾ ਉਹਨੇ ਆਲਵੇਜ਼ ਕਿਹਾ ਕਿ ਆਪਣੇ ਆਪ ਨੂੰ ਜਿਹੜਾ ਨੀਮਾ ਉਹਨੂੰ ਪਹਿਲਾਂ ਦੇਖਣਾ ਉੱਪਰ ਵਾਲੇ ਨੂੰ ਨਹੀਂ ਇਕੱਲਾ ਦੇਖਣਾ। ਸੋ ਇਸ ਤਰੀਕੇ ਦੇ ਨਾਲ ਆਲਵੇਜ਼ ਚੱਲਣਾ ਅਤੇ ਡੂ ਦ ਬੈਸਟ ਆਪਣੇ ਜਿਹੜੇ ਕੰਮ 'ਚ ਲੱਗੇ ਆ ਉਹ ਪ੍ਰੋਪਰਲੀ ਕੰਮ ਕਰੋ ਨਹੀਂ ਤਾਂ ਕਰੋ ਨਾ। ਸੋ ਇਹ ਨਹੀਂ ਕਦੇ ਬੱਲੇ ਬੱਲੇ 'ਚ ਜਾਂ ਸ਼ੂਸ਼ਾਵਾਸ਼ੀ ਦੇ ਵਿੱਚ ਨਹੀਂ ਕਦੇ ਵੀ ਸਾਨੂੰ ਇੰਸਟਿਲ ਕੀਤਾ ਇਹ ਕਿਹਾ ਕਿ ਕੰਮ ਚੰਗੇ ਕਰੋ ਲੋਕ ਆਪੇ ਆਪ ਰੈਕਗਨਾਈਜ਼ ਕਰਨਗੇ।
ਸੋ ਇਹ ਔਰ ਮੈਂ ਖਾਸ ਕਰਕੇ ਜਿਹੜੀ ਪੰਜਾਬੀ ਮੇਰੀ ਆ ਔਰ ਜਿਹੜੇ ਮੈਨਰਿਜ਼ਮਸ ਆ ਲੋਕਾਂ ਨਾਲ ਬਹਿਣਾ ਉੱਠਣਾ ਉਹ ਮੇਰੇ ਮਾਂ-ਬਾਪ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਜੇ ਨਹੀਂ ਦੱਸਿਆ। ਔਰ ਮੈਂ ਸਿਆਣਿਆਂ ਨਾਲ ਜ਼ਿਆਦਾ ਰਿਹਾ, ਮੈਂ ਐਕਚੁਅਲੀ ਨਿਆਣਿਆਂ ਨਾਲ ਘੱਟ ਰਿਹਾ। ਜਿਵੇਂ ਅੰਕਲ ਉਹਨਾਂ ਨੇ ਵੀ ਪਹਿਲਾਂ ਕਿਹਾ, ਮੈਂ ਗੁਰਦੁਆਰੇ ਦੀ ਕਮੇਟੀਆਂ 'ਚ ਵੀ ਬੈਠਾ ਰਹਿੰਦਾ ਹੁੰਦਾ ਸੀਗਾ। ਸੋ ਮੈਂ ਅਬਜ਼ਰਵ ਕਰਦਾ ਰਹਿੰਦਾ ਸੀਗਾ ਕਿ ਕਿਵੇਂ ਲੋਕ ਗੱਲ ਕਰਦੇ, ਕੀ ਡਿਬੇਟ ਕਰਦੇ, ਕੀ ਇਸ਼ੂਜ਼ ਆ, ਉਹਨਾਂ ਨੂੰ ਕਿੱਦਾਂ ਹੱਲ ਕਰਨਾ। ਇਹ ਮੇਰੀ ਇੱਕ ਟੈਲੈਂਟ ਸੀਗਾ, ਮੈਂ ਆਬਜ਼ਰਵੇਸ਼ਨ ਦੇ ਨਾਲ ਸਿੱਖਿਆ। ਅਮਰੀਕ ਜੀ ਸ਼ੁਕਰੀਆ ਇੱਕ ਵਾਰੀ ਫਿਰ ਤੁਹਾਡਾ। ਇਹ ਮੈਂ ਤੁਹਾਡੀ ਇੱਕ ਮਿੰਟ ਹੋਰ ਤੋਂ ਲੱਗਾ। ਹਾਂਜੀ, ਇੱਕ ਵਾਰੀ ਕਾਲੀ ਸਿੰਘ ਗੁਰਦੁਆਰਾ ਬਣ ਰਿਹਾ ਸੀ, ਉਹਦੀ ਮੀਟਿੰਗ ਸੀ ਤੇ ਆਪਣੇ ਡੈਡੀ ਦੇ ਨਾਲ ਜਾਂਦਾ, ਡੈਡੀ ਜੀ ਦੇ ਨਾਲ ਜਾਂਦਾ, ਛੋਟਾ ਸੀ ਅਜੇ ਮੇਰੇ ਖਿਆਲ, ਤੇ ਸਕੂਲ ਮੇਰੇ ਖਿਆਲ ਦੂਜੀ ਕੁ ਗ੍ਰੇਡ 'ਚ ਹੋਊਗਾ। ਇੱਕ ਸੁਣਦਾ ਰਿਹਾ ਮੀਟਿੰਗ, ਉੱਥੇ ਨਹੀਂ ਕੁਝ ਬੋਲਿਆ। ਘਰ ਆ ਕੇ ਕਹਿੰਦਾ, ਡੈਡੀ ਜੀ ਤੁਸੀਂ ਸਾਰੀਆਂ ਗੱਲਾਂ ਕਰ ਲਈਆਂ, ਕੋਈ ਬੱਚਿਆਂ ਦਾ ਸੋਚਿਆ ਕਿ ਜੇ ਬੱਚਾ ਕਰਾਈ ਕਰੂ ਤਾਂ ਉਹਦੀ ਮਦਰ ਕੀ ਕਰੂਗੀ? ਕਹਿੰਦਾ ਅਸੀਂ ਗੋਰਿਆਂ ਦੀ ਚਰਚ 'ਚ ਮੈਂ ਇੱਕ ਵਾਰੀ ਗਿਆ, ਗੋਰੇ ਜਦੋਂ ਸਮਝਾਉਂਦੇ ਗੱਲਾਂ ਬਾਤਾਂ ਦੱਸਦੇ ਆ ਕੇ, ਕਹਿੰਦਾ ਉਹਨਾਂ ਦੇ ਟਰਾਈ ਰੂਮ ਹੁੰਦਾ ਉੱਥੇ ਕਿ ਮਦਰ ਬੇਬੀ ਲੈ ਕੇ ਚੱਲ ਜਾਵੇ, ਉੱਥੇ ਉਹਨੂੰ ਉਹਦੀ ਆਵਾਜ਼ ਵੀ ਸੁਣੇ ਤਾਂ ਉਹ ਦੇਖ ਵੀ ਸਕੇ। ਫਿਰ ਉਹ ਮੀਟਿੰਗ 'ਚ ਫਿਰ ਬਣਿਆ ਸਾਡੇ ਕਾਲੀ ਸਿੰਘ ਗੁਰਦੁਆਰਾ ਕਰਾਈ ਰੂਮ। ਅੱਛਾ, ਹੁਣ ਇਹ ਦੱਸ ਦੋ ਬਾਕੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਕਿੱਦਾਂ ਲੱਗਾ ਮੰਮੀ ਨਾਲ ਗੱਲਾਂ ਕਰਕੇ? ਆਉਣ ਯਾਰ ਨੋ ਆਲਵੇਜ਼ ਗੁੱਡ ਆ। ਕਈ ਚੀਜ਼ਾਂ ਤੁਹਾਨੂੰ ਭੁੱਲ ਜਾਂਦੀਆਂ ਹੁੰਦੀਆਂ। ਸੋ ਉਹ ਉਦੋਂ ਮੈਨੂੰ ਬਹੁਤ ਮਹਿਸੂਸ ਹੁੰਦਾ ਸੀ ਗੁਰਦੁਆਰੇ ਜਦੋਂ ਬਹਿਣਾ ਤਾਂ ਬੜੀ ਇਕਾਂਤ ਸ਼ਾਂਤ ਆ। ਅਤੇ ਇੱਕ ਬੱਚੇ ਨੇ ਖਾਸ ਕਰਕੇ ਵਿਆਹਾਂ 'ਤੇ ਹੁੰਦਾ ਸੀਗਾ ਕਿ ਇੱਕ ਨੇ ਰੋਣ ਲੱਗ ਪੈਣਾ, ਉੱਧਰ ਲਾਵਾਂ ਚੱਲਦੀਆਂ ਜਾਂ ਕੁਛ ਹੋਰ। ਵੇ ਉਹ ਮਦਰ ਦਾ ਵੀ ਨਹੀਂ ਕੋਈ ਕਸੂਰ ਕਿ ਉਹਦਾ ਬੱਚਾ ਉਹਦੇ ਕੋਲ ਆ, ਉਹ ਕਿ ਨਾ ਛੱਡ ਸਕਦੀ ਨਾ ਕਿਤੇ ਹੋਰ ਜਾ ਸਕਦੇ। ਤਾਂ ਮੈਂ ਕਿਤੇ ਉਹ ਦੇਖਿਆ ਸੀਗਾ ਕਿ ਤੁਸੀਂ ਬੇਬੀ ਰੂਮ ਜਾਓ। ਉਹ ਫਿਰ ਜਦੋਂ ਡਿਜ਼ਾਈਨ ਕਰਦੇ ਸੀ ਗੁਰਦੁਆਰੇ ਵੀ ਬਣਾਉਣਾ ਸੀਗਾ, ਫਿਰ ਮੈਂ ਉਹ ਸੁਜੈਸ਼ਨ ਦਿੱਤਾ ਸੀ ਵੀ ਨਹੀਂ ਇੱਕ ਕਮਰਾ ਬਣਾਇਆ ਸੀ ਵੀ ਜਿੱਥੇ ਆਡੀਓ ਤੁਹਾਨੂੰ ਉੱਥੇ ਕੀਰਤਨ ਉਸੇ ਤਰ੍ਹਾਂ ਸੁਣਦਾ, ਮਾਈਕ ਸਪੀਕਰ ਲੱਗਾ, ਪਰ ਸਾਊਂਡ ਪ੍ਰੂਫ ਰੂਮ ਹੈ ਕਿ ਤੁਸੀਂ ਆਪਣਾ ਬੱਚੇ ਜੇ ਤੁਹਾਡੇ ਟੋਡਲਰਸ ਆ ਅਤੇ ਰੋਂਦੇ ਆ ਜਾਂ ਤੁਸੀਂ ਉਹਦੇ ਵਿੱਚ ਬਹਿ ਲਓ। ਉੱਥੇ ਤੁਹਾਨੂੰ ਜੇ ਡਿਸਰਪਸ਼ਨ ਵੀ ਨਹੀਂ, ਤੁਸੀਂ ਕਿਸੇ ਨੂੰ ਨਹੀਂ ਡਿਸਰਪਟ ਕਰਦੇ, ਤੁਹਾਨੂੰ ਕੀਰਤਨ ਵੀ ਉਸੇ ਤਰ੍ਹਾਂ ਸੁਣੀ ਜਾਊਗਾ ਅਤੇ ਤੁਸੀਂ ਵਿਆਹ ਦਾ ਜਾਂ ਆਨੰਦ ਗੁਰਦੁਆਰੇ ਦਾ ਪ੍ਰੋਗਰਾਮ ਵੀ ਸੁਣ ਸਕਦੇ। ਸੋ ਅਗੇਨ ਮੇਰੀ ਆਲਵੇਜ਼ ਐਕਸਪੀਰੀਅੰਸ ਜਿਹੜਾ ਰਿਹਾ ਪੋਲੀਟਿਕਸ ਬਹੁਤ ਪੋਜ਼ੀਟਿਵ ਰਿਹਾ। ਵੀ ਜਦੋਂ ਸੁਝਾਅ ਮੈਂ ਕਦੇ ਦਿੰਦਾ ਰਿਹਾ ਉਹ ਆਲਵੇਜ਼ ਕਾਫੀ ਪਰਸੈਂਟੇਜ ਉਹ ਐਡਹੀਅਰ ਕਰਦੇ ਰਹੇ, ਚਾਹੇ ਉਹ ਸਾਡੇ ਬਰਨਬੀ ਦੇ ਮੇਅਰ ਕੋਪਲੈਂਡ ਹੁੰਦੇ ਸੀ, ਚਾਹੇ ਫੈਡਰਲੀ ਮੈਂ ਸਿਵਨ ਰੋਬਿਨਸਨ ਉਦੋਂ NDP ਦੇ MP ਹੁੰਦੇ ਸੀਗੇ, ਉਹ ਮੇਰੇ ਸੁਝਾਅ ਲੈਂਦੇ ਸੀ, ਚਾਹੇ ਮਿਸਟਰ ਕੋਲਮਨ ਜਿਹੜੇ BC ਦੇ ਅਟਰਨੀ ਜਨਰਲ ਸੀ, ਜਦੋਂ ਗੈਂਗ ਵਾਰਫੇਅਰ ਦਾ ਸੀ ਤਾਂ ਅਸੀਂ ਕਹਿੰਦੇ ਸੀ ਗੈਂਗ ਟਾਸਕ ਫੋਰਸ ਇੱਕ ਚਾਹੀਦਾ, ਉਹਨੇ ਵੀ ਸਾਡੀ ਸੁਣੀ। ਮੈਂ ਸੋ ਇਸ ਕਰਕੇ ਮੇਰਾ ਆਲਵੇਜ਼ ਰਿਗਾਰਡਲੈਸ ਆਫ ਪਾਰਟੀਜ਼ ਇਹ ਮੈਂ ਦੇਖਿਆ ਕਿ ਇਫ ਯੂ ਪੋਜ਼ੀਟਿਵਲੀ ਆਪਣੇ ਓਪੀਨੀਅਨ ਦਿਓ ਤਾਂ ਤੁਸੀਂ ਪੁਸ਼ ਕਰੀ ਜਾਓ, ਉਹਦਾ ਸੁਝਾਅ ਜ਼ਰੂਰ ਕਿਤੇ ਨਾ ਕਿਤੇ ਪਹੁੰਚਦਾ, ਉਹ ਲਿਸਨ ਕਰਦੇ ਹੈਗੇ ਆ। ਤੁਸੀਂ ਯਾਦ ਹੋਣਾ ਤੁਹਾਨੂੰ ਕਿ ਅਕਸਰ ਆਪਾਂ ਇਹ ਗੱਲਾਂ ਬਾਤਾਂ ਸੁਣਦੇ ਰਹਿੰਦੇ ਹਾਂ ਕਿ ਇੱਕ ਪੋਲੀਟੀਸ਼ੀਅਨ ਦੀ ਜਿਹੜੀ ਚਮੜੀ ਆ ਉਹ ਥੋੜ੍ਹੀ ਮੋਟੀ ਹੋਣੀ ਚਾਹੀਦੀ ਆ। ਉਹ ਬਹੁਤ ਕੁਝ ਸੁਣਨਾ ਪੈਂਦਾ, ਸ਼ਾਇਦ ਕੋਈ ਇਹੋ ਜਿਹਾ ਮਾਈਂਡ ਸੈੱਟ ਹੌਲੀ ਕਰਕੇ ਬਣਦਾ, ਇੱਕਦਮ ਤਾਂ ਨਹੀਂ ਬਣਦਾ। ਜਦੋਂ ਤੁਸੀਂ ਪੋਲੀਟਿਕਸ ਦੇ ਵਿੱਚ ਆਉਂਦੇ ਹੋ ਹਰ ਚੀਜ਼ ਬੋਦਰ ਕਰਦੀ ਆ, ਸੈਂਸਿਟਿਵ ਹੁੰਦੇ ਆ ਤੁਸੀਂ। ਯਾਦ ਆ ਉਹ ਪਲ ਜਦੋਂ ਮਿਸਟਰ ਟਰੂਡੋ ਦਾ, ਪ੍ਰਾਈਮ ਮਿਨਿਸਟਰ ਦਾ ਇੰਡੀਆ ਦਾ ਵਿਜ਼ਿਟ ਸੀ, ਉਸ ਟਾਈਮ 'ਤੇ ਜਿਹੜੀ ਕੰਟਰੋਵਰਸੀ ਹੋਈ ਸੀ, ਤੁਹਾਡਾ ਨਾਮ ਕਾਫੀ ਉੱਭਰ ਕੇ ਸਾਹਮਣੇ ਆਇਆ ਸੀ। ਜੇ ਸਾਡੇ ਸੁਣਨ ਵਾਲਿਆਂ ਨਾਲ ਤੁਸੀਂ ਕੁਝ ਉਹ ਪਲ ਆਪਣੇ ਸਾਂਝੇ ਕਰ ਸਕੋ ਕਿ ਉਸ ਕੰਟਰੋਵਰਸੀ ਦੇ ਦੌਰਾਨ, ਉਸ ਨੈਗੇਟਿਵਿਟੀ ਦੇ ਦਰਮਿਆਨ ਤੁਸੀਂ ਉਹ ਟਾਈਮ ਆਪਣਾ ਕਿਵੇਂ ਸਪੈਂਡ ਕੀਤਾ? ਉਹ ਦੇਖੋ ਕਾਫੀ ਔਖਾ ਸਮਾਂ ਸੀਗਾ, ਕਾਫੀ ਚੈਲੰਜਿੰਗ ਸੀਗਾ, ਪ੍ਰੋਬਬਲੀ ਮੇਰੀ ਲਾਈਫ 'ਚ ਮੋਸਟ ਹਾਰਡੈਸਟ ਟਾਈਮ ਸੀਗਾ ਉਸ ਵੇਲੇ, ਕਿਉਂਕਿ ਕੋਈ ਅਨਕਲੈਰਿਟੀ ਬਹੁਤ ਸੀ। ਫੋਰਨ ਲੈਂਡ ਦੇ ਵਿੱਚ ਅਸੀਂ ਆਏ ਸੀਗੇ ਅਤੇ ਉੱਥੇ ਇਹ ਵਾਪਰੀ ਅਤੇ ਉਸ ਤੋਂ ਬਾਅਦ ਉਹ ਇੰਟਰਨੈਸ਼ਨਲ ਇੰਸੀਡੈਂਟ ਬਣ ਗਿਆ, ਉੱਥੇ ਨਿਊਜ਼ ਕਵਰੇਜ ਉੱਥੇ ਇੱਥੇ। ਔਰ ਮੈਂ ਉਹਦੇ ਵਿੱਚ ਅਗੇਨ ਸੇਮ ਥਿੰਗ ਜਿਹੜੀ ਲਰਨ ਕੀਤੀ ਕਿ ਜਿਹੜੀ ਤੁਸੀਂ ਜੋ ਕੀਤਾ ਜਾਂ ਜਿੱਥੇ ਤੁਹਾਡੀ ਜ਼ਿੰਮੇਵਾਰੀ ਉਹਦੀ ਆਲਵੇਜ਼ ਓਨ ਅਪ ਕਰੋ, ਬਾਕੀ ਸੱਚ ਬੋਲੋ। ਅਤੇ ਜੇ ਤੁਸੀਂ ਸੱਚ ਬੋਲੋਗੇ ਤਾਂ ਤੁਹਾਨੂੰ ਕੋਈ ਡਰ ਦੀ ਨਹੀਂ ਹੈਗੀ, ਚਾਹੇ ਤੁਸੀਂ ਗਲਤੀ ਕੀਤੀ ਹੈ ਚਾਹੇ ਕਿਸੇ ਹੋਰ ਨੇ ਕੀਤੀ ਹੈ, ਪਰ ਆਪਣੇ ਆਪ ਤੁਸੀਂ ਆਲਵੇਜ਼ ਕਲੀਅਰ ਰਹੋ। ਔਰ ਆਈ ਥਿੰਕ ਉਹ ਜਿਹੜਾ ਹਫ਼ਤਾ ਉਹ ਬੜਾ ਔਖਾ ਲੰਘਿਆ, ਚਾਹੇ ਉਹ 3-4 ਦਿਨ ਜਿਹੜੇ ਮੈਂ ਇੰਡੀਆ 'ਚ ਸੀਗੇ ਉਸ ਤੋਂ ਬਾਅਦ, ਅਤੇ ਚਾਹੇ ਉਹ ਇੱਥੇ ਜਦੋਂ ਵਾਪਸ ਆ ਗਿਆ, ਜਿੰਨਾ ਚਿਰ ਪ੍ਰਾਈਮ ਮਿਨਿਸਟਰ ਦੇ ਨਾਲ ਮੇਰੀ ਮੁਲਾਕਾਤ ਹੋ ਕੇ ਦਾ ਸਬਸੀਕੁਐਂਟ ਜਿਹੜਾ ਮੀਟਿੰਗ ਨਹੀਂ ਹੋਈ, ਉਸ ਤੋਂ ਬਾਅਦ ਕਾਫੀ ਸਟਰੈਸਫੁਲ ਟਾਈਮ ਜਿਹਾ ਰਿਹਾ। ਪਰ ਮੈਂ ਉੱਥੇ ਵੀ ਮੈਂ
ਘੰਟੇ ਕੁ ਬਾਅਦ ਜਦੋਂ ਕਾਫੀ ਸਟ੍ਰੈਸਫੁਲ ਟਾਈਮ ਸੀਗਾ, ਮੈਂ ਸਵੇਰੇ ਪਹੁੰਚਿਆ ਸੀ ਜਦੋਂ ਮੈਨੂੰ ਪਤਾ ਲੱਗਾ ਅੰਮ੍ਰਿਤਸਰ ਤੋਂ ਦਿੱਲੀ, ਅਤੇ ਮੈਂ ਜਦੋਂ ਉਹਨਾਂ ਨਾਲ ਪਾਰਟੀ ਵਾਲਿਆਂ ਨਾਲ ਸਾਡੇ PMO ਦੇ ਆਫਿਸ ਵਾਲਿਆਂ ਨਾਲ ਮਿਲ ਲਿਆ ਸੀਗਾ, ਉਸ ਤੋਂ ਬਾਅਦ ਮੈਂ ਟੈਕਸੀ ਕਰਕੇ ਮੈਂ ਗੁਰਦੁਆਰਾ ਬੰਗਲਾ ਸਾਹਿਬ ਚਲ ਗਿਆ। ਮੈਂ ਕਿਹਾ ਇਹ ਤਾਂ ਹੁਣ ਮੇਰੇ ਤੋਂ ਉੱਪਰਲੀ ਗੱਲ ਆ, ਇਹ ਹੁਣ ਰੱਬ ਦੇ ਵੱਸ ਦੀ ਗੱਲ ਆ, ਚਲੋ ਐਟਲੀਸਟ ਨਾਈਸ ਪੀਸ ਐਂਡ ਕੁਆਇਟ ਇੱਥੇ ਹੋਊਗਾ, ਇੱਥੇ ਮੈਨੂੰ ਕਿਸੇ ਨੇ ਨਾ ਕੁਝ ਜਾਣਦਾ, ਮੈਂ ਆਪਣੇ ਇਕਾਂਤ ਸ਼ਾਨ ਨਾਲ ਬੈਠ ਸਕਦਾ। ਮੈਂ 2-3 ਘੰਟੇ ਉੱਥੇ ਬੈਠਾ, ਉਸ ਤੋਂ ਬਾਅਦ ਵਾਪਸ ਆ ਐਂਡ ਅਗੇਨ ਉਹ 3-4 ਦਿਨ ਬਾਅਦ ਵਾਪਸ ਆ ਗਿਆ ਇੱਥੇ ਵੀ। ਔਰ ਜਦੋਂ ਪ੍ਰਾਈਮ ਮਿਨਿਸਟਰ ਮੈਨੂੰ ਮਿਲੇ, ਉਹਨੇ ਇਹੀ ਕਿਹਾ, ਕਹਿੰਦੇ ਯੂ ਰਿਲੈਕਸ, ਯੂ ਡਿਡ ਨਥਿੰਗ ਰੋਂਗ, ਤੂੰ ਪ੍ਰੋਸੈਸ ਦੇ ਨਾਲ ਚੱਲਿਆ, ਚਲੋ ਗਲਤੀਆਂ ਪ੍ਰੋਸੈਸ ਦੇ ਵਿੱਚ ਬਾਅਦ ਦੇ ਵਿੱਚ ਨਿਕਲ ਜਾਊਗੀਆਂ, ਆਈ ਹੈਵ ਫੁੱਲ ਕੌਨਫੀਡੈਂਸ ਇਨ ਯੂ। ਐਂਡ ਉਸ ਤੋਂ ਬਾਅਦ ਮੈਨੂੰ ਫਿਰ ਰਿਲੀਫ ਮਿਲ ਗਈ ਇਧਰ ਕਿ ਇਹ ਨਹੀਂ ਕੋਈ ਪੋਲੀਟੀਕਲੀ ਐਂਗਲ ਨਹੀਂ ਇਹਦੇ ਵਿੱਚ ਹੈਗਾ ਕਿ ਮੈਨੂੰ ਮੇਰੇ ਉੱਤੇ ਪ੍ਰੈਸ਼ਰ ਪਾ ਰਿਹਾ। ਇਨਫੈਕਟ ਜਦੋਂ ਤੁਹਾਡਾ ਬੌਸ ਤੁਹਾਡੀ ਸਪੋਰਟ ਦੇ ਨਾਲ ਖੜ੍ਹਦੇ ਆ ਤੁਹਾਡੇ ਨਾਲ, ਤੁਹਾਨੂੰ ਵੀ ਹੌਸਲਾ ਹੋ ਜਾਂਦਾ। ਉਹ 4-5 ਦਿਨ ਜ਼ਰੂਰ ਬਹੁਤ ਔਖੇ ਲੰਘੇ, ਉਸ ਤੋਂ ਬਾਅਦ ਵੀ ਇਟ ਵਾਜ਼ ਐਨ ਈਜ਼ੀ ਟਾਈਮ, ਪਰ ਜਿਹੜੀ ਬਾਅਦ ਦੇ ਵਿੱਚ ਰਿਪੋਰਟ ਨਿਕਲੀ ਸੀਗੀ ਪਬਲਿਕ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਦੀ, ਜਿਹੜੀ ਪਾਰਲੀਮੈਂਟਰੀ ਓਵਰਸਾਈਟ ਕਮੇਟੀ ਉਹ ਨਹੀਂ ਕੀਤੀ ਸੀ, ਉਹਦੇ ਵਿੱਚ ਉਹਨੇ ਫੁੱਲੀ ਕਲੀਅਰ ਕੀਤਾ ਕਿ ਜੋ ਰਣਦੀਪ ਨੇ ਕੀਤਾ ਸਟੈਪ ਬਾਈ ਸਟੈਪ ਬਿਲਕੁਲ ਠੀਕ ਕੀਤਾ। ਇਹਦੇ ਵਿੱਚ RCMP ਦੇ ਵਿੱਚ ਗਲਤੀ ਹੋਈ ਸੀ, ਜਿੱਥੇ ਉਹ ਨਹੀਂ ਪੈਸੇ ਨੇ, ਇੱਕ ਬੰਦਾ ਹੌਲੀਡੇ 'ਤੇ ਚਲ ਗਿਆ, ਇਨਫੋਰਮੇਸ਼ਨ ਨਹੀਂ ਹੋਈ। ਸੋ ਆਈ ਵਾਜ਼ ਕਹਿ ਲਓ ਵਿੰਡੀਕੇਟਡ ਇਨ ਦੈਟ, ਬਟ ਐਟਲੀਸਟ ਉਦੋਂ ਟਾਈਮ ਦੇ ਵਿੱਚ ਬਹੁਤ ਸੀ ਸਟਰੈਸਫੁਲ। ਮੇਰੇ ਮਦਰ 'ਤੇ ਐਕਚੁਅਲੀ ਜ਼ਿਆਦਾ ਸੀਗਾ ਸਟਰੈਸਫੁਲ, ਕਿ ਇਹਨਾਂ ਨੂੰ ਜਿਹੜੀ ਇੱਦਾਂ ਦੀਆਂ ਖਬਰਾਂ, ਉਹ ਇਹਨਾਂ ਨੂੰ ਜਿੱਤਣ ਦੀ ਖੁਸ਼ੀ ਘੱਟ ਹੁੰਦੀ ਹੈ ਨਾ, ਜਦੋਂ ਇੱਦਾਂ ਦਾ ਹੁੰਦਾ ਇਹਨਾਂ ਨੂੰ ਉਹ ਪਰੇਸ਼ਾਨੀ ਸਟਰੈਸ ਜ਼ਿਆਦਾ ਮਾਵਾਂ ਨੂੰ ਹੁੰਦਾ, ਤਾਂ ਉਹ ਟਾਈਮ ਦੇ ਵਿੱਚ ਕਾਫੀ ਸਟਰੈਸਫੁਲ ਟਾਈਮ ਰਿਹਾ ਸੀਗਾ। ਪਰ ਮੈਂ ਕਦੇ ਵਰੀ ਨਹੀਂ ਕੀਤਾ ਕਿ ਜੇ ਤੁਸੀਂ ਕੋਈ ਗਲਤੀ ਨਹੀਂ ਕੀਤੀ ਜਾਂ ਤੁਸੀਂ ਕੋਈ ਬੈਡ ਇੰਟੈਂਟ ਦੇ ਨਾਲ ਨਹੀਂ ਕੋਈ ਕੰਮ ਕੀਤਾ, ਫਿਰ ਤੁਹਾਨੂੰ ਪਰਮਾਤਮਾ ਵੀ ਤੁਹਾਡੇ 'ਤੇ, ਤੁਹਾਨੂੰ ਕੋਈ ਨਾ ਕੋਈ ਬਲੀਫ ਸਿਸਟਮ ਤੁਹਾਡਾ ਚਾਹੀਦਾ ਜਿਹੜਾ ਤੁਹਾਨੂੰ ਐਂਕਰ ਕਰ ਲੈਂਦਾ, ਔਰ ਮੇਰੇ ਵਾਸਤੇ ਉਹ ਠੀਕ ਰਿਹਾ ਸਿਸਟਮ ਦੇ ਵਿੱਚ। ਜਿਹੜਾ ਬਲੀਫ ਸਿਸਟਮ ਤੁਸੀਂ ਹੁਣੇ ਮੈਂਸ਼ਨ ਕਰਕੇ ਹਟੇ ਹੋ, ਵਾਟ ਇਜ਼ ਦੈਟ ਬਲੀਫ ਸਿਸਟਮ? ਉਹਦੇ ਬਾਰੇ ਸਾਡੀ ਸੁਣਨ ਵਾਲਿਆਂ ਦੀ ਕਿਉਰਿਓਸਿਟੀ ਹੋਏਗੀ ਕਿ ਰਣਦੀਪ ਸਰਾਏ ਕਿਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ, ਕਿਹੜੀਆਂ ਵੈਲਿਊਜ਼ ਆ ਜਿਹੜੀਆਂ ਲੈ ਕੇ ਚੱਲਦੇ ਆ? ਦੇਖੋ, ਮੈਂ ਆਲਵੇਜ਼ ਵੈਲਿਊਜ਼, ਚਲੋ ਮੇਰੀ ਅਪਬ੍ਰਿੰਗਿੰਗ ਐਜ਼ ਏ ਸਿੱਖ ਆ, ਔਰ ਮੈਂ ਸਿੱਖ ਧਰਮ ਦੇ ਵਿੱਚ ਗੁਰੂਆਂ ਦੇ ਬਲੀਵ ਕਰਦਾ, ਪਰ ਉਹਦੇ ਵਿੱਚ ਵੀ ਜਿਹੜਾ ਮੇਨ ਹੈ ਕਿ ਹਰ ਇੱਕ ਇਨਸਾਨ ਦੇ ਵਿੱਚ ਤੁਸੀਂ ਉਹਦਾ ਰੱਬ ਉਹਦਾ ਵਿੱਚੋਂ ਜਿਹੜਾ ਵਸਦਾ ਉਹਨੂੰ ਦੇਖੋ। ਈਵਨ ਮਾੜੇ ਤੋਂ ਮਾੜੇ ਵਿੱਚ ਵੀ ਬਹੁਤ ਕੋਈ ਨਾ ਕੋਈ ਚੰਗੀ ਖੂਬੀ ਹੁੰਦੀ ਆ। ਦੂਸਰੀ ਗੱਲ, ਤੁਸੀਂ ਆਲਵੇਜ਼ ਉਹਦੇ ਸ਼ੂਆਂ ਦੇ ਵਿੱਚ ਪੈ ਕੇ ਦੇਖੋ, ਜਦੋਂ ਤੁਹਾਨੂੰ ਕੋਈ ਦਵਕਦਾ ਵੀ ਆ ਜਾਂ ਮਾੜਾ ਬੋਲਦਾ ਵੀ ਆਵੇ, ਉਹ ਕਿਹੜੀ ਪਰੇਸ਼ਾਨੀ ਕਰਕੇ ਜਾਂ ਕਿਹੜੇ ਕਾਰਨ ਕਰਕੇ ਉਹ ਕਰਦਾ, ਉਹਨੂੰ ਮਾੜਾ ਨਾ ਸਮਝੋ, ਉਹਨੂੰ ਉਹਦੇ ਵਿੱਚ ਗੁਣ ਜਿਹੜੇ ਉਹ ਦੇਖੋ ਕੀ ਹੈਗੇ ਆ। ਤੀਸਰੀ ਚੀਜ਼ ਹੈਗੀ ਹੈ ਕਿ ਜੇ ਤੁਸੀਂ ਮਿਹਨਤ ਕਰੋ ਤੁਹਾਨੂੰ ਫਲ ਮਿਲਣਾ ਹੀ ਆ, ਅੱਜ ਨਹੀਂ ਮਿਲੂਗਾ ਕੱਲ੍ਹ ਨੂੰ ਮਿਲੂਗਾ। ਉਹ ਜਿਹੜਾ ਤੁਹਾਡਾ ਅਕਾਊਂਟ ਬੈਲੈਂਸ ਆ ਆਲਵੇਜ਼ ਉੱਥੇ ਰਹਿਣਾ। ਔਰ ਜਿਹੜੀ ਕਰਮਾ ਹੈਗੀ ਆ, ਤੁਹਾਨੂੰ ਜੋ ਤੁਸੀਂ ਰੀਪ ਕਰਦੇ ਹੋ ਭੋਗਣਾ ਪੈਣਾ। ਔਰ ਮੇਰੀ ਇੱਕ ਪਰਸਨਲ ਹੈਗੀ ਹੈ ਕਿ ਮੈਂ ਆਲਵੇਜ਼, ਮੇਰੀ ਅਰਦਾਸ ਦੇ ਵਿੱਚ ਹੁੰਦਾ, ਰੱਬ ਜੇ ਮੈਂ ਕੋਈ ਗਲਤ ਕਰਦਾ ਮੈਨੂੰ ਉਹਦਾ ਛੇਤੀ ਫਲ ਦੇ ਦੇ, ਮੈਨੂੰ ਮੈਂ ਗਾਹ ਨਹੀਂ ਦੇਖਣਾ ਮੰਗਦਾ। ਮੈਂ ਜੇ ਮੈਂ 5 ਡਾਲੇ ਕਿਸੇ ਦੇ ਚੱਕੇ ਤਾਂ ਮੇਰਾ 5 ਡਾਲੇ ਕੱਲ੍ਹ ਨੂੰ ਹੀ ਲੈ ਲਾ ਵਾਪਸ। ਇਹ ਨਾ ਕਿ ਮੇਰੀਆਂ ਪੁਸ਼ਤਾਂ ਜਾਂ ਮੇਰੇ ਬੱਚੇ ਜਾਂ ਮੈਂ ਵੁਢਾਪੇ ਦੇ ਵਿੱਚ ਜਾ ਕੇ ਉਹ ਚੀਜ਼ਾਂ ਭੋਗਾਂ ਕਿ ਮੇਰੇ ਕੋਲ ਗਲਤ ਕੰਮ ਪਿੱਛੇ ਕੀਤੇ। ਮੈਂ ਉਹਨੂੰ ਕਹਿ ਦਿੰਦਾ ਹੁੰਦਾ ਕਾਰਮਿਕ ਮੈਟਾਬੋਲਿਜ਼ਮ। ਵਿਦ ਕਾਰਮਿਕ ਮੈਟਾਬੋਲਿਜ਼ਮ ਤੇਜ਼ ਹੋਵੇ ਤਾਂ ਵਧੀਆ, ਤੁਹਾਨੂੰ ਰਾਈਟ ਵੇ ਉਹਦਾ ਹਾਜ਼ਮਾ ਹੋ ਜਾਂਦਾ ਆ। ਇਹ ਨਾ ਕਾਰਮਿਕ ਮੈਟਾਬੋਲਿਜ਼ਮ, ਕਈ ਵਾਰੀ ਆਪਾਂ ਦੇਖਦੇ ਫਲਾਨਾ ਬੜਾ ਠੱਗੀਆਂ ਕਰਦਾ, ਚੋਰੀਆਂ ਕਰਦਾ, ਉਹਨੂੰ ਕੁਛ ਵੀ ਨਹੀਂ ਹੁੰਦਾ, ਉਹ ਬੜਾ, ਉਹਦੇ ਬੱਚੇ ਵੀ ਸਕਸੈਸਫੁਲ ਹੈ, ਸਾਰਾ ਕੁਛ। ਅਸੀਂ ਵੀ ਉਸ ਵੇਲੇ ਦੇਖਦੇ ਵੀ ਖਰਾ ਕੋਈ ਹੈ ਨਹੀਂ ਗਾ, ਪਰ ਉਹਨੂੰ ਫਿਰ ਬਹੁਤ ਮੈਂ ਦੇਖਦਾ ਹੁੰਦਾ। ਜੇ ਤੁਸੀਂ ਉਹਦੀ ਉਮਰ ਦੇਖੋ, ਉਹ ਜਦੋਂ 70 ਹੋ ਜਾਂਦਾ, 80 ਸਾਲ 90 ਸਾਲ ਦਾ, ਫਿਰ ਉਹ ਭੋਗਦਾ, ਉਹ ਕਈਆਂ ਬੱਚਿਆਂ ਨੂੰ ਬੜਾ ਔਖਿਆਈ ਦੇਖਣੀ ਪੈਂਦੀ। ਮੈਂ ਉਹ ਆਲਵੇਜ਼ ਕਰਦਾ ਹੁੰਦਾ ਕਿ ਮੈਨੂੰ ਜੇ ਕੋਈ ਮੇਰੇ ਕੋਲ ਗਲਤੀ ਹੋਈ, ਮੈਨੂੰ ਕੱਲ੍ਹ ਨੂੰ ਹੀ ਚਪੇੜ ਉਹਦੀ ਮਿਲ ਜੀ ਵੱਜ ਜਾਵੇ ਤਾਂ ਮੈਂ ਠੀਕ ਆ, ਮੈਂ ਗਾਂ ਸੁਧਾਰ ਲੂੰਗਾ, ਨਹੀਂ ਤਾਂ ਮੈਂ ਭੂਤਰੇ ਚੜ੍ਹ ਜਾਊਂਗਾ ਕਿ ਇਹ ਤਾਂ ਕੋਈ ਤੁਹਾਨੂੰ ਕੌਨਸੀਕੁਐਂਸ ਨਹੀਂ ਇਹਦਾ ਹੈਗਾ। ਕੌਨਸੀਕੁਐਂਸ ਛੇਤੀ ਮਿਲ ਜਾਵੇ ਤੁਹਾਨੂੰ ਤਾਂ ਤੁਸੀਂ ਲਰਨ ਛੇਤੀ ਕਰਦੇ ਰਹੋਗੇ। ਸੋ ਇਹ ਮੈਂ ਆਪਣੇ ਆਪ ਦੇ ਅਸੂਲ ਮੈਂ ਆਲਵੇਜ਼ ਦੇਖਦਾ। ਦੂਸਰੀ ਗੱਲ, ਜੇ ਗਲਤੀ ਹੈ ਤਾਂ ਗਲਤੀ ਮੰਨ ਲਿਆ ਕਰੋ। ਮੈਂ ਆਪਣੇ ਸਟਾਫ ਨੂੰ ਵੀ ਸੇਮ ਕਹਿਣਾ ਹੁੰਦਾ ਕਿ ਜੇ ਕੋਈ ਗਲਤੀ ਹੈ ਦੱਸ ਦਿਆ ਕਰੋ, ਛੁਪਾਓ ਨਾ, ਝੂਠ ਨਾ ਬੋਲੋ, ਕਵਰ ਅਪ ਨਾ ਕਰੋ। ਗਲਤੀ ਸਾਰਿਆਂ ਕੋਲ ਹੋ ਜਾਂਦੀ ਹੈ, ਪਰ ਇਟਸ ਬੈਟਰ ਟੂ ਡੀਲ ਵਿਦ ਜੇ ਤੁਸੀਂ ਓਨ ਅਪ ਕਰ ਲਓ ਆਪਣੀ ਵੇ। ਮੇਰੇ ਕੋਲ ਮਿਸ ਹੋ ਗਿਆ ਟਾਰਗੇਟ ਜਾਂ ਮੈਂ ਭੁੱਲ ਗਿਆ ਕਰਨ ਨੂੰ, ਦੱਸ ਦਿਓ। ਮੈਂ ਈਵਨ ਕਾਲ ਵੀ, ਜੇ ਕੋਈ ਮੈਨੂੰ ਕੋਈ ਕੰਸਟੀਚੂਐਂਟ ਮੈਂ ਭੁੱਲ ਜਾਵਾਂ ਬੈਕ ਕਰਨ ਨੂੰ, ਮੈਂ ਬਹਾਨਾ ਨਹੀਂ ਲਾਉਂਦਾ ਹੁੰਦਾ। ਮੈਂ ਕਹਿੰਦਾ ਐਕਚੁਅਲੀ ਮੈਂ ਓਨੈਸਟਲੀ ਤੁਹਾਡਾ ਭੁੱਲ ਗਿਆ, ਤੁਹਾਡਾ ਪਰਸੋਂ ਆਇਆ ਸੀ ਕਾਲ, ਮੈਨੂੰ ਕਰਨਾ ਸੀ ਚਾਹੀਦਾ ਬੈਕ, ਪਰ ਮੈਂ ਭੁੱਲ ਗਿਆ। ਉਹ ਮੈਨੂੰ ਸਕਸੈਸਫੁਲ ਮੈਂ ਸਮਝਦਾ। ਜੇ ਮੈਂ ਝੂਠ ਬੋਲ ਕੇ ਬਹਾਨੇ ਲਾਵਾਂ, ਉਹਦੇ ਨਾਲ ਉਹ ਸੱਚਾਈ ਦੇ ਵਿੱਚ ਤੁਸੀਂ ਰਹੋ ਤਾਂ ਠੀਕ ਰਹਿੰਦਾ। ਕੁਝ ਸਰਪ੍ਰਾਈਜ਼ ਕਾਲਰਸ ਦਾ ਮੈਂ ਇਹਨਾਂ ਦੇ ਨਾਲ ਇੰਤਜ਼ਾਮ ਕੀਤਾ ਸੀ। ਇੱਕ ਹੋਰ ਇਹਨਾਂ ਦੇ ਆਪਣੇ ਪਿਆਰੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੈਲੋ। ਇਹ ਚੈਲੰਜ ਦੇ ਰਹੀ ਹਾਂ ਮੈਂ ਇਸ ਵੇਲੇ ਰਣਦੀਪ ਸਰਾਏ ਹੁਣਾਂ ਨੂੰ ਕਿ ਤੁਹਾਨੂੰ ਪਹਿਚਾਣ ਸਕਣ। ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ ਇਹਨਾਂ ਦੇ ਨਾਲ ਸ਼ੁਰੂ। ਲੈਟਸ ਸੀ ਕਿ ਰਣਦੀਪ ਜੀ ਪਹਿਚਾਣਦੇ ਨੇ ਕਿ ਨਹੀਂ। ਬਹੁਤ ਵੱਡੇ ਵੱਡੇ ਚੈਲੰਜ ਲੈਂਦੇ ਨੇ ਇਹ। ਜੇ ਮੈਨੂੰ ਰਣਦੀਪ ਮੈਨੂੰ ਨਾ ਪਛਾਣੇਗਾ ਫਿਰ ਤੇ ਗੱਲ ਹੀ ਬਣ। ਡਾਕਟਰ ਸਾਹਿਬ ਕੀ ਹਾਲ ਚਾਲ? ਸਤਿ ਸ਼੍ਰੀ ਠੀਕ ਠਾਕ ਅਕਾਲ। ਰਣਦੀਪ। ਡਾਕਟਰ ਚੀਮਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ ਨਹੀਂ ਬਹੁਤ ਥੈਂਕ ਯੂ ਸੋ ਮਚ। ਮੇਰਾ ਤੇ ਰਣਦੀਪ ਦਾ ਤੇ ਰਿਸ਼ਤਾ ਬੜਾ ਗੂੜਾ ਬੜਾ ਡੀਪ ਹੈ ਤੇ ਲੌਂਗ ਲਾਸਟਿੰਗ ਹੈ ਤੇ ਵੀ ਆਰ ਵੈਰੀ ਪ੍ਰਾਊਡ ਆਫ his work, his achievements and his contribution to our country and community and especially to his constituents. He's dedicated, one of a kind. ਡਾਕਟਰ ਚੀਮਾ ਇਹਨਾਂ ਦੀ ਕੋਈ ਇੱਕ ਖਾਸੀਅਤ ਜਿਹਦਾ ਤੁਸੀਂ ਜ਼ਿਕਰ ਕਰਨਾ ਚਾਹੋ, ਜ਼ਿਆਦਾ ਨਹੀਂ ਮੈਂ ਸੁਣਨਾ, ਸਿਰਫ ਇੱਕ ਖਾਸੀਅਤ ਜਿਹੜੀ ਇਹਨਾਂ ਦੇ ਕਨਸਟੀਟਿਊਐਂਟਸ ਨੂੰ ਵੀ ਨਾ ਪਤਾ ਹੋਵੇ। ਇਹਨਾਂ ਦੀ ਖਾਸੀਅਤ ਜਿਹੜੀ ਹੈ ਨਾ, ਕਿਸੇ ਵੀ ਇਨਸਾਨ ਨੂੰ ਇੱਕ ਚੀਜ਼ ਤੇ ਡਿਫਾਈਨ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਹਦੇ ਨਾਲ ਫਿਰ ਅਸੀਂ ਲਿਮਿਟ ਕਰ ਦਿੰਦੇ ਹਾਂ। ਇੱਕ ਇਹ ਹੁੰਦਾ ਇੱਕ ਕੰਪੈਕਟ, ਇਹ ਸਾਰਾ ਇਹ ਤੁਹਾਨੂੰ ਇੱਕ ਪੈਕੇਜ ਮਿਲਦਾ। ਇਹ ਜਿਹੜਾ ਰਣਦੀਪ ਸਿੰਘ ਸਰਾਏ ਤੇ ਇਹਨਾਂ ਦੀ ਜਿਹੜੀ ਫੈਮਿਲੀ ਦਾ ਜਿਹੜਾ ਸਟਰਕਚਰ ਹੈ, ਇਹਨਾਂ ਦੀ ਮਿਸਿਸ ਦਾ, ਇਹਨਾਂ ਦੇ ਬੱਚਿਆਂ ਦਾ, ਇਹਨਾਂ ਦੇ ਫਾਦਰ ਦੀ ਕੰਟਰੀਬਿਊਸ਼ਨ ਪੀਸੀ ਦੇ ਵਿੱਚ, ਬਹੁਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦੇ ਫਾਦਰ ਜਿਹੜੇ ਸੀ ਨਾ ਉਹਨਾਂ ਦੀ ਕਿੰਨੀ ਕੰਟਰੀਬਿਊਸ਼ਨ ਸੀ। ਸੋ ਇਹ ਸਾਰੀ ਜਿਹੜੀ ਲੜੀ ਹੈ ਇਹ ਅੱਗੋਂ ਕੈਰੀ ਔਨ ਕਰਦੇ ਪਏ ਨੇ ਆਪਣੇ ਫਾਦਰ ਦੀ ਲੈਗੇਸੀ, ਆਪਣੀ ਪਰਸਨਲ ਜਿਹੜੀ ਇਹਨਾਂ ਦੀ ਅਚੀਵਮੈਂਟ ਹੈ ਤੇ ਇਹਦੇ ਨਾਲ ਜਿਹੜੀ ਸਾਡਾ ਇਹਦਾ ਕਨੈਕਸ਼ਨ ਹੈ ਉਹ ਬਹੁਤ ਹੀ ਗੂੜਾ ਕਿਉਂਕਿ ਅਸੀਂ ਇਹ ਸਾਰੇ ਮੈਨੂੰ ਕਹਿੰਦੇ ਨੇ ਆਟੋ ਵੀ ਰਣਦੀਪ ਤੇਰਾ ਅਡਾਪਟ ਕੀਤਾ ਹੋਇਆ ਬੇਟਾ। ਮੈਂ ਕਿਹਾ ਬੇਟਾ ਇਹ ਮੇਰਾ ਅਡਾਪਟ ਨਹੀਂ ਕਰਨ ਦੀ ਜ਼ਰੂਰਤ, he is one of us. So ਇਹ ਇਹਨਾਂ ਦੀ ਖੂਬੀ ਹੈ। ਇੱਥੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਦੂਸਰੇ ਨੂੰ ਆਪਣਾ ਕਿਸ ਤਰ੍ਹਾਂ ਬਣਾਉਣਾ ਉਹ ਖੂਬੀ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਚੀਮਾ ਸ਼ਾਮਿਲ ਹੋਣ ਦੇ ਲਈ। ਰਣਦੀਪ ਜੀ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਡਾਕਟਰ ਸਾਹਿਬ ਨੇ। ਵਾਕਈ ਮੈਂ ਕਹਿਣ ਲੱਗਾ ਸੀ ਕਿ ਕਈ ਵਾਰੀ ਸਾਨੂੰ ਖਾਸ ਕਰਕੇ ਇਲੈਕਟ ਹੋਣ ਤੋਂ ਪਹਿਲਾਂ ਆਟੋ 'ਚ ਪੁੱਛਦੇ ਹੁੰਦੇ ਸੀ ਡਾਕਟਰ ਸਾਹਿਬ ਨੂੰ ਤੁਸੀਂ ਰਣਦੀਪ ਦੀ ਕਿਉਂ ਕਰਦੇ ਨਹੀਂ। ਇਹ ਕਹਿੰਦੇ ਸੀ ਹੀ ਇਜ਼ ਲਾਈਕ ਮਾਈ ਅਡੋਪਟਡ ਸਨ, ਸੋ ਹੀ ਇਜ਼ ਹਿਮ ਐਂਡ ਅਨੁਰਾਗ ਆਰ ਦ ਸੇਮ ਥਿੰਗ। ਸੋ ਇਹ ਨਹੀਂ ਮੈਨੂੰ ਆਲਵੇਜ਼ ਪੋਲੀਟੀਕਲੀ ਮੈਂਟਰ ਇੱਦਾਂ ਹੀ ਕੀਤਾ ਐਜ਼ ਏ ਫਾਦਰ। ਨਹੀਂ ਫਾਈਨੈਂਸ਼ੀਅਲੀ ਕਦੇ ਵੀ ਕਿਤੇ ਲੋੜ ਪਵੇ ਕੋਈ ਵੀ ਚੀਜ਼ ਲੈਣੀ ਹਮੇਸ਼ਾ ਕਿਹਾ। ਔਰ ਜੇ ਨਹੀਂ ਲੋੜ ਪੈਂਦੀ ਕਹਿੰਦੇ ਤੇ ਹੁੰਦੇ ਕਿ ਯੂ ਆਰ ਡੂਇੰਗ ਰੀਲੀ ਵੈਲ, ਮੈਨੂੰ ਤੈਨੂੰ ਹੁਣ ਲੋੜ ਨਹੀਂ ਐਤਕੀ, ਜੇ ਦੱਸ ਦੇ ਜੇ ਲੋੜ ਮੈਂ ਬਾਕੀਆਂ ਦੀ ਹੁਣ ਹੈਲਪ ਕਰ ਦੇਵਾਂ। ਪਰ ਇਹਨੇ ਹਮੇਸ਼ਾ ਮੈਨੂੰ ਸਹਾਇਤਾ ਕੀਤੀ ਆ ਔਰ ਸਲਾਹ ਲੈ ਕੇ ਹਮੇਸ਼ਾ ਹਰ ਇੱਕ ਕਾਰਜ ਕਰਦੇ ਆ ਔਰ ਅਸੀਂ ਇਹਨਾਂ ਦੀ ਸਲਾਹ ਤੋਂ ਬਗੈਰ ਨਹੀਂ ਚੱਲਦੇ। ਸੋ ਇਹਨਾਂ ਦਾ ਬਹੁਤ ਬਹੁਤ ਮੈਂ ਰੀਨੀ ਆ ਦੈਟ ਹੀ ਇਜ਼ ਆਲਵੇਜ਼ ਇਨਕਰੇਜਡ ਮੀ। ਐਂਡ ਇਹ ਕਮਿਊਨਿਟੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਕੋਈ ਵੀ ਛੋਟੇ ਮੋਟੇ ਤੋਂ ਇਨਸਾਨ ਜਿਹੜਾ ਕੋਈ ਇੱਕ ਵਿਜ਼ਟਰ ਉਹਨਾਂ ਦਾ ਆਇਆ ਹੋਵੇ ਤਾਂ ਚਾਹੇ ਉਹਨੂੰ ਮੈਡੀਕਲ ਦੀ ਅਸਿਸਟੈਂਸ ਦੀ ਲੋੜ ਆ, ਇਹਨਾਂ ਦਾ ਫਰਸਟ ਆਨਸਰ ਇਹੀ ਹੁੰਦਾ ਕਿ ਸਵੇਰੇ ਉਹਨੂੰ 7:30 ਭੇਜ ਦੇ। ਸੋ 8 ਵਜੇ ਭੇਜ ਦੇ, ਜਦੋਂ ਵੀ ਉਹ ਆ ਗਏ ਆਲ ਟੇਕ ਕੇਅਰ ਆਫ ਇਟ। ਅਤੇ ਚਾਹੇ ਵੱਡੀ ਚੀਜ਼ ਹੈਗੀ ਆ ਕਦੇ ਵੀ ਜਿੱਥੇ ਕਮਿਊਨਿਟੀ ਤੁਹਾਨੂੰ ਪ੍ਰਾਈਮ ਮਿਨਿਸਟਰ ਨੂੰ ਪੁਸ਼ ਕਰਨਾ, ਸਾਡਾ ਕੋਈ ਕਮਿਊਨਿਟੀ ਦਾ ਇਸ਼ੂ ਆ, ਇਹ ਹਮੇਸ਼ਾ ਕਮਿਊਨਿਟੀ ਦਾ ਇਸ਼ੂ ਅੱਗੇ ਰੱਖ ਕੇ ਆਪਣਾ ਪਿੱਛੇ ਰੱਖ ਕੇ ਆਲਵੇਜ਼ ਨਾਲ ਸਹਾਇਤਾ ਕਰਦੇ। ਸੋ ਵੈਰੀ ਲੱਕੀ ਆ ਕਿ ਮੇਰੇ ਕੋਲ ਇੱਦਾਂ ਦੇ ਪਾਰਟਨਰ, ਇੱਦਾਂ ਦੇ ਮੈਂਟਰ ਮੇਰੇ ਨਾਲ ਹੈਗੇ ਆ ਕਿ ਜਿਹੜੇ ਜਿਨ੍ਹਾਂ ਨੂੰ ਮੈਂ ਆਲਵੇਜ਼ ਕਾਊਂਟ ਔਨ ਕਰ ਸਕਦਾ ਕਿ ਜਦੋਂ ਵੀ ਮੈਨੂੰ ਕਿਤੇ ਲੋੜ ਪੈਂਦੀ ਆ ਜਾਂ ਸਲਾਹ ਦੀ ਜਾਂ ਕਿਸੇ ਹੋਰ ਕਿਸਮ ਦੀ ਮਦਦ ਦੀ, ਇਹ ਆਲਵੇਜ਼ ਮੇਰੀ ਸਹਾਇਤਾ ਕਰਦੇ ਉੱਤੇ। ਰਣਦੀਪ ਜੀ MP ਤਾਂ ਬਣ ਚੁੱਕੇ ਹੋ ਤੁਸੀਂ, MP 2 ਵਾਰ ਬਣ ਚੁੱਕੇ ਹੋ, ਅੱਗੇ ਕੀ ਹੁਣ? ਦੇਖੋ ਅੱਗੇ ਮੇਰਾ ਆਲਵੇਜ਼ ਜਦੋਂ ਮੈਂ ਪਹਿਲੀ ਵਾਰੀ ਵੀ ਖੜ੍ਹਾ ਹੋਇਆ ਸੀ ਮੇਰਾ ਇਹੀ ਸੀਗਾ ਕਿ ਜਿਹੜਾ MP ਬਣਨ ਦਾ ਕਾਰਨ ਇਹ ਹੈ ਕਿ ਜਿਹੜੀ ਮੈਂ ਰਾਈਡਿੰਗ ਨੂੰ ਰੈਪਰਜੈਂਟ ਕਰਦਾ ਮੈਂ ਉਹਨੂੰ ਬੈਟਰ ਛੱਡ ਕੇ ਜਾਵਾਂ ਐਵਰੀ ਟਾਈਮ। ਸੋ ਜੇ ਇੱਕ ਟਰਮ ਕੀਤਾ ਤਾਂ ਉਹਨੂੰ ਜਿੱਦਾਂ ਮੈਂ ਲਿਆ ਉਹ ਤੋਂ ਬੈਟਰ। ਸੋ ਪਹਿਲੀ ਟਰਮ ਦੇ ਵਿੱਚ ਮੇਰੇ ਕੋਲ 3-4 ਪ੍ਰੋਜੈਕਟ ਸੀਗੇ, ਖਾਸ ਕਰਕੇ ਜਿਹੜਾ ਇੰਜੀਨੀਅਰਿੰਗ ਕੈਂਪਸ ਸਾਈਮਨ ਫਰੇਜ਼ਰ ਦਾ ਔਰ ਇਨਵਾਇਰਮੈਂਟਲ ਐਨਰਜੀ ਦਾ, ਉਹਦੀ 90 ਮਿਲੀਅਨ ਫੰਡਿੰਗ ਲਿਆ ਕੇ ਉਹ ਬਣਾਉਣਾ ਅਤੇ 450 ਨਿਆਣੇ ਨੂੰ ਸਾਲ ਦੇ ਇੰਜੀਨੀਅਰ ਬਣਾ ਕੇ ਦੇਣਾ। ਇਹ ਇੱਕ ਮੇਰੇ ਕੋਲ ਵੱਡਾ ਸੀ। ਕੋਈ ਪੋਸਟ ਸੈਕੰਡਰੀ ਐਜੂਕੇਸ਼ਨ ਸਪੋਰਟਸ ਨਹੀਂ ਸੀਗੇ। ਇਸ ਦੇ ਨਾਲ ਵੈਟਰਨ ਸਾਡੇ ਸਰੀ ਦੇ ਵਿੱਚ ਐਕਚੁਅਲੀ ਲੋਕਾਂ ਨੂੰ ਪਤਾ ਨਹੀਂ, ਮਿਲਟਰੀ ਕਰੈਕਸ਼ਨ ਐਂਡ ਪੁਲਿਸ ਦੇ ਵੈਟਰਨ ਸਭ ਤੋਂ ਵੱਧ ਆ ਅਤੇ ਉਹਨਾਂ ਵਾਸਤੇ ਜਾਂ ਡਾਊਨਟਾਊਨ ਵੈਨਕੂਵਰ ਜਾਣਾ ਪੈਂਦਾ ਸੀਗਾ ਕੋਈ ਵੀ ਉਹਨਾਂ ਦੀ ਪੈਨਸ਼ਨ ਜਾਂ ਮਾਮਲੇ ਲਈ। ਉਹ ਮੈਂ ਮੰਗ ਕਰਵਾ ਕੇ ਤਾਂ ਉਹਨਾਂ ਦਾ ਪਹਿਲਾ ਆਫਿਸ ਜਿਹੜਾ ਉਹ ਇੱਥੇ ਓਨਲੀ 9 ਪ੍ਰੀਵੀਅਸ ਗਵਰਨਮੈਂਟ ਨੇ ਬੰਦ ਕੀਤੇ ਸੀ, ਅਸੀਂ 9 ਖਿਲਾ ਕੇ 10ਵਾਂ ਨਵਾਂ ਜਿਹੜਾ ਉਹ ਸਰੀ ਦੇ ਵਿੱਚ ਸਾਰੇ ਕੰਟਰੀ 'ਚ ਖਿਲਾਇਆ, ਉਹ ਇਨਫੋਰਮੇਸ਼ਨ ਲੈ ਕੇ ਔਰ ਲੌਬੀ ਕਰਨ ਵਾਸਤੇ। ਸੋ
ਸੋ ਇਸ ਟਾਈਪ ਆਫ ਚੀਜ਼ਾਂ RCMP ਦੀ ਕਾਫੀ ਇਸ ਰੇਡੀਓ ਸਟੇਸ਼ਨ ਦੀ ਵੀ ਡਿਮਾਂਡ ਸੀ ਕਿ ਤੁਸੀਂ RCMP ਨੂੰ ਲਿਸਨ ਕਰੋ, ਉਹ ਕੀ ਚਾਹੁੰਦੇ ਆ। ਉਹਨੂੰ ਹੀ ਕਿਹਾ ਸਾਨੂੰ ਫੋਰੈਂਸਿਕ ਲੈਬ ਹੈ ਨਹੀਂ ਗੀ, ਸਾਨੂੰ ਆਟੋਆ ਭੇਜਣਾ ਪੈਂਦਾ, ਤਾਂ ਡਿਲੇ ਬਹੁਤ ਹੋ ਜਾਂਦਾ ਜਦੋਂ ਕੋਈ ਐਵੀਡੈਂਸ ਕਰਨਾ। ਉਹਦੀ ਅਸੀਂ 60 ਮਿਲੀਅਨ ਦੀ ਲਾਰਜੈਸਟ ਕੈਨੇਡੀਅਨ ਲੈਬ ਜਿਹੜੀ ਹੁਣ ਸਰੀ ਸੈਂਟਰ 'ਚ ਖੁੱਲ੍ਹ ਗਈ। ਸੋ ਇਹ ਟਾਈਪ ਆਫ ਚੀਜ਼ਾਂ ਮੇਰੀਆਂ ਫਰਸਟ ਰਾਊਂਡ ਦੇ ਵਿੱਚ ਸੀਗੀਆਂ। ਐਤਕੀ ਆਲਰੇਡੀ ਅਸੀਂ ਸੈਕਿੰਡ ਦੇ ਵਿੱਚ ਸਕਾਈ ਟ੍ਰੇਨ ਜਿਹੜੀ ਲੈਂਗਲੀ ਤੱਕ ਕਮਿਟਮੈਂਟ ਜਿਹੜੀ ਸੀਗੀ ਇਹ ਕਰਵਾ ਦਿੱਤੀ ਆ। ਸੋ ਇਸ ਟਾਈਪ ਆਫ ਇਸੇ ਤਰ੍ਹਾਂ ਜਿਹੜੇ ਜਦੋਂ ਮੈਂ ਰਾਈਡਿੰਗ ਜਿੱਤੀ ਉਦੋਂ ਤੁਹਾਨੂੰ ਯਾਦ ਹੋਊਗਾ 135A ਤੇ ਹੋਮਲੈਸਨੈਸ ਬਹੁਤ ਸੀਗੀ, ਟੈਂਟ ਸਿਟੀ ਸੀਗੀ, ਬਹੁਤ ਬਦਨਾਮੀ ਤਾਂ ਚਲੋ ਸਿਟੀ ਦੀ ਹੈ, ਪਰ ਸਾਨੂੰ ਆਪ ਬਹੁਤ ਮਹਿਸੂਸ ਹੁੰਦਾ ਸੀ ਕਿ ਅਸੀਂ ਫਰਸਟ ਵਰਲਡ ਕੰਟਰੀ ਦੇ ਵਿੱਚ ਰਹਿੰਦੇ ਤਾਂ ਲੋਕ ਤੰਬੂਆਂ 'ਚ ਸੈਕਿੰਡ ਬਿਗੇਸਟ ਸਿਟੀ ਦੇ ਵਿੱਚ ਰਹਿੰਦੇ ਤਾਂ ਕੋਈ ਰਿਹਾਇਸ਼ ਨਹੀਂ। ਉਹਦਾ ਰਾਈਟ ਵੇ BC ਹਾਊਸਿੰਗ ਨੂੰ ਪੈਸੇ ਦੇ ਕੇ ਉਹਨਾਂ ਨੂੰ ਸ਼ੈਲਟਰਾਂ 'ਚ ਪਹਿਲਾਂ ਟੈਂਪਰੇਰੀ ਜਿਹੜੇ ਮੌਜੂਲਰ ਸੀਗੇ, ਹੁਣ ਉਹਨਾਂ ਨੂੰ ਪਰਮਾਨੈਂਟ ਹਾਊਸਿੰਗ 250 ਯੂਨਿਟ ਦੇ ਵਿੱਚ ਹਜੇ ਵੀ ਹੋਰ ਕਰਨ ਦੀ ਲੋੜ ਆ। ਔਰ ਉਸ ਤੋਂ ਬਾਅਦ ਅਸੀਂ 44 ਬੈਡਸ ਵੂਮਨ ਵਾਸਤੇ ਕੀਤੇ ਆ ਤਾਂ ਫਰਵਰੀ ਦੇ ਵਿੱਚ ਹੀ। ਹੁਣ ਫਿਰ ਅਸੀਂ ਅਨਾਊਂਸ ਜਿਹੜੇ ਐਟ ਰਿਸਕ ਯੂਥ ਆ ਉਹਨਾਂ ਵਾਸਤੇ 25 ਬੈੱਡ ਕੀਤੇ। ਸੋ ਇਹ ਚੀਜ਼ ਦੇ ਵਿੱਚ ਮੈਨੂੰ ਖੁਸ਼ੀ ਹੁੰਦੀ ਹੈ। ਔਰ ਮੇਰਾ ਗੋਲ ਇਹੀ ਹੈ, ਕਿਉਂਕਿ ਜਿਹੜਾ ਬਾਕੀ ਕੋਈ ਤੋਂ ਹਾਇਰ ਗੋਲ ਹੈ ਉਹ ਤਾਂ ਪ੍ਰਾਈਮ ਮਿਨਿਸਟਰ ਦਾ ਪ੍ਰੋਰੋਗੇਟਿਵ ਆ, ਉਹ ਡਿਸਾਈਡ ਕਰੋ। ਉਹਦੇ ਬਹੁਤ ਫੈਕਟਰ ਹੁੰਦੇ ਆ, ਕਿੰਨੇ ਰੀਜਨਲ ਨੂੰ ਰੈਪਰੈਜ਼ੈਂਟ ਕਰਨਾ, ਕਿੰਨੀਆਂ ਔਰਤਾਂ, ਕਿੰਨੇ ਮਰਦ, ਕਿੰਨੇ ਡਿਫਰੈਂਟ ਕਮਿਊਨਿਟੀ ਦੇ ਹੈਗੇ ਆ, ਰਿਫਲੈਕਟਿਵ ਆਫ ਦੈਟ। ਸੋ ਉਹਦੇ ਟੂਲ 'ਚ ਮੈਂ ਉਹਦੀ ਕੋਈ ਅਸਪਾਇਰ ਮੈਂ ਨਹੀਂ ਕਹਿ ਸਕਦਾ ਕਿ ਨਹੀਂ ਕਰਦਾ। ਐਵਰੀ ਇਨਸਾਨ ਜਿਹੜਾ ਪੋਲੀਟਿਕਸ ਦੇ ਵਿੱਚ ਆ ਉਹ ਕਰਦਾ ਕਿ ਮੈਂ ਵਧਾਂ ਇੱਥੋਂ, ਪਰ ਮੇਰਾ ਇਹ ਜ਼ਰੂਰ ਹੈਗਾ ਕਿ ਮੇਰੀ ਰਾਈਡਿੰਗ ਨੂੰ ਬੈਸਟ ਕਰਕੇ ਦੇਵਾਂ। ਮੇਰਾ ਗੋਲ ਹੈ ਕਿ ਜਿਹੜੇ ਸਰੀ ਦੇ ਨਿਵਾਸੀ ਅੱਗੇ ਬੈਡਰੂਮ ਕਮਿਊਨਿਟੀ ਗਿਣਿਆ ਜਾਂਦੀ ਹੁੰਦੀ ਸੀ ਵੈਨਕੂਵਰ ਦੀ, ਇਹ ਇੱਕ ਸਿਟੀ, ਅਰਬਨ ਸਿਟੀ ਪ੍ਰਾਊਡਲੀ ਲੋਕ ਵਰਲਡ ਦੇ ਵਿੱਚ ਕਿਹਾ ਕਰਨਗੇ ਕਿ ਮੈਂ ਸਰੀ ਤੋਂ, ਮੈਂ ਸਰੀ ਤੋਂ ਪੜ੍ਹ ਕੇ ਆਇਆ, ਮੈਂ ਸਰੀ ਦੇ ਵਿੱਚ ਕੰਮ ਕਰਦਾ। ਇਸ ਵੇਲੇ ਹੁਣ 70% ਲੋਕ ਸਰੀ 'ਚ ਹੀ ਕੰਮ ਕਰਦੇ। ਉਹ ਜੇ ਡਾਊਨਟਾਊਨ ਦੇ ਵਿੱਚ ਯੂਨੀਵਰਸਿਟੀ ਬਹੁਤ ਕਾਮਯਾਬ ਹੋ ਜਾਵੇ, ਜਿਹੜੀ ਕਿ ਹੁਣ ਅਸੀਂ ਗੋਲ ਹੈ ਕਿ ਮੈਡੀਕਲ ਵੀ ਉੱਥੇ ਸ਼ੁਰੂ ਕਰੀਏ, ਫਿਰ ਪ੍ਰਾਊਡਲੀ ਅਸੀਂ ਵਰਲਡ ਦੇ ਵਿੱਚ ਕਿਹਾ ਕਰਾਂਗੇ ਕਿ ਮੈਂ ਸਰੀ ਤੋਂ ਪੜ੍ਹ ਕੇ ਆਇਆ, ਮੈਂ ਸਰੀ 'ਚ ਰਹਿੰਦਾ ਆ, ਮੈਂ ਸਰੀ 'ਚ ਕੰਮ ਕਰਦਾ। ਨਾ ਕਿ ਅੱਗੇ ਸਿਰਫ ਇਹ ਸੀ ਮੈਂ ਸਰੀ 'ਚ ਰਹਿੰਦਾ ਪਰ ਆਈ ਗੋ, ਮੈਂ 1 ਘੰਟਾ ਲਾਉਣਾ ਬੱਸ ਦੇ ਵਿੱਚ ਵੈਨਕੂਵਰ ਜਾਣ ਤੱਕ ਜਾਂ ਕਾਰ ਦੇ ਵਿੱਚ। ਇਹ ਚੀਜ਼ ਮੇਰਾ ਗੋਲ ਹੈ ਕਿ ਸਰੀ ਬੈਸਟ ਪਲੇਸ ਟੂ ਲਿਵ, ਲਰਨ, ਵਰਕ ਐਂਡ ਪਲੇ ਹੋਵੇ। ਇਹ ਮੇਰੀ ਗੋਲ ਹੈ। ਠੀਕ ਹੈ। ਜਦੋਂ ਵੀ ਕੋਈ ਲੋਕ ਕਾਮਯਾਬੀ ਦੀ ਆਪਣੀ ਭਾਸ਼ਾ ਜਾਂ ਪਰਿਭਾਸ਼ਾ ਦੇਖਦੇ ਹੈਗੇ, ਇਹੀ ਹੁੰਦਾ ਕਿ ਵੀ ਚੰਗਾ ਪੈਸਾ ਹੋਣਾ ਚਾਹੀਦਾ, ਦੂਸਰੀ ਇਹ ਕਿ ਪਾਵਰ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਬੰਦਾ ਉਸ ਪੋਜੀਸ਼ਨ 'ਚ ਹੋ ਜਾਂਦਾ ਕਿ ਉਹਦੀ ਆਪਣੀ ਸੇ ਹੁੰਦੀ ਹੈ। ਜੇ ਉਹ ਦੂਸਰਿਆਂ ਲਈ ਕੁਝ ਕਰਨਾ ਚਾਹੁੰਦਾ ਉਹ ਕਰ ਸਕਦਾ ਹੁੰਦਾ। ਉਹ ਤੁਸੀਂ ਕਰ ਰਹੇ ਹੋ। ਖੈਰ ਜਿੰਨਾ ਵੀ ਬਣਦਾ ਅੱਗੋਂ ਤੋਂ ਵੀ ਤੁਹਾਡੇ ਤੋਂ ਐਕਸਪੈਕਟੇਸ਼ਨਸ ਰਹਿਣਗੀਆਂ। ਥੋੜ੍ਹਾ ਜਿਹਾ ਵਾਪਸ, ਕਿਉਂਕਿ ਸਮਾਂ ਮੇਰੇ ਕੋਲ ਥੋੜ੍ਹਾ ਆ, ਮੈਂ MP ਰਣਦੀਪ ਸਰਾਏ ਤੋਂ ਐਜ਼ ਅ ਪਰਸਨ, ਜਿਹੜਾ ਰਣਦੀਪ ਸਿੰਘ ਸਰਾਏ ਹੈ, ਉਹਦੇ ਤੱਕ ਆਉਣਾ ਚਾਹੁੰਦੀ ਹਾਂ। ਹਾਂਜੀ। ਘਰ ਦੇ ਵਿੱਚ ਜਿਹੜਾ ਬੈਲੈਂਸ ਆ ਉਹ ਕਿੱਦਾਂ ਬਣਦਾ? ਤੁਸੀਂ ਟਾਈਮ ਦੀ ਵੀ ਗੱਲ ਕਰ ਦਿੱਤੀ ਹੈਗੀ ਆ। ਘਰ 'ਚ ਕੁਕਿੰਗ ਕੌਣ ਕਰਦਾ? ਕੁਕਿੰਗ ਮੈਜੋਰਿਟੀ ਮੇਰੀ ਵਾਈਫ ਤਾਂ ਮੇਰੇ ਮੰਮੀ ਹੁਣੀ ਕਰਦੇ ਆ। ਸੋ 70% ਮੇਰੀ ਵਾਈਫ ਹੁਣੀ ਕਰਦੇ ਆ ਤਾਂ 30% ਮੇਰੀ ਮੰਮੀ। ਮੈਂ ਜੇ ਕਰਦਾ ਤਾਂ ਮੈਂ ਸਪੈਸ਼ਲ ਇਵੈਂਟਸ ਲਈ ਕਰਦਾ ਹੁੰਦਾ, ਜਦੋਂ ਮੇਰੇ ਕਜ਼ਨਾਂ ਨੇ ਆਉਣਾ ਜਾਂ ਮੇਰੇ ਇਨ-ਲਾਜ਼ ਰਿਕੁਐਸਟ, ਮੇਰੇ ਕਜ਼ਨ ਜਿਹੜੇ ਬ੍ਰਦਰ ਇਨ-ਲਾ, ਸਿਸਟਰ ਇਨ-ਲਾ, ਹਾਂ ਕਰ ਲੈਂਦਾ। ਮੈਂ ਐਕਚੁਅਲੀ ਸ਼ੌਂਕ ਦੇ ਨਾਲ ਕਰਨਾ ਲਾਈਕ ਵੀ ਬਹੁਤ ਕਰਦਾ। ਕੀ ਬਣਾਉਂਦੇ ਹੋ? ਮੈਂ ਐਨਚਿਲਾਡਾ, ਇੰਡੀਅਨ ਫੂਡ ਨਹੀਂ, ਮੇਰੇ ਕੋਲ ਇੰਡੀਅਨ ਫੂਡ ਕੋਈ ਨਹੀਂ ਬਣਾ ਸਕਦਾ, ਨਾ ਮੈਂ ਸਬਜ਼ੀ, ਨਾ ਦਾਲ, ਨਾ ਮੈਂ ਰੋਟੀ, ਪਰ ਮੈਂ ਮੈਕਸੀਕਨ ਐਨਚਿਲਾਡਾਜ਼, ਮੈਂ ਇਟਾਲੀਅਨ ਫੂਡ, ਪਾਸਟਾਜ਼, ਡਿਫਰੈਂਟ ਪਾਸਟਾਜ਼, ਲਜ਼ਾਨੀਆਜ਼, ਇਹ ਬੜੀ ਲਾਈਕ ਕਰਦਾ ਬਣਾਉਣਾ। ਬਰਗਰਸ ਸਿੰਪਲ ਜਿਹੜੇ ਹੁੰਦੇ ਆ, ਵੈਜੀ ਬਰਗਰਸ ਆ, ਪਰ ਉਹਨਾਂ ਨੂੰ ਜਰਾ ਨਾਲ ਐਕਸੈਸਰਾਈਜ਼ ਕਰਨਾ, ਇਹ ਮੇਰਾ ਕਾਫੀ ਸ਼ੌਂਕ ਹੁੰਦਾ। ਇਹ 3-4 ਚੀਜ਼ਾਂ ਦੇ ਵਿੱਚ ਜਿਹ 'ਚ ਮੈਂ ਮਾਰਾਂ, ਮੈਂ ਇਹੀ ਟਰਾਈ ਕਰਦਾ। ਮੈਂ ਬਾਹਲਾ ਸਟਰੈਚ ਨਹੀਂ ਕਰਦਾ। ਨਿਆਣੇ ਪੈਨਕੇਕਸ, ਸੋ ਪੈਨਕੇਕਸ ਸੈਟਰਡੇ ਮਾਰਨਿੰਗ, ਸੰਡੇ ਮਾਰਨਿੰਗਸ ਵਾਸਤੇ, ਉਹ ਮੇਰੀ ਕਈ ਵਾਰੀ ਹੁੰਦੀ ਜ਼ਿੰਮੇਵਾਰੀ ਕਿ ਮੈਂ ਬੱਚਿਆਂ ਵਾਸਤੇ ਕਰਦਾ, ਪਰ ਉਹ ਕਹਿ ਦਿੰਦੇ ਕਿ ਮੈਂ ਸਾੜ ਦਿੰਦਾ, ਮੈਂ ਬਰਨ ਜ਼ਿਆਦਾ ਕਰ ਦਿੰਦਾ। ਸੋ ਮੈਂ ਜਾਂ ਗੱਲਾਂ ਕਰਦਾ ਰਹਿੰਦਾ ਜਾਂ ਮੈਂ ਹੋਰ ਪਾਸੇ ਧਿਆਨ ਕਰ ਲੈਂਦਾ ਤਾਂ ਮੈਂ ਮਿਸ ਕਰ ਲੈਂਦਾ। ਪਰ ਦੂਜੀਆਂ ਚੀਜ਼ਾਂ 'ਚ ਮੇਰੀ ਕਾਫੀ ਕਾਮਯਾਬੀ ਹੈਗੀ ਹੈ। ਬੱਚਿਆਂ ਨੂੰ ਤੁਹਾਡੇ ਕੋਲੋਂ ਕੋਈ ਸ਼ਿਕਾਇਤ ਹੁੰਦੀ ਹੋਵੇ? ਮੈਂ ਸ਼ਿਕਾਇਤ ਉਹਨਾਂ ਨੂੰ ਉਹਨਾਂ ਦੀ ਜਦੋਂ ਯੰਗਰ ਸੀਗੇ ਤਾਂ ਉਦੋਂ ਹੁੰਦਾ ਸੀ ਕਿ ਮੈਂ ਇਨਫ ਟਾਈਮ ਰਹਿੰਦਾ ਨਹੀਂ। ਜਦੋਂ ਹੁਣ ਕਿਉਂਕਿ ਵੱਡੇ ਹੋ ਗਏ ਤਾਂ ਹੁਣ ਕਹਿੰਦੇ ਤੂੰ ਜਾਂਦਾ ਕਿਉਂ ਨਹੀਂ ਆ, ਕੋਵਿਡ ਕਰਕੇ ਤੂੰ ਘਰੇ ਹੀ ਰਹਿੰਦਾ ਸਾਰਾ ਦਿਨ, ਮਤਲਬ ਛੇੜਨ ਵਾਸਤੇ ਕਹਿੰਦੇ ਆ। ਪਰ ਮੈਂ ਉਹਨਾਂ ਨੂੰ ਇੱਕ ਵਾਅਦਾ ਜ਼ਰੂਰ ਕੀਤਾ ਕਿ ਜਿੱਦਣ ਤੁਸੀਂ ਮੈਨੂੰ ਕਹੋਗੇ ਕਿ ਨਾ ਖੜਾ ਹੋ ਜਾਂ ਨਾ ਤੇਰਾ ਟਾਈਮ ਜ਼ਿਆਦਾ ਚਾਹੀਦਾ, ਤੂੰ ਜ਼ਿਆਦਾ ਦੂਰ ਕਰ ਰਿਹਾ ਟਾਈਮ, ਜਾਂ ਮੇਰੇ ਲਾਈਫ ਦੇ ਵਿੱਚ ਤੂੰ ਨਹੀਂ ਇਨਫ ਹੈਗਾ, ਮੈਂ ਉਸੇ ਦਿਨ ਛੱਡ ਦੂੰਗਾ। ਮੈਂ ਸੋ ਐਵਰੀ
ਇਲੈਕਸ਼ਨ ਤੋਂ ਪਹਿਲਾਂ ਮੈਂ ਆਲਵੇਜ਼ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਠੀਕ ਹੈ, ਖੁਸ਼ ਆ, ਮੈਂ ਇਨਫ ਟਾਈਮ ਦਿੰਦਾ, ਜਾਂ ਮੈਂ ਹੁਣੀ ਟੋਨ ਡਾਊਨ ਕਰ ਲਵਾਂ ਜਾਂ ਇਨਕਰੀਜ਼ ਕਰ ਲਵਾਂ, ਮੈਨੂੰ ਦੱਸ ਦਿਓ। ਸੋ ਫਾਰ ਕਿਉਂਕਿ ਜਦੋਂ ਮੈਂ ਨੋਮੀਨੇਸ਼ਨ ਜਿਹੜੀ ਤੁਸੀਂ ਪਹਿਲਾਂ ਕੀਤੀ ਸੀ, ਜਦੋਂ ਮੇਰੀ ਸੁੱਖ ਦੇ ਨਾਲ ਸਰੀ ਨਿਊਟਨ ਦੀ ਸੀ, ਉਦੋਂ ਮੇਰੇ ਬੱਚਿਆਂ ਨੇ ਐਕਚੁਅਲੀ ਮੈਨੂੰ ਬਾਅਦ ਦੱਸਿਆ ਕਿ ਅਸੀਂ ਤਾਂ ਪ੍ਰੇ ਕੀਤਾ ਸੀ ਕਿ ਤੂੰ ਹਾਰ ਜਾਵੇ। ਮੈਂ ਕਿਹਾ ਕਾਹਤੇ? ਕਹਿੰਦੇ ਤੂੰ 7 ਵਜੇ ਚੱਲ ਜਾਂਦਾ ਸੀ ਅਤੇ ਸਾਡੇ ਸੁੱਤਿਆਂ ਪਿਆਂ ਤੋਂ ਬਾਅਦ ਆਉਂਦਾ ਸੀ, ਅਤੇ ਅਸੀਂ ਤੈਨੂੰ ਤਕਰੀਬਨ 6 ਹਫ਼ਤਿਆਂ ਅਸੀਂ ਤੈਨੂੰ ਦੇਖਿਆ ਨਹੀਂ ਐਟ ਆਲ। ਉੱਥੇ ਜਦੋਂ ਅਸੀਂ ਆਉਂਦੇ ਸੀ, ਤੂੰ ਬਿਜ਼ੀ ਬਹੁਤ ਸੀ ਲੋਕਾਂ ਨਾਲ, ਤੂੰ ਸਾਡੇ ਨਾਲ ਗੱਲਬਾਤ ਨਹੀਂ ਸੀ ਕਰਦਾ। ਉਹ ਮੈਨੂੰ ਦੁੱਖ ਬਹੁਤ ਹੋਇਆ ਕਿ ਮੈਂ ਇਹਨਾਂ ਨੂੰ ਨਗਲੈਕਟ ਨਾ ਕੀਤਾ, ਕਿ ਇਹ ਪ੍ਰੇ ਕੀਤਾ ਕਿ ਮੈਂ ਨਾ ਇਹ MP ਜਿੱਤਾ ਸਕਾਂ। ਸੋ ਸ਼ਾਇਦ ਉਹਨਾਂ ਦੀ ਖੁਆਇਸ਼ ਹੀ ਪੂਰੀ ਹੋਈ ਹੋਗੀ। ਸੋ ਉਹ ਤੋਂ ਬਾਅਦ ਮੈਂ ਜਦੋਂ ਸੈਕਿੰਡ ਟਾਈਮ ਮੈਂ ਕਿਹਾ ਮੈਂ ਇਹ ਪ੍ਰੋਮਿਸ ਕਰੂੰਗਾ ਕਿ ਮੈਂ ਇੰਨਾ ਨਹੀਂ ਬਿਜ਼ੀ ਰਹੂੰਗਾ, ਮੈਂ ਤੁਹਾਡੇ ਨਾਲ ਜ਼ਰੂਰ ਟਾਈਮ ਆਲਵੇਜ਼ ਦੇਵਾਂਗਾ। ਸੋ ਉਹ ਮੈਂ ਟੈਸਟ ਆਲਵੇਜ਼ ਇਹਨਾਂ ਨਾਲ ਮੰਥਲੀ ਪੁੱਛਦਾ ਰਹਿੰਦਾ ਵੀ ਤੁਸੀਂ ਮੈਨੂੰ ਦੱਸ ਦਿਓ ਜੇ ਕਿਤੇ ਜ਼ਿਆਦਾ। ਸੋ ਉਹਨਾਂ ਦਾ ਕਈ ਵਾਰੀ ਹੁੰਦਾ ਜਦੋਂ ਖਾਂਦੇ ਆ ਜਾਂ ਜਦੋਂ ਉਹਨਾਂ ਨੂੰ ਵਾਚ ਕਰਦੇ ਕਿ ਫੋਨ ਨਹੀਂ ਆਨਸਰ ਕਰਨਾ, ਉਹ ਜੇ ਹਾਕੀ ਵੀ ਖੇਡਦੇ ਜੇ ਬਾਸਕਿਟਬਾਲ, ਤਾਂ ਉਹ ਪਿੱਛੇ ਨੂੰ ਦੇਖ ਕੇ ਦੇਖਦੇ ਹੁੰਦੇ ਕਿ ਮੈਂ ਫੋਨ 'ਤੇ ਹਾਂ ਕਿ ਮੈਂ ਉਹਨਾਂ ਵੱਲ ਧਿਆਨ ਦੇਖਦਾ। ਇਹ ਮੇਰੀ ਜ਼ਰੂਰ ਕਮਿਟਮੈਂਟ ਉਹਨਾਂ ਨਾਲ ਆਲਵੇਜ਼ ਹੈਗੀ ਆ, ਔਰ ਮੈਨੂੰ ਆਪ ਵੀ ਚੈੱਕ ਕਰਨਾ ਪੈਂਦਾ ਆਪਣੇ ਆਪ ਨੂੰ ਕਿ ਮੈਂ ਇਨਫ ਕਰ ਰਿਹਾ ਕਿ ਨਹੀਂ ਕਰ ਰਿਹਾ। ਹੋਰ ਕੀ ਸ਼ੌਕ ਰੱਖਦੇ ਹੋ? ਹੋਰ ਸ਼ੌਂਕ ਮੇਰਾ ਇੱਕ ਦੌੜਨ ਦਾ ਹੈਗਾ। ਸੋ ਮੈਂ ਮਿਸਟਰ ਕਡਲ ਸਾਡੇ ਕੁੱਤੇ ਦੇ ਨਾਲ ਦੌੜਨਾ, ਇਹ ਪਰਸਨਲ ਮੇਰਾ ਪੈਸ਼ਨ ਹੈਗਾ। ਗੋਲਫ ਖੇਲਣਾ ਥੋੜ੍ਹਾ ਜਿਹਾ ਸ਼ੌਂਕ ਮੈਂ ਰੱਖਦਾ, ਬਹੁਤ ਜ਼ਿਆਦਾ ਵੀ ਨਹੀਂ, 1-2 ਵਾਰੀ ਮਹੀਨੇ ਦਾ ਜ਼ਰੂਰ, ਜਿੰਨਾ ਇੱਕ ਤਾਂ ਸੋਸ਼ਲ ਐਸਪੈਕਟ ਹੋ ਜਾਂਦਾ। ਟਰੈਵਲ ਸਭ ਤੋਂ ਵੱਧ ਹੈ, ਮੈਂ ਦੁਨੀਆ ਨੂੰ ਟਰੈਵਲ ਕਰਨਾ, ਪਰਿਵਾਰ ਦੇ ਨਾਲ ਟਰੈਵਲ ਕਰਨਾ, ਨਵੇਂ ਸ਼ਹਿਰ ਦੇਖਣੇ, ਨਵੇਂ ਕੰਟਰੀਆਂ ਦੇਖਣੇ, ਨਵੇਂ ਖਾਣੇ ਦੇਖਣੇ, ਇਹ ਮੈਨੂੰ ਬਹੁਤ ਸ਼ੌਂਕ ਹੈਗਾ ਕਿ ਦੁਨੀਆ ਦੀ ਟਰੈਵਲ ਕਰੀਏ। ਔਰ ਉਹ ਦੋਨੇ ਮੈਂ ਲਾਈਕ ਕਰਦਾ, ਆਪਣੇ ਪਰਿਵਾਰ ਦੇ ਨਾਲ ਵੀ ਕਰਨਾ, ਆਪਣੇ ਦੋਸਤ ਮਿੱਤਰਾਂ ਨਾਲ ਵੀ ਕਰਨਾ, ਕਿਉਂਕਿ ਪਰਿਵਾਰ ਦੇ ਨਾਲ ਇੱਕ ਹੋਰ ਤਰੀਕਾ ਹੁੰਦਾ, ਬੱਚਿਆਂ ਨੂੰ ਤੋਰ ਨਾਲ ਲਿਜਾਣਾ, ਕਈ ਵਾਰੀ ਉਹਨਾਂ ਨੂੰ ਸਾਈਟ ਸੀਇੰਗ 'ਚ ਨਹੀਂ ਸ਼ੌਂਕ ਹੁੰਦਾ। ਦੋਸਤਾਂ ਮਿੱਤਰਾਂ ਨਾਲ ਤੁਹਾਡਾ ਜਾਣਾ, ਤੁਸੀਂ ਮੋਰ ਐਡਵੈਂਚਰਸ ਆ, ਤੁਸੀਂ ਡਿਫਰੈਂਟ ਸਕਾਈ ਡਾਈਵਿੰਗ, ਕਲਿਫ ਡਾਈਵਿੰਗ, ਇੱਦਾਂ ਦੀਆਂ ਚੀਜ਼ਾਂ ਤੁਸੀਂ ਕਰ ਲੈਂਦੇ ਆ, ਉਹ ਸ਼ੌਂਕ ਰੱਖ ਲੈਂਦੇ ਆ। ਸੋ ਇਹ ਟਰੈਵਲ ਦਾ ਮੈਨੂੰ ਬਹੁਤ ਸ਼ੌਂਕ ਹੈ, ਉਹਦੇ ਨਾਲ ਦੁਨੀਆ ਸਾਰੀ ਦੇਖਣੀ। ਇਹ ਮੇਰੀ ਖੁਆਇਸ਼ ਹੈ ਕਿ ਮੈਂ ਲਾਈਫ ਦੀ ਐਂਡ ਤੱਕ ਸਾਰੇ ਕੌਂਟੀਨੈਂਟ 'ਤੇ ਐਟਲੀਸਟ ਮੋਸਟ ਕੰਟਰੀਆਂ ਦੁਨੀਆ ਦੀ ਮੈਂ ਦੇਖ ਲਵਾਂ ਇੱਕ ਵਾਰੀ। ਪੋਲੀਟਿਕਸ ਦੇ ਵਿੱਚ ਨੈਗੇਟਿਵਿਟੀ ਕਾਫੀ ਜ਼ਿਆਦਾ ਇਨਵੋਲਵ ਹੁੰਦੀ ਆ। ਨੈਗੇਟਿਵਿਟੀ ਦੇ ਨਾਲ ਤੁਹਾਨੂੰ ਡੇਲੀ ਬੇਸਿਸ 'ਤੇ ਸਾਹਮਣਾ ਵੀ ਉਹਨੂੰ ਕਰਨਾ ਪੈਂਦਾ, ਡੀਲ ਵੀ ਕਰਨਾ ਪੈਂਦਾ। ਹਾਊ ਡੂ ਯੂ ਡੂ ਦੈਟ? ਇਹ ਦੇਖੋ, ਇਹ ਬੜੀ ਹਾਰਡ ਆ, ਇੰਨਾ ਈਜ਼ੀ ਨਹੀਂ ਕਹਿਣਾ ਸਿਖਾਲਾ, ਖਾਸ ਕਰਕੇ ਸੋਸ਼ਲ ਮੀਡੀਆ ਕਰਕੇ ਲੋਕ ਜੋ ਮਰਜ਼ੀ ਬਿਆਨ ਅੰਡਰ ਡਿਫਰੈਂਟ ਹੈਂਡਲਸ ਹਾਈਡ ਕਰਕੇ ਬਿਆਨ ਦੇ ਦਿੰਦੇ ਆ, ਔਰ ਕਿਸੇ ਦੀ ਟਿੱਪਣੀ ਕਰਨੀ ਬਹੁਤ ਸਿਖਾਲੀ ਆ। ਜਿੱਥੇ ਪੋਲਿਸੀ ਟਿੱਪਣੀਆਂ ਜਾਂ ਤੁਹਾਡੇ ਪਾਰਟੀ ਦੀਆਂ ਟਿੱਪਣੀਆਂ ਮੈਂ ਕੋਈ ਮਾਈਂਡ ਨਹੀਂ ਕਰਦਾ। ਆਈ ਥਿੰਕ ਦੋਜ਼ ਆਰ ਵਾਜਬ ਆ, ਹੱਕ ਬਣਦਾ। ਜਿੱਥੇ ਸਾਡੀਆਂ ਕਮੀਆਂ ਅਸੀਂ ਨਹੀਂ ਕੁਛ ਇਨਫ ਕੀਤਾ, ਡੈਫੀਨਿਟਲੀ ਉਹਨਾਂ ਦਾ ਚਾਹੀਦਾ ਪ੍ਰੋਟੈਸਟ ਵੀ ਕਰਨੇ ਚਾਹੀਦੇ। ਜਿੱਥੇ ਪਰਸਨਲ ਅਟੈਕ ਲੋਕ ਕਰਨ ਲੱਗ ਪੈਂਦੇ ਕਿਸੇ ਦੇ ਵੀ ਵਿਰੁੱਧ, ਉਹ ਗੱਲ ਗਲਤ ਆ। ਆਈ ਥਿੰਕ ਉਹਦੇ ਵਿੱਚ ਖਾਸ ਕਰਕੇ ਅਸੀਂ ਫਿਰ ਨੌਜਵਾਨਾਂ ਨੂੰ, ਬੱਚਿਆਂ ਨੂੰ, ਸਾਡਿਆਂ ਨੂੰ, ਔਰਤਾਂ ਨੂੰ ਅਸੀਂ ਡਿਸਕਰੇਜ ਬਹੁਤ ਕਰ ਦਿੰਦੇ, ਜਿੰਨਾ ਉਹ ਫਿਰ ਆਉਣਾ ਨਹੀਂ ਚਾਹੁੰਦੇ ਜਾਂ ਆਉਣਾ ਨਹੀਂ ਚਾਹੁੰਦੀਆਂ ਕਿ ਅਸੀਂ ਪੋਲੀਟਿਕਸ ਇਨਵੋਲਵ ਹੋਵੇ। ਤਾਂ ਬਹੁਤ ਡੈਟਰਮੈਂਟਲ ਹੈ, ਔਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ, ਕਿਸੇ ਨੂੰ ਨਹੀਂ ਫਾਇਦਾ ਹੁੰਦਾ ਉਹਦੇ ਵਿੱਚ। ਸੋ ਨਾ ਕੋਈ ਸਿਆਸਤ ਦੇ ਵਿੱਚ ਕੋਈ ਚੇਂਜ ਬਦਲਾਅ ਪੋਜ਼ੀਟਿਵ ਹੁੰਦਾ ਉਹਦੇ ਨਾਲ ਨੁਕਸਾਨ ਹੀ ਸਿਰਫ ਹੁੰਦਾ। ਸੋ ਉਹ ਮੈਂ ਆਲਵੇਜ਼ ਕਹਿੰਦਾ ਹੁੰਦਾ, ਚਾਹੇ ਕੈਂਪੇਨ 'ਚ ਹੋਵੇ, ਚਾਹੇ ਉੱਦਾਂ ਪੋਲਿਸੀ ਦੇ ਉੱਤੇ ਟਿੱਪਣੀ ਕਰੋ, ਸਿਆਸਤ ਦੇ ਅਸੂਲਾਂ 'ਤੇ ਟਿੱਪਣੀ ਕਰੋ, ਤੁਹਾਡੀ ਪਾਰਟੀ ਨੇ ਗਲਤੀ ਕੀਤੀ ਕਰੋ, ਪਰ ਕਿਸੇ ਦੇ ਪਰਸਨਲ ਅਟੈਕ ਕਰਨੇ, ਉਹਨਾਂ ਦੇ ਐਥਨਿਸਿਟੀ, ਉਹਨਾਂ ਦੇ ਧਰਮ ਦੇ ਉੱਤੇ, ਔਰਤ ਹੋਣ ਦੇ ਨਾਤੇ, ਜਾਂ ਉਹਨਾਂ ਦੀ ਲਾਈਫ ਸਟਾਈਲ ਕਰਕੇ, ਇਹ ਚੀਜ਼ਾਂ ਗਲਤ ਹੈ, ਤੇ ਕਦੇ ਨਹੀਂ ਕਰਨੀਆਂ ਚਾਹੀਦੀਆਂ। ਫਿਰ ਹੈਲਥੀ ਨਹੀਂ, ਫਿਰ ਲੋਕ ਇੰਕਰੇਜ ਨਹੀਂ ਹੁੰਦੇ। ਸਾਨੂੰ ਇੱਦਾਂ ਦਾ ਐਟਮੋਸਫੀਅਰ ਬਣਾਉਣਾ ਚਾਹੁੰਦਾ ਜਿੱਥੇ ਕਿ ਸਾਡੇ ਬੱਚੇ ਬੱਚੀਆਂ ਆਪ ਕਹਿਣ ਕਿ ਹਾਂ ਮੈਂ ਪੋਲੀਟਿਕਸ 'ਚ ਆਉਣਾ, ਸਾਡੇ ਨਵੇਂ ਇਮੀਗ੍ਰੈਂਟ ਕਹਿਣ ਕਿ ਵਾਕਈ ਦੇਖੋ ਕੰਟਰੀ ਕਿੰਨੀ ਵਧੀਆ, ਸਾਰਿਆਂ ਨੂੰ ਇਨਕਰੇਜ ਕਰਦੀ ਹੈ ਪੋਲੀਟਿਕਸ। ਹੁਣ ਉੱਦਾਂ ਦਾ ਐਟਮੋਸਫੀਅਰ ਕਰਨਾ ਚਾਹੀਦਾ। ਸੋ ਇਹ ਡੈਫੀਨਿਟਲੀ ਹੈਗਾ ਚੈਲੰਜ, ਤੁਹਾਨੂੰ ਮੈਂਟਲੀ ਤੁਹਾਨੂੰ ਕੰਪਾਰਟਮੈਂਟਲਾਈਜ਼ ਕਰਨਾ ਪੈਂਦਾ, ਉਹ ਸਿੱਟਣਾ ਪੈਂਦਾ। ਪਰ ਉਹ ਕਈ ਵਾਰੀ ਜਿਹੜਾ ਗਲਤ ਸ਼ਬਦਾਵਲੀ ਤੁਹਾਡੇ ਬਾਰੇ ਕਿਸੇ ਨੇ ਕਹੀ, ਉਹ ਕਈ ਵਾਰੀ ਹੌਂਟ ਕਰਦੀ ਰਹਿੰਦੀ ਆ, ਪਰ ਤੁਹਾਨੂੰ ਫਿਰ ਸਿੱਟਣਾ ਪੈਂਦਾ ਵੀ ਇੱਦਾਂ ਦਾ ਕਮਲੇ ਨੇ ਤਾਂ ਕਰਨਾ ਹੀ ਆ। ਮੂਵ ਫੋਰਵਰਡ, ਪੋਜ਼ੀਟਿਵ ਜਿਹੜਾ ਕੋਈ ਓਪੀਨੀਅਨ ਦਿਓ, ਉਹਨੂੰ ਸੁਣੋ, ਉਹਦਾ ਸੁਝਾਅ ਦਿਓ, ਉਹਨਾਂ ਬਹਿਸ ਵੀ ਕਰ ਲਓ, ਹੈਲਥੀ ਡਾਇਲੋਗ, ਤਾਂ ਤੁਹਾਡਾ ਬੈਟਰ ਰਿਜ਼ਲਟ ਨਿਕਲੂ। ਬਹੁਤ ਵਧੀਆ ਲੱਗਾ ਰਣਦੀਪ ਜੀ ਤੁਹਾਡੀਆਂ ਇਹ ਗੱਲਾਂ ਸੁਣ ਕੇ। ਅਖੀਰ 'ਚ ਕੋਈ ਹੋਰ ਮੈਸੇਜ ਜਿਹੜਾ ਹੁਣ ਤੱਕ ਤੁਸੀਂ ਨਾ ਸਾਡੇ ਸੁਣਨ ਵਾਲਿਆਂ ਨੂੰ ਦੇ ਸਕੇ ਹੋਵੋ, ਕਿਉਂਕਿ ਇੱਕ ਪੋਲੀਟਿਕਸ ਦੇ ਵਿੱਚ ਆ ਕੇ ਇੱਕ ਪਰਸਨ ਆਫ ਕਲਰ ਹੋ ਕੇ, ਐਂਡ ਜਿਹੜੀ ਤੁਸੀਂ ਆਪਣੀ ਪਹਿਚਾਣ ਦੀ ਵੀ ਗੱਲ ਕੀਤੀ ਹੈ ਕਿ ਮੈਂ ਚਿੱਟੀ ਪੱਗ ਬੰਨ੍ਹ ਕੇ ਰੱਖਦਾ, ਮੇਰੀ ਦਿੱਖ ਵੀ ਵੱਖਰੀ ਹੈਗੀ ਆ, ਕਈ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਜਿਹੜੀਆਂ ਉਹ ਸਾਹਮਣੇ ਆਉਂਦੀਆਂ। ਹੁਣ ਬਹੁਤ ਸਾਰੇ ਸਾਡੇ ਨਵੇਂ ਲੋਕ ਨੇ, ਜਦੋਂ ਇਸ ਕੰਟਰੀ ਦੇ ਵਿੱਚ ਆ ਕੇ ਸੈਟਲ ਡਾਊਨ ਹੁੰਦੇ ਆ, ਬੜੇ ਉਹਨਾਂ ਨੂੰ ਚੈਲੰਜਸ ਲੱਗਦੇ ਹੈਗੇ ਆ, ਪਰ ਉਹ ਹਮੇਸ਼ਾ ਤੁਹਾਡੇ ਵਰਗੀਆਂ ਐਗਜ਼ਾਮਪਲਸ ਵੱਲ ਦੇਖਦੇ ਆ ਕਿ ਹਾਂ
ਇਹ ਇੱਥੋਂ ਉੱਠ ਕੇ ਇੱਥੇ ਤੱਕ ਪਹੁੰਚ ਸਕਦੇ ਆ, ਅਸੀਂ ਵੀ ਪਹੁੰਚ ਸਕਦੇ ਹਾਂ। ਅਖੀਰ 'ਚ ਇੱਕ ਦੋ ਸ਼ਬਦਾਂ ਦੇ ਵਿੱਚ ਜੇ ਤੁਸੀਂ ਅੱਜ ਦੀ ਗੱਲਬਾਤ ਸਮੇਟਣੀ ਹੋਵੇ। ਸ਼ੋਰ, ਇੱਕ ਤਾਂ ਪਛਤਾਵਾ ਕਦੇ ਨਾ ਕਰੋ। ਸੋ ਪਛਤਾਵਾ ਜਿਹੜਾ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਆਲਵੇਜ਼ ਮੂਵ ਫੋਰਵਰਡ ਕਰੋ। ਜੇ ਗਲਤੀ ਹੋਵੇ, ਜੇ ਡਿੱਗ ਪੈਂਦਾ ਉਹ ਖੜ ਕੇ ਮੁੜ ਕੇ ਫੇਰ ਮੂਵ ਹੋਵੋ। ਇਹ ਕੰਟਰੀ ਦੀ ਓਪਰਚੁਨਿਟੀਜ਼ ਬਹੁਤ ਆ। ਇਸ ਕੰਟਰੀ ਬੜੀ ਅਬੰਡੈਂਟ ਆ, ਬੜੀ ਲਾਰਜ ਆ, ਔਰ ਇਹਦੇ ਵਿੱਚ ਬਹੁਤ ਓਪਰਚੁਨਿਟੀਜ਼ ਆ। ਔਰ ਜੇ ਲੌਂਗ ਐਜ਼ ਤੁਸੀਂ ਕਮਿਟਡ ਆ ਕਿ ਤੁਸੀਂ ਡਿੱਗ ਕੇ ਸਿੱਖ ਵੀ ਲਓ, ਮੁੜ ਕੇ ਉੱਪਰੋਂ ਸਕਸੈਸ ਇਸ ਕੰਟਰੀ ਨੇ ਤੁਹਾਨੂੰ ਦੇਣੀ ਆ। ਇਹਦੀ ਕੋਈ ਸ਼ੱਕ ਨਹੀਂ ਹੈਗੀ। ਇਹ ਕੰਟਰੀ ਨੇ ਬਹੁਤ ਅਬੰਡੈਂਟ ਹੈਗੀ ਹੈ। ਦੂਸਰੀ ਗੱਲ ਕਿ ਜਿਹੜਾ ਪਹਿਲਾ ਸਟਰਗਲ ਆਲਵੇਜ਼ ਹੁੰਦੀ ਆ ਕੋਈ ਵੀ ਚੀਜ਼ ਦੇ ਵਿੱਚ, ਤੁਹਾਡਾ ਫੁੱਟ ਸਟੈਪਸ ਲਾਉਣਾ, ਇੱਕ ਪਹਿਲੀ ਜੌਬ ਕੈਨੇਡਾ 'ਚ ਲੈਣੀ, ਪਹਿਲੀ ਘਰ ਮਕਾਨ ਲੈਣਾ, ਇਹ ਆਲਵੇਜ਼ ਚੈਲੰਜਸ ਹੁੰਦੇ ਆ। ਪਰ ਉਸ ਤੋਂ ਬਾਅਦ ਤੁਸੀਂ ਸਿੱਖ ਲੈਂਦੇ ਆ। ਮੈਂ ਇਹ ਆਲਵੇਜ਼ ਕਹਿੰਦਾ ਹੁੰਦਾ ਕਿ ਜਿਹੜੇ ਨਵੇਂ ਫਿਰ ਜਿਹੜੇ ਇਮੀਗ੍ਰੈਂਟ ਆਉਂਦੇ ਉਹਨਾਂ ਨੂੰ ਵੀ ਸਹਾਇਤਾ ਕਰੋ, ਉਹਨਾਂ ਨੂੰ ਹੌਸਲਾ ਦਿਓ, ਉਹਨਾਂ ਨੂੰ ਇਨਕਰੇਜਮੈਂਟ ਦਿਓ ਕਿ ਕੰਟਰੀ, ਕਿਉਂਕਿ ਉਹ ਡਿਸਕਰੇਜ ਨਾ ਹੋ ਜਾਣ ਪਹਿਲੇ ਸਟੈਪ 'ਚ ਹੀ, ਜੇ ਉਹਨਾਂ ਨੂੰ ਜੌਬ ਨਹੀਂ ਮਿਲੀ ਜਾਂ ਉਹਨਾਂ ਨੂੰ ਪੜ੍ਹਾਈ ਕਰਕੇ ਉਹ ਰੈਕਗਨਾਈਜ਼ ਨਹੀਂ ਕੀਤੀ ਗਈ। ਸੋ ਇਹ ਮੇਰਾ ਹੈਗਾ ਕਿ ਜਦੋਂ ਤੁਸੀਂ ਆਪ ਜਿਹੜੇ ਸਕਸੀਡ ਹੋ ਗਏ ਆ, ਉਹ ਦੂਸਰਿਆਂ ਨੂੰ ਆਲਵੇਜ਼ ਗਿਵ ਬੈਕ ਕਰੋ, ਦੂਸਰਿਆਂ ਨੂੰ ਹੌਸਲਾ ਦਿਓ। ਇਹ ਨਾ ਦੇਖੋ ਕਿ ਮੈਂ ਆ ਗਿਆ ਹੁਣ ਬੱਸ 'ਤੇ ਚੜ੍ਹ ਗਿਆ ਤਾਂ ਡੋਰ ਪਿੱਛੇ ਬੰਦ ਹੋ ਜਾਵੇ। ਇਹ ਵੀ ਆਪਣੀ ਇੱਕ ਕਈਆਂ ਦੀ ਬਹੁਤ ਮਾੜੀ ਆਦਤ ਹੈ ਕਿ ਮੈਂ ਚੜ੍ਹ ਜਾਵਾਂ, ਪਿੱਛੇ ਹੋਰ ਨਾ ਬੱਸ ਦੇ ਵਿੱਚ ਕੋਈ ਚੜ੍ਹ ਜਾਵੇ। ਇਹ ਨਾ ਸੋਚ ਨਾ ਕਰੋ। ਇਹ ਕਰੋ ਕਿ ਜੇ ਮੈਂ ਸਕਸੀਡ ਕਰਾਂ, ਹੋਰ ਜਿਹੜੇ ਮੈਂ ਹੁਣ ਸਟੂਡੈਂਟ ਆਏ ਆ ਜਾਂ ਨਵੇਂ ਇਮੀਗ੍ਰੈਂਟ ਆਉਂਦੇ, ਇਹਨਾਂ ਨੂੰ ਵੀ ਅਸੀਂ ਹੈਲਪ ਕਰੀਏ, ਸਹਾਇਤਾ ਕਰੀਏ, ਇਹ ਵੀ ਸਕਸੈਸਫੁਲ ਹੋਣਗੇ। ਕੋਈ ਪਤਾ ਨਹੀਂ ਇਹਨਾਂ ਦੇ ਵਿੱਚ ਕਿ ਕੀ ਡਾਕਟਰ ਬਣ ਜਾਣਾ, ਕਿ ਪ੍ਰਾਈਮ ਮਿਨਿਸਟਰ ਬਣ ਜਾਣਾ, ਕਿ ਐਥਲੀਟ ਬਣ ਜਾਣਾ। ਸੋ ਇਹ ਕੰਟਰੀ ਬਹੁਤ ਖੁਸ਼ਹਾਲ ਆ, ਔਰ ਖੁਸ਼ਹਾਲ ਨਾਟ ਕਿ ਫਾਈਨੈਂਸ਼ੀਅਲ ਵੈਲਥ ਕਰਕੇ, ਪਰ ਬੜੀ ਓਪਨ ਐਂਡ ਲਿਬਰਲ ਇਹਦੇ ਜਿਹੜੇ ਸਿਧਾਂਤ ਆ ਉਹ ਬਹੁਤ ਵਧੀਆ ਹੈਗੇ ਆ। ਸੋ ਉਹਨੂੰ ਮਜ਼ਬੂਤ ਕਰਨ ਵਾਸਤੇ ਕੌਨਸਟੈਂਟਲੀ ਵਿਜੀਲੈਂਟ ਰਹੀਏ ਕਿ ਅਸੀਂ ਪ੍ਰੋਟੈਕਟ ਕਰੀਏ ਉਹ ਜਿਹੜੇ ਹੱਕ ਆ, ਔਰ ਲੋਕਾਂ ਨੂੰ ਆਪਰਚੁਨਿਟੀ ਦਈਏ। ਰਣਦੀਪ ਸਰਾਏ ਜੀ ਅੱਜ ਸਟੂਡੀਓ 'ਚ ਆਏ, ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ, ਔਰ ਥੈਂਕ ਯੂ ਤੁਹਾਡੇ ਸਾਰੇ ਟੀਮ ਦਾ ਕਿ ਬਹੁਤ ਵਧੀਆ ਸ਼ੋਅ ਹੈ, ਬਹੁਤ ਡਿਫਰੈਂਟ ਟਾਈਪ ਆਫ ਸ਼ੋਅ ਦੀ ਤੁਸੀਂ ਕ੍ਰੀਏਟ ਕੀਤਾ। ਆਈ ਹੋਪ ਲਿਸਨਰਸ ਨੇ ਇੰਜੋਏ ਕੀਤਾ। ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਣਦੀਪ ਸਰਾਏ ਉਹਨਾਂ ਦੇ ਨਾਲ ਇੰਨੀ ਹੀ ਗੱਲਬਾਤ।